जिसमें है अमृत ज्ञान है मानक भगत वैराग। गुरु ग्रंथ साहिब उदद बंदो कर अनुराग। श्री सतगुर शब्द कमाए जिन जीते पंच विकार। तिन संतन को बंधना सिर चरणन पग तार। कबित ਬੰਦਤ ਗੋਬਿੰਦ ਸਿੰਘ ਪਦ ਅਰਬਿੰਦ ਦੁਖ ਦੰਦ ਕੋ ਨਿਕੰਦ ਗੁਰੂ ਮੇਰੋ ਈ ਮੁਕੰਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬਿਤ ਬੰਦਤ ਗੋਬਿੰਦ ਸਿੰਘ ਪਦ ਅਰਬਿੰਦ ਦੁਖ ਦੰਦ ਕੋ ਨਿਕੰਦ ਗੁਰੂ ਮੇਰੋ ਈ ਮੁਕੰਦ ਹੈ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਚੈਪਟਰ 62। ਕਵੀ ਸੰਤੋਖ ਸਿੰਘ ਜੀ ਇਨਵੋਕੇਸ਼ਨ ਜਾਂ ਜੋ ਮੰਗਲ ਹੈ ਆਪ ਕਰਦੇ ਹਨ ਕਿ ਬੰਦਤ ਗੋਬਿੰਦ ਸਿੰਘ ਪਰ ਅਰਬਿੰਦ। ਅਸੀਂ ਹੱਥ ਜੋੜ ਕੇ ਬੰਦਨਾ ਕਰਦੇ ਹਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ। ਸ੍ਰੀ ਬਾਲਾ ਸੁੰਦਰ ਵਾਚ ਦੁੱਖ ਦੁੰਦ ਜਿਹਦੇ ਕਰਕੇ ਜਿਹੜੇ ਦੁੱਖ ਹਨ ਦੁੰਦ ਦੋਖ ਹਨ। ਦੋਖ ਉਹ ਹੁੰਦੇ ਹਨ ਜਿਨ੍ਹਾਂ ਕਰਕੇ ਪਾਪ ਕੀਤੇ ਜਾਂਦੇ ਹਨ। ਸੋ ਉਹ ਦੁੰਦ ਜਾਂ ਦੁੰਦ ਹੁੰਦਾ ਹੈ। ਇੱਕ ਹੋਰ ਇਹਦਾ ਅਰਥ ਇਹ ਵੀ ਹੈ ਜਿਸ ਤਰ੍ਹਾਂ ਕਿ ਮਿਸਤ ਹੁੰਦੀ ਹੈ। ਮਿਸਤ ਦੇ ਵਿੱਚ ਅੱਗੇ ਨਹੀਂ ਕੋਈ ਕੁਝ ਦਿਖਾਈ ਦਿੰਦਾ ਅਤੇ ਬੰਦਾ ਜਿਹੜਾ ਹੈ ਉਹ ਗੁੰਮਰਾਹ ਹੋ ਜਾਂਦਾ ਹੈ, ਉਹਨੂੰ ਵੀ ਧੁੰਦ ਕਿਹਾ ਜਾਂਦਾ ਹੈ। ਸੋ ਜਿਹੜਾ ਮਿਸਗਾਈਡਡ ਹੈ ਜਾਂ ਮਿਸਗਾਈਡੈਂਸ ਹੈ ਜਾਂ ਜਿਹੜੇ ਦੋਖ ਨੇ ਜਿਹੜੇ ਪਾਪ ਕਰਾਉਂਦੇ ਨੇ, ਕਹਿੰਦੇ ਉਹ ਸਾਰੇ ਜਿਹੜੇ ਹਨ ਸਤਿਗੁਰਾਂ ਨੇ ਸਾਡੇ ਦੂਰ ਕਰ ਦਿੱਤੇ। ਗੁਰੂ ਮੇਰੋ ਈ ਮੁਕੰਦ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੀ ਮੇਰੇ ਮੁਕਤੀ ਦੇ ਦਾਤੇ ਹਨ। ਸ੍ਰੀ ਬਾਲਾ ਸੁੰਦਰ ਵਾਚ ਗੋਰਖ ਵਿਚਾਰ ਸਿੱਧ ਲੀਨੇ ਹੈ ਹਕਾਰ ਸਭ। ਗੋਰਖਨਾਥ ਜੋ ਕਿ ਉਹਨੇ ਵਿਚਾਰ ਕੀਤੀ ਕਿ ਸਿੱਧ ਲੀਨੇ ਹੈ ਅਹਕਾਰ, ਉਹਨੇ ਸਾਰੇ ਹੀ ਸਿੱਧ ਸੱਧ ਲਏ। ਜਿਵੇਂ ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਸੁਣਿਆ ਹੈ ਕਿੰਨੇ ਸਿੱਧ ਉਹਨੇ ਭੇਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਟਾਉਣ ਵਾਸਤੇ ਵੀ ਉੱਤੇ ਨਾ ਆਉਣ। ਜੇ ਆਉਣਾ ਹੀ ਚਾਹੁੰਦੇ ਹਨ ਤਾਂ ਇਹਦਾ ਜਿਹੜਾ ਹੈ ਗੋਰਖਨਾਥ ਨੂੰ ਗੁਰੂ ਧਾਰਨ ਕਰਨ। ਗੋਰਖਨਾਥ ਜਿਹੜਾ ਹੈ ਇਹਨੂੰ ਜਿਹੜਾ ਮੰਨਿਆ ਗਿਆ ਹੈ ਕਿ ਇਹ ਸ਼ਿਵ ਦਾ ਪੁੱਤਰ ਹੈ। ਸ਼ਿਵਾ ਜਿਹੜਾ ਹੈ ਜਦੋਂ ਉਸ ਨੇ ਜਿਹੜਾ ਹੈ ਜਦੋਂ ਸਮੁੰਦਰ ਰਿਰਟਣਾ ਕੀਤਾ ਸਤਯੁਗ ਦੇ ਵਿੱਚ, ਜਿਸ ਵੇਲੇ ਦੈਂਤਾਂ ਤੇ ਦੇਵਤਿਆਂ ਨੇ ਸਾਰਾ ਸਮੁੰਦਰ ਰਿੜਕਿਆ, ਉਹਦੇ ਵਿੱਚੋਂ 14 ਰਤਨ ਨਿਕਲੇ। 14 ਰਤਨਾਂ ਦੇ ਵਿੱਚੋਂ ਅੰਮ੍ਰਿਤ ਵੀ ਆਇਆ। ਸੋ ਅੰਮ੍ਰਿਤ ਦੇ ਪਿੱਛੇ ਝਗੜਾ ਪੈ ਗਿਆ ਦੇਵਤਿਆਂ ਦਾ ਤੇ ਦੈਂਤਾਂ ਦਾ। ਉਸ ਵੇਲੇ ਵਿਸ਼ਨੂੰ ਨੇ ਮੋਹਨੀ ਅਵਤਾਰ ਧਾਰਨਾ ਕੀਤਾ। ਮੋਹਨੀ ਅਵਤਾਰ ਉਹ ਹੈ ਕਿਉਂਕਿ ਬਹੁਤ ਸੁੰਦਰ ਇਸਤਰੀ ਦਾ ਰੂਪ ਧਾਰਨ ਕੀਤਾ ਵਿਸ਼ਨੂੰ ਨੇ। ਸੋ ਮੋਹਨੀ ਅਵਤਾਰ ਵਿੱਚ ਆ ਕੇ ਉਸਨੇ ਸ਼ਰਾਬ ਜਿਹੜੀ ਸੀ ਦੈਂਤਾਂ ਨੂੰ ਪਿਲਾ ਦਿੱਤੀ ਅਤੇ ਅੰਮ੍ਰਿਤ ਜਿਹੜਾ ਸੀ ਦੇਵਤਿਆਂ ਨੂੰ ਪਿਲਾ ਦਿੱਤਾ। ਸੋ ਉਸ ਵੇਲੇ ਜਦੋਂ ਦੈਂਤਾਂ ਨੂੰ ਇਹ ਗੱਲ ਦਾ ਪਤਾ ਲੱਗਿਆ, ਸਾਖੀ ਬਹੁਤ ਲੰਮੀ ਹੈ, ਉਸ ਵੇਲੇ ਜਿਹੜਾ ਸੀਗਾ ਦੈਂਤਾਂ ਦਾ ਜਿਹੜਾ ਹੈ ਉਹ ਰਾਹੂ ਅਤੇ ਕੇਤੂ ਦੀ ਵੀ ਉੱਥੇ ਸਟੋਰੀ ਸ਼ੁਰੂ ਹੁੰਦੀ ਹੈ। ਸੋ ਇਸ ਪ੍ਰਕਾਰ ਕਰਕੇ ਕੀ ਹੋਇਆ, ਜਦੋਂ ਮੋਹਨੀ ਅਵਤਾਰ ਨੂੰ ਸ਼ਿਵ ਜੀ ਨੇ ਦੇਖਿਆ ਤਾਂ ਉਹ ਮੋਹਿਤ ਹੋ ਗਿਆ। ਉਹ ਜਿਹੜਾ ਹੈ ਮੋਹਨੀ ਅਵਤਾਰ ਦੇ ਪਿੱਛੇ ਪੈ ਗਿਆ। ਸੋ ਜਦੋਂ ਪਿੱਛੇ ਪਿਆ ਉਸਦਾ ਬਿਰਜ ਜਿਹੜਾ ਹੈ ਉਹਦੇ ਸਰੀਰ ਤੋਂ ਨਿਕਲਿਆ ਅਤੇ ਇੱਕ ਥਾਂ ਥਾਂ 'ਤੇ ਉਹਦੇ ਬਿਰਜ ਡਿੱਗੇ, ਜਿਹਦੇ ਕਰਕੇ ਹਨੂਮਾਨ ਦਾ ਵੀ ਜਨਮ ਹੋਇਆ ਅਤੇ ਕਈ ਹੋਰਾਂ ਦਾ ਜਨਮ ਹੋਇਆ, ਕਾਰਨ ਬਣਿਆ ਜਨਮ ਦਾ। ਇੱਕ ਬਿਰਜ ਉਹਦਾ ਸੀਗਾ ਸਮੁੰਦਰ 'ਚੋਂ ਡਿੱਗਿਆ ਜਿਹੜਾ ਕਿ ਇੱਕ ਮੱਛੀ ਨੇ ਆਪਣੇ ਮੂੰਹ ਵਿੱਚ ਲੈ ਲਿਆ। ਮੂੰਹ ਵਿੱਚ ਪੈਣ ਕਰਕੇ ਉਹਦੇ ਪੇਟ ਤੋਂ ਫਿਰ ਮਛਿੰਦਰ ਨਾਥ ਨੇ ਜਨਮ ਲਿਆ। ਮਛਿੰਦਰ ਤਾਂ ਉਹਦਾ ਨਾਂ ਹੀ ਮਛਿੰਦਰ ਹੈ, ਮੱਛ ਇੰਦਰ। ਸੋ ਉਹਦੇ ਪੇਟ ਤੋਂ ਮਛਿੰਦਰ ਨਾਥ ਹੋਇਆ ਅਤੇ ਅੱਗੇ ਮਛਿੰਦਰ ਨਾਥ ਤੋਂ ਫਿਰ ਗੋਰਖਨਾਥ ਹੋਇਆ। ਸੋ ਇਹ ਜਿਹੜਾ ਗੋਰਖਨਾਥ ਹੈ ਇਸ ਕਰਕੇ ਦੀ ਉਮਰ ਬਹੁਤ ਲੰਮੀ ਸੀ। ਸੋ ਕਈ ਇਤਿਹਾਸਕਾਰਾਂ ਨੇ ਕਿਹਾ ਹੈ ਵੀ 11th ਸੈਂਚੁਰੀ ਦਾ ਹੈ, ਕਈ ਕੁਝ ਕਹਿੰਦੇ ਨੇ, ਕਈ ਕੁਝ, ਪਰ ਕਹਿੰਦੇ ਹੈ ਬਹੁਤ ਪੁਰਾਣਾ। ਗੋਰਖਨਾਥ ਜਿਹੜਾ ਹੈ ਇਸ ਕਰਕੇ ਜਿਹੜਾ ਹੈ ਇਹ ਸਿੱਧਾਂ ਦਾ ਜਿਹੜਾ ਹੈ ਲੀਡਰ ਬਣਿਆ। ਅਤੇ ਇਹ ਗੋਰਖਨਾਥ ਜਿਹੜਾ ਹੈ ਇਹ ਜਿਹੜਾ ਇਸ ਨੂੰ ਹਰਾਉਣਾ ਬਹੁਤ ਔਖੀ ਗੱਲ ਹੈ, ਕਿਉਂਕਿ ਇੱਕ ਤਾਂ ਇਹਦੀ ਉਮਰ ਬੜੀ ਪੁਰਾਣੀ ਹੈ, ਦੂਸਰਾ ਇਹ ਯੋਗ ਮਤ ਦਾ ਜਿਹੜਾ ਹੈ ਉਹ ਵੀ ਵੱਡਾ ਹੈ, ਜਿਹੜਾ 9 ਨਾਥਾਂ ਵਿੱਚੋਂ ਵੀ ਮੰਨਿਆ ਗਿਆ ਹੈ। ਸੋ ਗੋਰਖਨਾਥ ਜਿਹੜਾ ਹੈ ਇਹਨੂੰ ਜਿਹੜਾ ਹੈ ਜਤੀਆਂ ਵਿੱਚ ਵੀ ਮੰਨਿਆ ਗਿਆ ਹੈ। ਸੋ 7 ਜਤੀ ਮੰਨੇ ਹਨ। ਭੀਸ਼ਮ ਪਿਤਾਮਾ ਹੋਇਆ, ਹਨੂਮਾਨ ਹੋਇਆ, ਤੋਂ ਅੱਗੇ ਲਛਮਣ ਹੋਇਆ, ਗੋਰਖਨਾਥ ਹੈ, ਭੈਰਵ ਹੈ, ਦੱਤਾਤਰੇ। ਸੋ ਇਹ 7 ਜਤੀ ਮੰਨੇ ਨੇ। ਸੋ 7 ਜਤੀ ਜਿਹੜੇ ਹਨ ਇਹਨਾਂ ਦੇ ਵਿੱਚ ਜਿਹੜੇ ਹਨ 6 ਜਤੀ ਜਿਹੜੇ ਹਨ ਇਹਨਾਂ ਵਿੱਚੋਂ ਗੋਰਖਨਾਥ ਵੀ ਇੱਕ ਹੈ।
ਇਹ ਜਤੀ ਜਿਹੜੇ ਸਾਰੇ ਨੇ ਇਹਨਾਂ ਦਾ ਜਿਹੜਾ ਹੈ ਹੁੰਦਾ ਹੈ, ਇੱਕ ਜਤੀ ਉਹ ਹੁੰਦਾ ਹੈ ਜਿਹੜਾ ਕਿ ਉਹਦਾ ਬਿਰਜ ਜਿਹੜਾ ਉਹਦਾ ਸਪਰਮ ਹੈ ਸਾਰੀ ਜ਼ਿੰਦਗੀ ਉਹਦੇ ਸਰੀਰ ਤੋਂ ਬਾਹਰ ਨਾ ਨਿਕਲੇ, ਸੋ ਉਹਨੂੰ ਜਤੀ ਮੰਨਿਆ ਹੈ। ਇਹਨਾਂ ਵਿੱਚੋਂ ਇੱਕ ਲਛਮਣ ਵੀ ਹੈ ਜਿਹਦੀ ਸ਼ਾਦੀ ਹੋਈ ਸੀਗੀ, ਪਰ ਲਛਮਣ ਜਿਹੜਾ ਹੈ ਇਸ ਕਰਕੇ ਜਤੀ ਹੈ ਕਿਉਂਕਿ ਉਹਨੇ ਸੀਤਾ ਨੂੰ ਜਿਹੜਾ ਹੈ ਆਪਣੀ ਮਾਂ ਦੇ ਬਰਾਬਰ ਕਰਕੇ ਜਾਣਿਆ, ਤੇ ਉਹਦੀ ਰਿਸ਼ਤੇ ਵਿੱਚ ਤਾਂ ਭਾਬੀ ਲੱਗਦੀ ਸੀ ਪਰ ਉਹਨੂੰ ਮਾਂ ਕਰਕੇ ਜਾਣਿਆ। ਕਿਤੇ ਵੀ ਜਿਹੜਾ ਹੈ ਸੀਤਾ ਨੂੰ ਉਹਨੇ ਸੀਤਾ ਦਾ ਜਿਹੜਾ ਚਿਹਰਾ ਉਹਨੇ ਕਿਤੇ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ, ਸੋ ਉਹਨੇ ਇਹ ਜਤ ਕਮਾਇਆ ਸੀ। ਇਸ ਕਰਕੇ ਲਛਮਣ ਵੀ ਇੱਕ ਜਤੀ ਹੋਇਆ ਹੈ। 6 ਜਤੀਆਂ ਵਿੱਚੋਂ ਇੱਕ ਜਤੀ ਹੈ। 9 ਨਾਥਾਂ ਵਿੱਚੋਂ ਇੱਕ ਗੋਰਖਨਾਥ ਹੈ। ਉਹਨਾਂ ਦੇ ਨਾਂ ਆਪਾਂ ਬਾਅਦ ਵਿੱਚ ਲਵਾਂਗੇ। ਸੋ ਇਹ ਗੋਰਖਨਾਥ ਜਿਹੜਾ ਸੀਗਾ, ਦੇਖੋ ਗੋਰਖਨਾਥ ਵਾਸ ਨਾਟ ਅ ਸਿੰਪਲ ਪਰਸਨ ਜਾਂ ਇੱਕ ਸਟ੍ਰੇਟ ਫਾਰਵਰਡ ਪਰਸਨ ਜਾਂ ਜਿਹੜਾ ਹੈ ਵੀਕ ਪਰਸਨ। ਉਹਨੂੰ ਕਿਤੇ ਵੀ ਨਾ ਸਮਝਣਾ ਕਿ ਇੱਕ ਕਮਜ਼ੋਰ ਜਿਹਾ ਬੰਦਾ ਬੈਠਾ, ਬੁੱਢਾ, ਬੜਾ ਸਰੀਰ ਉਹਦਾ ਕਮਜ਼ੋਰ ਹੈ, ਇੱਕ ਕਾਰਨਰ ਤੇ ਬੈਠਾ। ਨੋ, ਉਹ ਗੋਰਖਨਾਥ ਜਿਹੜਾ ਸੀ ਬੜਾ ਤਕੜਾ ਸੀਗਾ, ਸਾਰੀਆਂ ਸ਼ਕਤੀਆਂ ਉਹਦੇ ਵਿੱਚ ਸੀਗੀਆਂ ਤੇ ਹੈ ਬੜਾ ਪੁਰਾਣਾ ਸੀਗਾ। ਉਹਦੀ ਉਮਰ ਦਾ ਹਿਸਾਬ ਕੋਈ ਕਰ ਨਹੀਂ ਸਕਦਾ ਕਿਉਂਕਿ ਇਤਿਹਾਸਕਾਰਾਂ ਨੇ ਲਿਖਿਆ ਭਗਤ ਫਰੀਦ ਜੀ, ਜਿਹੜੇ ਪਹਿਲੇ ਭਗਤ ਫਰੀਦ ਜੀ ਹੋਏ ਜਿਨ੍ਹਾਂ ਦੀ ਬਾਣੀ ਆਉਂਦੀ, ਉਹ ਵੀ ਮਿਲੇ ਹਨ। ਹਾਂਜੀ, ਕਿੰਨੇ ਪੁਰਾਣੇ ਇਤਿਹਾਸ ਵਿੱਚ ਉਹਦਾ ਨਾਂ ਆਉਂਦਾ ਹੈ। ਇਸ ਕਰਕੇ ਗੋਰਖਨਾਥ ਜਿਹੜਾ ਹੈ ਉਹਨੂੰ ਜਿੱਤਣਾ ਗੁਰੂ ਨਾਨਕ ਤੋਂ ਇਲਾਵਾ ਕੋਈ ਨਹੀਂ ਉਹਨੂੰ ਜਿੱਤ ਸਕਦਾ ਸੀਗਾ। ਇਹ ਬਹੁਤ ਤਕੜੀ ਚੀਜ਼ ਸੀਗੀ, ਬਹੁਤ ਤਕੜਾ ਬੰਦਾ ਸੀਗਾ। ਸੋ ਇਉਂ ਕਰਕੇ ਜਿਹੜਾ ਹੈ ਗੋਰਖਨਾਥ ਨੇ ਵਿਚਾਰ ਕੀਤੀ ਕਿ ਸਿੱਧ ਲੀਨੇ ਹੰਕਾਰ ਸਭ। ਉਹਨਾਂ ਨੇ ਇਹ ਜਾਣਿਆ ਕਿ ਇਹ ਮੇਰੇ ਸਿੱਧਾਂ ਵਿੱਚ, ਮੇਰੇ ਚੇਲਿਆਂ ਵਿੱਚ ਹੰਕਾਰ ਹੋ ਗਿਆ। ਹੰਕਾਰ ਹੋਣ ਕਰਕੇ ਜਿਹੜਾ ਹੈ ਉਹਨਾਂ ਨੇ ਕੀ ਕੀਤਾ, ਉਹ ਹੰਕਾਰ ਹੋਣ ਕਰਕੇ ਉਹਨਾਂ ਦਾ ਯੋਗ ਪੂਰਾ ਨਹੀਂ ਹੋ ਰਿਹਾ। ਸੋ ਇੱਥੇ ਜਿਹੜਾ ਹੈ, ਇੱਥੇ 2 ਅਰਥ ਕਈ ਜਿਹੜੇ ਹਨ ਲਿਖਤਾਂ ਵਿੱਚ ਹਕਾਰ ਆਉਂਦਾ ਹੈ, ਕਈਆਂ 'ਚ ਹੰਕਾਰ ਆਉਂਦਾ ਹੈ। ਪਰ ਚਲੋ ਆਪਾਂ ਜੇ ਇਹ ਦੋਵੇਂ ਵੀ ਲਈਏ, ਕਹਿੰਦੇ ਉਹਨੂੰ ਪਤਾ ਸੀ ਵੀ ਮੇਰੇ ਸਿੱਧਾਂ ਵਿੱਚ ਹੰਕਾਰ ਹੈ ਤੇ ਉਹ ਹੰਕਾਰ ਤੋੜਨ ਵਾਸਤੇ ਇੱਕ ਨੂੰ ਭੇਜ ਦਿੱਤਾ ਗੁਰੂ ਨਾਨਕ ਮਹਾਰਾਜ ਕੋਲ, ਕਿਉਂਕਿ ਉਹਨਾਂ ਦਾ ਹੰਕਾਰ ਤੋੜਨਾ ਸੀ ਵੀ ਤੁਸੀਂ ਬੁੱਢੇ ਹੋ ਕੇ ਇੰਨੀਆਂ ਤੁਹਾਡੀਆਂ ਉਮਰਾਂ ਹਨ, ਇੱਕ ਬਾਲਕ ਤੁਹਾਨੂੰ ਚੁੱਪ ਕਰਾ ਸਕਦਾ ਹੈ। ਤੇ ਉਹਨਾਂ ਦਾ ਹੰਕਾਰ ਵੀ ਉਹਨੇ ਤੋੜਨਾ ਸੀਗਾ। ਦਿਸ ਇਜ਼ ਲੁਕਿੰਗ ਐਟ ਦ ਗੁੱਡ ਸਾਈਡ ਆਫ ਗੋਰਖਨਾਥ। ਹਾਂਜੀ, ਸੋ ਜੇ ਦੂਜਾ ਪਾਸਾ ਦੇਖੀਏ ਵੀ ਉਹਨੇ ਸਿੱਧਾ ਨੂੰ ਭੇਜਿਆ ਗੁਰੂ ਨਾਨਕ ਨੂੰ ਚੈਲੰਜ ਕਰਨ ਵਾਸਤੇ। ਹਾਂਜੀ, ਸੋ ਇਹ ਦੋਵੇਂ ਪਾਸੇ ਆਪਾਂ ਨੂੰ ਦੇਖਣੇ ਪੈਣਗੇ ਬਿਕੋਜ਼ ਗੋਰਖਨਾਥ ਵੀ ਗਿਆਨੀ ਬੰਦਾ ਸੀ, ਵੀ ਉਹ ਐਸਾ ਨਹੀਂ ਸੀਗਾ। ਹਾਂਜੀ, ਉਹ ਵੀ ਬੜਾ ਗਿਆਨੀ ਬੰਦਾ ਸੀਗਾ ਤੇ ਇਸ ਕਰਕੇ ਇਸ ਉਚਾਰ ਤਬ ਭੇਜਿਓ ਗੋਪੀ ਚੰਦ ਹੈ। ਉਸ ਵੇਲੇ ਇਹ ਜਿਹੜਾ ਹੈ ਗੋਰਖਨਾਥ ਨੇ ਗੋਪੀ ਚੰਦ ਨੂੰ ਭੇਜਿਆ। ਹੁਣ ਆਵਤ ਹੀ ਦੇਖ ਕਰ ਕਹੀ ਹੈ ਆਦੇਸ਼। ਗੋਪੀ ਚੰਦ ਨੇ ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਦੇਸ਼ ਕਿਹਾ। ਏਕੰਕਾਰ ਕੋ ਆਦੇਸ਼ ਸੁਨ ਭਾਖੇ ਸੁਖ ਕੰਧ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਏਕੰਕਾਰ ਨੂੰ ਆਦੇਸ਼ ਹੈ। ਸਾਡੀ ਨਮਸਕਾਰ, ਅਸੀਂ ਮੱਥਾ ਟੇਕਦੇ ਹਾਂ ਇੱਕ ਓੰਕਾਰ ਨੂੰ, ਉਹ ਪਰਮਾਤਮਾ ਨੂੰ। ਆਏ ਹੈ ਢਿੱਗ ਬੈਸ ਔਰ ਹਰਖ ਬਿਸੇਖ ਜੈਸੇ। ਕਹਿੰਦੇ ਆਏ ਢਿੱਗ, ਆਇਆ ਹੈ ਗੋਪੀ ਚੰਦ, ਚੱਲ ਆਜਾ ਸਾਡੇ ਕੋਲ ਬੈਠ ਜਾ। ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਾਰ ਟੰਡ ਦੇਖ ਬਿਗਸਾਤ ਅਰਬਿੰਦ ਹੈ। ਦੇਖੋ ਮਾਰ ਟੰਡ ਦੇਖ, ਜਦੋਂ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਾ ਗੋਪੀ ਚੰਦ ਨੇ, ਬਿਕਸਤ ਅਰਬਿੰਦ ਹੈ। ਜਿਵੇਂ ਕਹਿੰਦੇ ਕਵਲ ਫੁੱਲ ਖਿੜ ਜਾਂਦਾ ਹੈ ਨਾ ਸੂਰਜ ਵੱਲ ਦੇਖ ਕੇ, ਗੋਪੀ ਚੰਦ ਵੀ ਖਿੜ ਗਿਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ। ਕੌਣ ਗਿਆਨੀ ਕੌਣ ਇਸਨਾਨੀ ਪੁੰਨ ਨਿਰਮਲ ਕੌਣ। ਸੋ ਪੁੱਛਿਆ ਮਹਾਰਾਜ ਧਿਆਨੀ ਕੌਣ ਹੁੰਦਾ ਹੈ, ਗਿਆਨੀ ਕੌਣ ਹੁੰਦਾ ਹੈ। ਇਹ 2 ਸਵਾਲ ਹੋਏ ਹੁਣ ਤੱਕ। ਪਹਿਲਾ ਧਿਆਨੀ ਕੌਣ, ਫਿਰ ਦੂਜਾ ਗਿਆਨੀ ਕੌਣ ਹੈ, ਪੁੰਨ ਨਿਰਮਲ ਕੌਣ, ਤੇ ਫਿਰ ਕੌਣ ਇਸ਼ਨਾਨੀ ਤੇ ਨਿਰਮਲ। ਹਾਂਜੀ, ਕੌਣ ਇਸ਼ਨਾਨੀ ਹੈ ਤੇ ਫਿਰ ਪੁੰਨ ਕੌਣ ਨਿਰਮਲ ਹੈ, ਇਹ ਚੌਥਾ ਸਵਾਲ ਹੈ। ਮੋਹਿ ਤਪਾ ਜੀ ਬਤਾਈਏ। ਕਹਿੰਦੇ ਤਪਾ ਜੀ ਇਹ ਮੈਨੂੰ ਸਵਾਲਾਂ ਦੇ ਜਵਾਬ ਦਿਓ। ਹੁਣ 4 ਸਵਾਲ ਹੋ ਗਏ। ਪਹਿਲਾ ਸੀ ਧਿਆਨੀ ਕੌਣ, ਫਿਰ ਦੂਜਾ ਗਿਆਨੀ ਕੌਣ, ਫਿਰ ਕਹਿੰਦੇ ਇਸ਼ਨਾਨੀ ਕੌਣ, ਤੇ ਫਿਰ ਕਹਿੰਦੇ ਨਿਰਮਲ ਕੌਣ ਹੈ। ਕੌਣ ਸੋ ਜੁਗਤ ਜਾਤੇ ਦੀਪਕ ਦਪਤ ਹੋਏ। ਕਹਿਣਗੇ ਕੌਣ ਸੋ ਜੁਗਤ, ਕਿਹੜੀ ਜੁਗਤੀ ਦੇ ਨਾਲ ਅੰਦਰ ਉਹ ਜਿਹੜਾ ਹੈ ਗਿਆਨ ਦਾ ਦੀਵਾ ਜਗ ਜਾਵੇ, ਜਿਹੜਾ ਹੈ ਇਲੂਮੀਨੇਟ ਹੋ ਜਾਵੇ, ਉਹ ਗਿਆਨ ਅੰਦਰੋਂ ਪ੍ਰਕਾਸ਼ ਕਰ ਜਾਵੇ, ਜਿਹਦੇ ਕਰਕੇ ਐਨਲਾਈਟਮੈਂਟ ਹੋਵੇ। ਗੈਲ ਕੌਣ ਚਲਤ ਸੋ ਠਾਕ ਨਹੀਂ ਪਾਈਏ। ਤੇ ਕਿਹੜਾ ਉਹ ਰਸਤਾ ਹੈ। ਹੁਣ 6ਵਾਂ ਸਵਾਲ ਹੈ ਗੈਲ ਮੀਨਸ ਰਸਤਾ, ਕਿਹੜੇ ਰਸਤੇ ਜਾਂਦੇ ਆ ਕੋਈ ਰੋਕ ਨਹੀਂ ਪੈਂਦੀ, ਕੋਈ ਜਿਹੜਾ ਹਨ ਵਿਗਨ ਨਹੀਂ ਪੈਂਦੇ, ਆਬਸਟਰਕਸ਼ਨ ਨਹੀਂ ਆਉਂਦਾ। ਕੌਣ ਘਰ ਐਸੋ ਸੁਖ ਪਾਏ ਜਹਾਂ ਬੈਸੇ ਨਿਤ। ਕਹਿੰਦੇ ਕੌਣ ਉਹ ਘਰ ਹੈ ਜਿੱਥੇ ਹਮੇਸ਼ਾ ਵਾਸਤੇ ਆਪਾਂ ਸੁੱਖ ਦੇ ਨਾਲ ਰਹਿ ਸਕਦੇ ਹਾਂ, ਜਿੱਥੇ ਆਪਾਂ ਟਿਕ ਸਕਦੇ ਹਾਂ। ਵੈਰ ਵੀ ਕੈਨ ਬੀ ਪਰਮਨੈਂਟਲੀ ਜਿਹੜਾ ਹਨ ਰਿਸਾਈਟ। ਕਿਹੜਾ ਉਹ ਥਾਂ ਕੈਸਾ ਹੈ, ਉਹ ਥਾਂ ਕਿਹੜਾ ਹੈ। ਪਾਈ ਕੇ ਸਥਿਤ ਕੋ ਨਾ ਬਹੁਰ ਡੁਲਾਈਏ। ਮਹਾਰਾਜ ਪਾਈਏ ਕੋ ਸਥਿਰਤਾ, ਜਿੱਥੇ ਆਪਾਂ ਜਿਹੜੀ ਅਡੋਲਤਾ ਪਾਈਏ।
ਜਿੱਥੇ ਜਿਹੜਾ ਹੈ ਸਟੇਬਿਲਿਟੀ ਪਾਈਏ ਮਹਾਰਾਜ, ਜਿੱਥੇ ਆਪਾਂ ਬਿਲਕੁਲ ਸਟੇਬਲ ਹੋ ਜਾਈਏ ਤੇ ਮੁੜ ਕੇ ਫਿਰ ਡੋਲਣਾ ਨਾ ਪਵੇ। ਤੇ ਉਹ ਥਾਂ ਕੈਸਾ ਹੈ, ਕਿੱਥੇ ਹੈ, ਉਹ ਅਵਸਥਾ ਨੂੰ ਕਿਵੇਂ ਪਾਈਏ? ਦੰਭ ਕੋ ਨਿਕੰਦ ਗੁਰ ਕਿੰਕਰ ਮੁਕੰਦ। ਦੇਖੋ ਦੰਭ ਕੋ ਨਿਕੰਦ, ਦੰਭ ਪਖੰਡ ਨੂੰ ਕੱਟਣ ਵਾਲੇ, ਗੁਰੂ ਕਿੰਕਰ ਦਾਸਾਂ ਦੇ, ਉਹ ਗੁਰੂ ਜੋ ਦਾਸਾਂ ਦੇ ਸੇਵਕਾਂ ਦੇ ਮੁਕੰਦ ਮੁਕਤੀ ਦਾਤੇ ਹਨ। ਸੁਨ ਬੋਲੇ ਗੋਪੀ ਚੰਦ ਸੋ ਆਨੰਦ ਕੰਦ ਦਾਈਏ। ਸੁਣ ਬੋਲੇ ਮਹਾਰਾਜ ਨੇ ਇਹ ਗੋਪੀ ਚੰਦ ਤੋਂ ਸੁਣ ਕੇ ਆਨੰਦ ਕੰਦ, ਉਹ ਆਨੰਦ ਦੇ ਜਿਹੜੇ ਹਨ, ਆਨੰਦ ਨੂੰ ਦੇਣ ਵਾਲੇ, ਆਨੰਦ ਨੂੰ ਬਣਾਉਣ ਵਾਲੇ ਮਹਾਰਾਜ ਜੀ ਨੇ ਦਇਆ ਕੀਤੀ ਉਸ ਵੇਲੇ ਦਾਤੇ ਨੇ। ਸੁਰਤ ਨਾ ਖੋਵੇ ਧਿਆਨੀ ਗੁਰਮੁਖ ਗਿਆਨੀ ਹੋਵੇ। ਦੇਖੋ ਪਹਿਲਾ ਸਵਾਲ ਸੀਗਾ ਧਿਆਨੀ ਕੌਣ ਹੈ? ਮਹਾਰਾਜ ਦਾ ਜਵਾਬ ਸੀ ਸੁਰਤ ਨਾ ਖੋਵੇ ਧਿਆਨੀ। ਜਿਹਦੀ ਸੁਰਤੀ, ਜਿਹਦੀ ਕਨਸੈਂਟਰੇਸ਼ਨ, ਜਿਹਦੀ ਫੋਕਸ ਕਿਤੇ ਨਹੀਂ ਟੁੱਟਦੀ, ਉਹ ਧਿਆਨੀ ਹੈ। ਦੂਜੇ ਸਵਾਲ ਦਾ ਜਵਾਬ ਇਹ ਹੈ ਗੁਰਮੁਖ। ਗੁਰਮੁਖ ਗਿਆਨੀ ਹੋਵੇ। ਕਹਿਣਗੇ ਗੁਰਮੁਖ ਹੀ ਗਿਆਨੀ ਹੋ ਸਕਦਾ ਹੈ, ਜਿਹੜਾ ਗੁਰੂ ਦੇ ਮੁਖ ਦਾ ਉਪਦੇਸ਼ ਸੁਣ ਕੇ ਉਸ ਨੂੰ ਕਮਾਉਂਦਾ ਹੈ, ਉਹ ਗਿਆਨੀ ਹੈ। ਨਿਰਮਲ ਸੋਈ ਗੁਰਬਾਣੀ ਹੇਤ ਲਾਵਈ। ਯਾਨੀ ਨਿਰਮਲ, ਹੁਣ ਨਿਰਮਲ ਕੌਣ ਹੈ? ਨਿਰਮਲ ਦਾ ਮਤਲਬ ਹੈ ਪਿਓ। ਤੀਜਾ ਸਵਾਲ ਸੀਗਾ ਵੀ ਇਹ ਨਿਰਮਲ ਕੌਣ ਹੈ? ਮਹਾਰਾਜ ਕਹਿੰਦੇ ਹੁਣ ਇੱਥੇ ਜਿਹੜਾ ਸੀਕੁਐਂਸ ਹੈ ਉੱਤੇ ਚੌਥਾ ਸਵਾਲ ਸੀਗਾ ਨਿਰਮਲ ਕੌਣ ਹੈ। ਸੋ ਇਹ ਚੌਥੇ ਸਵਾਲ ਦਾ ਜਵਾਬ ਪਹਿਲਾਂ ਦਿੰਦੇ ਹਨ, ਨਿਰਮਲ ਸੋਈ ਗੁਰਬਾਣੀ ਹਿਤ ਲਾਵੀ। ਨਿਰਮਲ ਉਹ ਹੈ ਜੋ ਗੁਰਬਾਣੀ ਵਿੱਚ ਆਪਣਾ ਹਿੱਤ, ਆਪਣਾ ਪਿਆਰ ਲਾਉਂਦਾ ਹੈ, ਜੋ ਪਿਆਰ ਨਾਲ ਗੁਰੂ ਦੀ ਬਾਣੀ ਨੂੰ ਸੁਣਦਾ ਹੈ ਤੇ ਗੁਰਬਾਣੀ ਨੂੰ ਆਪਣੀ ਕਲਿਆਣ ਦਾ ਇੱਕ ਵਸੀਲਾ ਬਣਾਉਂਦਾ ਹੈ। ਉਹਨੂੰ ਪਤਾ ਹੈ ਵੀ ਗੁਰਬਾਣੀ ਸੁਣ ਕੇ ਹੀ ਮੈਨੂੰ ਸੁੱਖ ਮਿਲਣਾ ਹੈ ਤੇ ਮੈਨੂੰ ਮੁਕਤੀ ਮਿਲਣੀ ਹੈ। 68 ਤੀਰਥ ਸਨਾਨੀ ਤੁਮ ਜਾਨੋ ਸੋ। ਦੇਖੋ ਹੁਣ ਤੀਜੇ ਸਵਾਲ ਦਾ ਜਵਾਬ ਹੁਣ ਆਉਂਦਾ ਹੈ, ਜਿਹੜਾ ਇਸ਼ਨਾਨੀ ਕੌਣ ਹੈ? ਮਹਾਰਾਜ ਕਹਿੰਦੇ 68 ਤੀਰਥ ਇਸ਼ਨਾਨੀ ਤੁਮ ਜਾਨੋ ਸੋਈ। ਕਹਿੰਦੇ ਜੋ 68 ਉਹ ਮਤ, ਉਹਨਾਂ ਦੀ ਮਤ ਅਨੁਸਾਰ 68 ਤੀਰਥਾਂ ਤੇ ਜਿਹੜਾ ਇਸ਼ਨਾਨ ਕਰਦਾ ਉਹਨੂੰ ਇਸ਼ਨਾਨੀ ਕਹਿੰਦੇ ਹਨ। ਕਹਿੰਦੇ ਸ਼ਰਧਾ ਸਮੇਤ ਗੁਰ ਦਰਸ਼ਨ ਪਾਵਈ। ਪਰ ਕਹਿੰਦਾ ਜੇ ਅਗਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਮਤ ਅਨੁਸਾਰ ਤਾਂ ਇਹ ਗੱਲ ਹੈ, ਜਿਹੜਾ ਸ਼ਰਧਾ ਦੇ ਨਾਲ ਗੁਰੂ ਦੇ ਦਰਸ਼ਨ ਕਰਦਾ ਹੈ ਉਹਨੂੰ ਸਾਰੇ ਇਸ਼ਨਾਨ ਦਾ ਫਲ ਮਿਲਦਾ ਹੈ। ਤੇ ਕਹਿੰਦੇ ਉਹ ਇਸ਼ਨਾਨੀ ਹੈ, ਅਸਲ ਇਸ਼ਨਾਨੀ ਉਹ ਹੈ ਜਿਹਨੇ ਗੁਰੂ ਦੇ ਦਰਸ਼ਨ ਕੀਤੇ ਹਨ। ਸੀਧੋ ਜੋ ਕਮਲ ਹੋ ਤੇ ਜਾਗੇ ਤਬ ਦੀਪ ਜੋਤ। ਦੇਖੋ ਹੁਣ ਉਹ ਕਹਿੰਦਾ ਸੀ ਵੀ ਅੰਦਰੋਂ ਜਿਹੜਾ ਹੈ, ਇਹ ਜਿਹੜਾ ਹੈ ਇਲੂਮੀਨੇਸ਼ਨ ਕਿਵੇਂ ਹੋਵੇ, ਅੰਦਰੋਂ ਉਹ ਗਿਆਨ ਦਾ ਦੀਵਾ ਕਿਵੇਂ ਬਲੇ। ਮਹਾਰਾਜ ਦਾ ਆਨਸਰ ਹੈ ਸਿੱਧੋ ਜੋ ਕਮਲ। ਹੁਣ ਦੇਖੋ ਆਪਣੇ ਅੰਦਰ ਜਿਹੜਾ ਇੱਕ ਕਵਲ ਮੰਨਿਆ ਹੈ, ਉਹ ਕਵਲ ਜਿਹੜਾ ਪੁੱਠਾ ਹੈ। ਸੋ ਉਹ ਉਰਦ ਜਿਹੜਾ ਹੈ, ਉਹ ਕਵਲ ਜਿਹੜਾ ਉਹ ਪੁੱਠਾ ਹੈ। ਜਿੱਦਨ ਉਹਨੇ ਸਿੱਧਾ ਹੋਣਾ ਹੈ ਗੁਰੂ ਦੀ ਕਿਰਪਾ ਦੇ ਨਾਲ, ਤਾਂ ਅੰਮ੍ਰਿਤ ਜਿਹੜਾ ਉੱਤੇ ਪਏਗਾ ਉਹ ਸੰਭੇਗਾ। ਨਹੀਂ ਤਾਂ ਜੇ ਪੁੱਠਾ ਹੋਵੇਗਾ, ਉਹ ਅੰਮ੍ਰਿਤ ਜਿਹੜਾ ਪੈ ਰਿਹਾ ਉਹ ਰੁੜੀ ਜਾਂਦਾ ਹੈ, ਉਹ ਪਾਸੇ ਪਾਸੇ ਨੂੰ ਚਲਿਆ ਜਾਵੇਗਾ, ਪਰ ਉੱਤੇ ਕੋਈ ਚੀਜ਼ ਸਮਾਵੇਗੀ ਨਹੀਂ। ਇਸ ਕਰਕੇ ਕਈ ਵਾਰ ਆਪਾਂ ਗਿਆਨ ਬਹੁਤ ਸੁਣਦੇ ਹਾਂ, ਪਰ ਉਹ ਗਿਆਨ ਅੰਦਰ ਟਿਕਦਾ ਕਿਉਂ ਨਹੀਂ? ਕਹਿੰਦੇ ਕਿਉਂਕਿ ਉਹ ਕਵਲ ਪੁੱਠਾ ਹੈ। ਸੋ ਜਦੋਂ ਉਹ ਜਿਹੜਾ ਗਿਆਨ ਜਿਹੜਾ ਹੈ ਕਵਲ ਸਿੱਧਾ ਹੋਵੇਗਾ ਗੁਰੂ ਦੀ ਕਿਰਪਾ ਸਦਕਾ, ਤਾਂ ਫਿਰ ਉਸ ਦੇ ਨਾਲ ਕੀ ਹੋਵੇਗਾ? ਸਿੱਧੋ ਕਮਲ ਹੋਤ ਜਾਗੇ। ਕਹਿਣਗੇ ਫਿਰ ਜਾਗਰਤਾ ਅਵਸਥਾ, ਜਿਹੜੀ ਅਵਸਥਾ ਨੂੰ ਆਪਾਂ ਆਪਣੇ ਜਿਉਂਦਿਆਂ ਜੀ ਆਪਾਂ ਅਨਕੌਂਸ਼ੀਅਸ ਕਹਿੰਦੇ ਹਾਂ, ਉਹ ਸਪਿਰਿਚੁਅਲ ਦੀ ਕੌਂਸ਼ੀਅਸ ਅਵਸਥਾ ਹੈ। ਬਿਕਾਜ਼ ਦ ਸਾਈਕਲ ਗੋਜ਼। ਹੁਣ ਆਪਾਂ ਜਿਹੜਾ ਹਨ, ਜਦੋਂ ਆਪਾਂ ਜਾਗਦੇ ਆਪਾਂ ਕਹਿੰਦੇ ਮੈਂ ਕੌਂਸ਼ੀਅਸ ਹਾਂ, ਜਦੋਂ ਸੁਪਨੇ 'ਚ ਜਾਂਦੇ ਸਬ ਕੌਂਸ਼ੀਅਸ ਹੈ, ਜਦੋਂ ਆਪਾਂ ਬਿਲਕੁਲ ਹੀ ਆਪਣੇ ਜਿਹੜਾ ਹਨ ਸਰੀਰ ਨੂੰ ਭੁੱਲ ਜਾਂਦੇ ਹਾਂ ਉਹਨੂੰ ਆਪਾਂ ਅਨਕੌਂਸ਼ੀਅਸ ਕਹਿੰਦੇ ਹਾਂ। ਪਰ ਸਪਿਰਿਚੁਅਲ ਦੇ ਵਿੱਚ ਉਹ ਅਵਸਥਾ ਜਿੱਥੇ ਆਪਾਂ ਸਰੀਰ ਭੁੱਲ ਜਾਂਦੇ ਹਾਂ, ਜਿੱਥੇ ਆਪਾਂ ਨੂੰ ਆਤਮਾ ਦਾ ਅਹਿਸਾਸ ਹੁੰਦਾ, ਉਹ ਕੌਂਸ਼ੀਅਸ ਅਵਸਥਾ ਹੈ। ਤੇ ਉਹ ਅਵਸਥਾ ਜਿਹੜੀ ਹੁਣ ਆਪਾਂ ਕੌਂਸ਼ੀਅਸ ਕਹਿੰਦੇ, ਇਹ ਅਨਕੌਂਸ਼ੀਅਸ ਅਵਸਥਾ ਹੈ, ਕਿਉਂਕਿ ਆਪਾਂ ਅਨਕੌਂਸ਼ੀਅਸ ਹਾਂ ਉਹ ਆਤਮਾ ਦੇ ਐਗਜ਼ਿਸਟੈਂਸ ਤੋਂ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਾਗੇ ਤਬ ਦੀਪ ਜੋਤ, ਤਾਂ ਫਿਰ ਅੰਦਰੋਂ ਗਿਆਨ ਦਾ ਦੀਵਾ ਜਗਦਾ ਹੈ। ਭਾਵੀ ਮਨ ਮਾਨੈ ਗੈਲ ਠਾਕ ਬਿਨ ਜਾਵਈ। ਦੇਖੋ ਕਹਿੰਦੇ ਉਹ ਰਸਤਾ ਕਿਹੜਾ ਜਿੱਥੇ ਕੋਈ obstruction ਨਾ ਹੋਵੇ, ਜਿੱਥੇ ਕੋਈ ਰੁਕਾਵਟ ਨਾ ਹੋਵੇ। ਮਾਰ ਕਹਿੰਦੇ ਭਾਵੀ ਮਨ ਮਾਨੇ, ਕਹਿੰਦੇ ਉਹ ਰਸਤਾ ਉਹ ਹੈ ਜਿਹੜਾ ਕਿ ਭਾਵੀ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ, ਜਿਹਦੇ ਕਰਕੇ ਮਨ ਨੇ ਭਾਣੇ ਨੂੰ ਮੰਨ ਲਿਆ। ਕਹਿੰਦੇ ਉਹ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਉਹ ਰਸਤੇ ਦੇ ਵਿੱਚ ਕੋਈ obstruction ਨਹੀਂ ਪਾਉਂਦਾ, ਉਹ ਰਸਤਾ ਸਿੱਧਾ ਹੀ ਹੈ। ਤ੍ਰਿਕੁਟੀ ਕੋ ਭੇਦ ਸੁਖ ਪਾਵਤ ਅਛੇਦ। ਹਾਂ ਦੇਖੋ ਹੁਣ ਅਗਲਾ ਜਿਹੜਾ 7ਵਾਂ ਸਵਾਲ ਸੀਗਾ, ਕੌਣ ਕਰ ਐਸੋ ਸੁਖ ਪਾਏ ਜਹਾਂ ਬੈਸੇ ਨਿਤ। ਕਹਿੰਦੇ ਉਹ ਘਰ ਕਿੱਥੇ ਹੈ ਜਿੱਥੇ ਆਪਾਂ ਸੁੱਖ ਨਾਲ ਪਰਮਨੈਂਟਲੀ ਬਹਿ ਸਕਦੇ ਹਾਂ। ਗੁਰੂ ਪਾਤਸ਼ਾਹ ਜੀ ਉਹਦਾ ਆਨਸਰ ਦਿੰਦੇ ਆ ਤ੍ਰਿਕੁਟੀ ਕੋ ਭੇਦ। ਕਹਿੰਦੇ ਆਪਣੀ ਤ੍ਰਿਕੁਟੀ ਜਿਹੜੀ ਹੈ ਉਹ ਜਿਹੜਾ ਈੜਾ ਪਿੰਗਲਾ ਤੇ ਸੁਖਮਣਾ, ਇਹ ਇੱਕ ਚੰਦਰਮਾ ਦੀ ਨਾੜੀ ਹੈ, ਇੱਕ ਸੂਰਜ ਦੀ ਨਾੜੀ ਹੈ। ਇਹ ਤੋਂ ਦੋ ਜਿਹੜੀਆਂ ਨਾੜੀਆਂ ਤੋਂ ਇਹ ਇਕੱਠੀ ਹੁੰਦੀ ਹੈ ਆਪਣੀ ਆਈਬਰੋ ਦੇ ਵਿਚਾਲੇ।
ਸੋ ਆਈਬ੍ਰੋ ਦੇ ਵਿਚਾਲੇ ਤੋਂ ਇਹ ਸੈਂਟਰ ਨੂੰ ਜਾਂਦੀ ਹੈ ਜੋ ਕਿ ਸੁਖਮਨਾ ਨਾੜੀ ਹੈ। ਮਹਾਰਾਜ ਕਹਿੰਦੇ ਤਿਰਕੁੱਟੀ ਕੋ ਭੇਦ, ਇਹ ਤਿਰਕੁੱਟੀ ਨੂੰ ਭੇਦ ਕਰਕੇ ਉੱਤੇ ਇੱਕ ਮਾਸਦਾਰ ਜਿਹੜਾ ਬੋਟੀ ਲੱਗੀ ਹੋਈ ਹੈ ਤੇ ਕਹਿੰਦੇ ਸੁਖ ਪਾਵਤ ਅਸ਼ੇਦ, ਉਹਨੂੰ ਅਸ਼ੇਦ ਕਰਕੇ ਫਿਰ ਜਿਹੜਾ ਆਪਣੇ ਸਵਾਸ ਜਿਹੜੇ ਹਨ ਉਹਨਾਂ ਨੇ ਦਸਮ ਦੁਆਰ ਨੂੰ ਚੜਾ ਲੈਣੇ। ਕਹਿੰਦੇ ਉਹ ਪਰਮਨੈਂਟ ਥਾਂ ਹੈ ਜਿੱਥੇ ਕੋਈ ਛੇੜਦਾ ਨਹੀਂ, ਬੰਦਾ ਜਿਹੜਾ ਬੈਲੈਂਸ ਨਾਲ ਸਟੇਬਲ ਨਾਲ ਉੱਥੇ ਬੈਠਾ ਰਹਿੰਦਾ ਹੈ, ਭਾਵੇਂ ਸਾਲ ਬੈਠੇ ਭਾਵੇਂ 1000 ਸਾਲ ਬਹਿ ਜਾਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਨਿਤ ਹੋਏ ਹੈ ਸਥਿਤ ਨਹੀਂ ਬਹੁਰ ਡੁਲਾਵਈ। ਦੇਖੋ ਨਿਤ ਹੋਏ ਸਥਿਤ ਨਹੀਂ ਬਹੁਰ ਡੁਲਾਵਈ, ਕਹਿੰਦੇ ਉਹ ਥਾਂ ਕੈਸਾ ਹੈ ਜਿੱਥੇ ਸਥਿਰਤਾ ਪਾਈ ਜਾਂਦੀ ਹੈ, ਜਿੱਥੇ ਸਟੇਬਿਲਿਟੀ ਪਾਈ ਜਾਂਦੀ, ਜਿੱਥੇ ਬੰਦਾ ਡੋਲਦਾ ਨਹੀਂਗਾ। ਬੰਦਾ ਇਹ ਨਹੀਂ ਕਹਿੰਦਾ ਇਜ਼ ਦੈਟ ਗੋਡ অর ਨਾਟ, ਇੱਕ ਦਿਨ ਕਹੂਗਾ ਯੈਸ ਗੋਡ ਇਜ਼ ਦੈਟ, ਤੀਜੇ ਇੱਕ ਦਿਨ ਕਹਿ ਦੂਗਾ ਡੂ ਯੂ ਰੀਅਲੀ ਥਿੰਕ ਗੋਡ ਇਜ਼ ਦੈਟ, ਹੈ ਨਾ। ਸੋ ਉਹ ਜਿਹੜਾ ਅਨਬੈਲੈਂਸ ਵਾਲਾ ਅਨਸਟੇਬਿਲਿਟੀ ਹੁੰਦੀ ਆਪਣੇ ਮਨ ਦੇ ਵਿੱਚ। ਤੇ ਮਹਾਰਾਜ ਕਹਿੰਦੇ ਨਿਤ ਹੋਏ ਹੈ ਸਥਿਤ ਨਹੀਂ ਬਹੁਤ ਡੁਲਾਵੇ। ਜਦੋਂ ਅੰਦਰ ਦਾ ਨਜ਼ਾਰਾ ਬੰਦਾ ਦੇਖ ਲੈਂਦਾ ਹੈ, ਜਦੋਂ ਅੰਦਰ ਦੀ ਆਤਮਾ ਨੂੰ ਉਹ ਜਿਹੜਾ ਹੈ ਉਹਦਾ ਗਿਆਨ ਉਹ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਾਰੀ ਕਾਇਨਾਤ ਦਾ ਜਿਹੜਾ ਕ੍ਰੀਏਟਰ ਮੇਰੇ ਅੰਦਰ ਹੈ। ਸੋ ਵਾਈ ਸ਼ੁਡ ਆਈ ਬੀ ਅਫਰੇਡ, ਮੈਂ ਕਿਹਦੇ ਤੋਂ ਡਰਾਂ, ਮੈਨੂੰ ਕਾਹਦਾ ਫਿਅਰ ਹੋਵੇ। ਮੈਂ ਜੇ ਡਰਨਾ ਹਾਂ ਤਾਂ ਸਿਰਫ ਉਹ ਪ੍ਰਮਾਤਮਾ ਤੋਂ ਡਰਨਾ, ਉਹ ਗੁਰੂ ਤੋਂ ਡਰਨਾ ਹੈ, ਹੋਰ ਕਿਸੇ ਤੋਂ ਮੈਂ ਕੀ ਡਰਨਾ ਹੈ। ਉਹ ਸਾਰੇ ਸੰਸਾਰ ਦਾ ਮਾਲਕ ਮੇਰੇ ਅੰਦਰ ਹੈ। ਕਹਿੰਦੇ ਇਸ ਕਰਕੇ ਨਿਤ ਹੋਏ ਸਥਿਤ ਨਹੀਂ ਬਹੁਰ ਡੁਲਾਵੀ, ਨਹੀਂ ਡੋਲਦਾ ਮੁੜ ਕੇ। ਗੋਪੀ ਚੰਦ ਹੱਥ ਬੰਦ ਬੋਲਿਓ ਸੁਖ ਕੰਧ ਸੰਗ। ਹੱਥ ਬੰਨ ਲੈ ਭਾਈ ਗੋਪੀ ਚੰਦ ਨੇ, ਹੱਥ ਬੰਨ ਕੇ ਮਹਾਰਾਜ ਦਾ ਉਪਦੇਸ਼ ਸੁਣ ਕੇ ਸੁਖ ਕੰਧ, ਸੁੱਖਾਂ ਦਾ ਜੋ ਕੰਧ ਹੈ, ਸੁੱਖਾਂ ਦਾ ਮੂਲ ਹੈ ਗੁਰੂ ਨਾਨਕ ਸਾਹਿਬ। ਚਲੋ ਮਹਾਰਾਜ ਨੂੰ ਹੁਣ ਕਹਿੰਦਾ ਗੋਪੀ ਚੰਦ ਕੀ ਬੇਨਤੀ ਕੀਤੀ, ਚਲੋ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ। ਮਹਾਰਾਜ ਚਲੋ ਸਾਡੇ ਨਾਲ ਆਜੋ, ਸਿੱਧ ਮੰਡਲੀ ਨੂੰ ਜਾਓ, ਮੈਂ ਤੁਹਾਨੂੰ ਲੈ ਕੇ ਜਾਣਾ ਹੈ। ਮਹਾਰਾਜ ਸਿੱਧ ਮੰਡਲੀ ਨੂੰ ਜਾ ਕੇ ਮਿਲੋ। ਪਹਿਲੇ ਸਿੱਧ ਨੇ ਇਹ ਗੱਲ ਕਹੀ ਆ ਗੁਰੂ ਨਾਨਕ ਸਾਹਿਬ ਨੂੰ ਜੀ ਚਲੋ ਮੈਂ ਤੁਹਾਡੇ ਨਾਲ ਚੱਲਦਾ ਹਾਂ, ਮੇਰੇ ਨਾਲ ਚਲੋ, ਹੁਣੇ ਚਲੋ ਸਿੱਧ ਮੰਡਲੀ ਨੂੰ। ਹੋਣਗੇ ਆਨੰਦ ਤੇਰੇ ਪਦ ਅਰ ਬਿੰਦ ਪਿਖ। ਦੇਖੋ ਮਹਾਰਾਜ ਤੁਹਾਡੇ ਦਰਸ਼ਨ, ਤੁਸੀਂ ਆਪਣੇ ਦਰਸ਼ਨ ਦੇ ਦਿਓ ਜਾ ਕੇ ਸਿੱਧਾਂ ਨੂੰ। ਦੂਜਾ ਮਹਾਰਾਜ ਹੋਏਗੇ ਆਨੰਦ, ਮੈਨੂੰ ਇਹ ਗੱਲ ਦਾ ਵਿਸ਼ਵਾਸ ਹੈ ਸਾਰੇ ਹੀ ਸਿੱਧ ਜਿਹੜੇ ਆਨੰਦ ਵਿੱਚ ਹੋਣਗੇ ਤੁਹਾਡੇ ਦਰਸ਼ਨ ਕਰਕੇ, ਤੇ ਤੁਹਾਡੇ ਚਰਨਾਂ ਤੇ ਮੱਥਾ ਟੇਕਣਗੇ ਜੋ ਕਵਲ ਵਰਗੇ ਜਿਹੜੇ ਹਨ ਚਰਨ ਹਨ ਆਪ ਜੀ ਦੇ। ਦੁੱਖ ਕੇ ਨਿਕੰਦ ਬੈਨ ਸੁਣੀਏ ਕਹੀਜੀਏ। ਹਾਂ ਦੁੱਖ ਕੇ ਨਿਕੰਦ, ਹੈ ਦੁੱਖਾਂ ਨੂੰ ਕੱਟਣ ਵਾਲੇ, ਹੰਕਾਰ ਨੂੰ ਕੱਟਣ ਵਾਲੇ, ਕਲੇਸ਼ਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ ਬੈਨ ਸੁਣੀਏ ਕਹੀਏ। ਤੇ ਉੱਥੇ ਜਾ ਕੇ ਕੁਝ ਕੁ ਤੁਸੀਂ ਕਹੋ, ਕੁਝ ਕੁ ਤੁਸੀਂ ਸੁਣੋ। ਮਹਾਰਾਜ ਕਿਰਪਾ ਕਰਕੇ ਡਿਸਕਸ਼ਨ ਜਾਂ ਜਿਹੜਾ ਐਸਾ ਜਿਹੜਾ ਹੈ ਵਿਚਾਰ ਹੋਵੇਗੀ। ਗੁਰੂ ਕਹਿਓ ਮੰਦ ਮੰਦ ਆਵੇ ਹਮ ਪੰਦ ਮਾਹੇ। ਮਹਾਰਾਜ ਕਹਿੰਦੇ ਕੋਈ ਨਹੀਂ ਗੋਪੀ ਚੰਦ ਤੂੰ ਜਾ, ਅਸੀਂ ਹੌਲੀ ਹੌਲੀ ਆਵਾਂਗੇ ਰਸਤਾ ਕੱਟ ਕੇ। ਚਲੋ ਗੋਪੀ ਚੰਦ ਸੁਧ ਸਿੱਧਨ ਭਣੀਜੀਏ। ਚਲੋ ਗੋਪੀ ਕਹਿੰਦੇ ਗੋਪੀ ਚੰਦ ਤੂੰ ਪਹਿਲਾਂ ਜਾ ਕੇ ਖਬਰ ਦੇ ਦੇ, ਸਿੱਧਾਂ ਨੂੰ ਦੱਸ ਦੇ ਅਸੀਂ ਆ ਰਹੇ ਹਾਂ। ਕਰ ਪਦ ਬੰਦਨ ਕੋ ਗਇਓ ਗਿਰ ਕੰਚਨ ਪੈ। ਗੋਪੀ ਚੰਦ ਨੇ ਮੱਥਾ ਟੇਕਿਆ ਗੁਰੂ ਸਾਹਿਬ ਦੇ ਚਰਨਾਂ ਤੇ, ਮੱਥਾ ਟੇਕ ਕੇ ਤੇ ਉਹ ਚਲਿਆ ਗਿਆ ਜੀ ਆਪਣੇ ਉੱਥੇ ਜਿੱਥੇ ਸਿੱਧ ਮੰਡਲੀ ਬੈਠੀ ਸੀ। ਗੋਰਖ ਜੀ ਨਾਨਕ ਕੀ ਸੁਧ ਮੋਤੇ ਲੀਜੀਏ। ਤੇ ਜਾ ਕੇ ਗੋਪੀ ਚੰਦ ਨੇ ਗੋਰਖਨਾਥ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਸੁੱਧ ਖਬਰ ਤੂੰ ਮੇਤੋਂ ਲੈ ਹੁਣ। ਸਵਈਆ ਪੁਨ ਜੋਗ ਹੀ ਜਾਣੋ ਤਾਹੇ ਕੋ। ਕਹਿਣਗੇ ਪੂਜਨ ਯੋਗ, ਕਹਿੰਦੇ ਗੋਰਖਨਾਥ ਗੁਰੂ ਨਾਨਕ ਤਾਂ ਪੂਜਨ ਯੋਗ ਹੈ, ਉਹਦੀ ਤਾਂ ਪੂਜਾ ਕਰਨੀ ਚਾਹੀਦੀ ਹੈ ਆਪਾਂ ਨੂੰ। ਜਾਣੋ ਤਾਹੇ ਕੋ, ਕਹਿੰਦੇ ਕਿ ਪੂਜਨ ਯੋਗ ਜਾਣੋ, ਉਹਨੂੰ ਤਾਂ ਪੂਜਣਾ ਚਾਹੀਦਾ ਆਪਾਂ ਨੂੰ। ਆਵਤ ਆਪ ਹੀ ਜਾਤ ਨਾ ਆਨਾ। ਕਹਿਣ ਲੱਗੇ ਆਵਤ ਆਪ ਹੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪ ਹੀ ਆਉਣਗੇ, ਕਹਿੰਦੇ ਜਾਤ ਨਾ ਆਨਾ, ਉਹਨਾਂ ਨੇ ਹੋਰ ਕਿਤੇ ਨਹੀਂ ਜਾਣਾ, ਉਹਨਾਂ ਨੇ ਇੱਥੇ ਹੀ ਆਉਣਾ ਹੈ। ਆਉਣਗੇ ਇੱਥੇ ਪਰ ਆਪਣੀ ਮਰਜ਼ੀ ਨਾਲ ਆਉਣਗੇ। ਹੈ ਕਲ ਕਾਲ ਭਿਆਨ ਮਹਾ। ਕਹਿਣ ਲੱਗੇ ਦੇਖੋ ਜਿਹੜਾ ਹੈ ਗੋਰਖਨਾਥ, ਇਹ ਸਾਰਾ ਸੰਸਾਰ ਕਿੰਨਾ ਭਿਆਨ ਹਨੇਰਾ ਛਾਇਆ ਪਿਆ ਹੈ ਜੋ ਅਗਿਆਨਤਾ ਦਾ। ਨਰ ਤਾਰਨ ਕੋ ਅਵਤਾਰ ਪਛਾਨਾ। ਦੇਖੋ ਨਰ ਤਾਰਨ ਕੋ, ਸੰਸਾਰ ਨੂੰ ਤਾਰਨ ਵਾਸਤੇ ਜਿੰਨੇ ਜੀਵ ਹਨ ਉਹਨਾਂ ਨੂੰ ਤਾਰਨ ਵਾਸਤੇ ਪਰਮੇਸ਼ਰ ਨੇ ਅਵਤਾਰ ਧਾਰਿਆ। ਕਹਿੰਦਾ ਇਹ ਮੈਂ ਪਹਿਚਾਨਣਾ ਕੀਤਾ, ਮੈਂ ਇਹ ਜਿਹੜਾ ਰੀਅਲਾਈਜ਼ ਕੀਤਾ ਵੀ ਉਹ ਤਾਂ ਸਾਰੇ ਜਗਤ ਨੂੰ ਤਾਰਨ ਵਾਸਤੇ ਆਏ ਹਨ। ਗੋਰਖ ਬੈਨ ਭਨੈ ਸੁਣ ਕੇ। ਗੋਰਖਨਾਥ ਇਹ ਗੋਪੀ ਚੰਦ ਦੇ ਬਚਨ ਸੁਣ ਕੇ ਤੇ ਜਾਣਤ ਹੋ ਨਹਿ ਮੋਹਿ ਅਜਾਨਾ। ਹਾਂ ਤੇ ਕਹਿਣ ਲੱਗੇ ਉਸ ਵੇਲੇ ਇਹ ਬੋਲਿਆ ਤੇ ਜਾਣਤ ਹੋ ਨਹਿ ਮੋਹਿ ਅਜਾਨਾ। ਗੋਰਖਨਾਥ ਕਹਿੰਦਾ ਗੋਪੀ ਚੰਦ ਨੂੰ, ਗੋਪੀ ਚੰਦ ਮੈਂ ਜਾਣਦਾ ਹਾਂ। ਕਹਿੰਦਾ ਤੂੰ ਕੀ ਸਮਝਦਾ ਮੈਂ ਨਹੀਂ ਜਾਣਦਾ ਵੀ ਉਹ ਪਰਮੇਸ਼ਰ ਆਪ ਆਇਆ ਗੁਰੂ ਨਾਨਕ ਬਣ ਕੇ, ਮੈਂ ਜਾਣਦਾ ਹਾਂ। ਪਰ ਕਹਿੰਦਾ ਦੇਖੋ ਗੋਰਖਨਾਥ ਨਾ ਜਿਵੇਂ ਕਹਿੰਦੇ ਕੋਈ ਸੀਜ਼ਨ ਬੰਦਾ ਹੋਵੇ ਨਾ, ਕਹਿੰਦਾ ਉਹ ਕਹਿੰਦਾ ਮੈਂ ਵੀ ਪਰਮਾਤਮਾ ਨੂੰ ਦੇਖਣਾ ਚਾਹੁੰਦਾ ਨਾ ਵੀ ਪਰਮਾਤਮਾ ਦਾ ਕੈਰੈਕਟਰ ਕਿਹੋ ਜਿਹਾ ਹੁੰਦਾ ਹੈ, ਮੈਂ ਵੀ ਪਰਮਾਤਮਾ ਨਾਲ ਇੱਕ ਗੇਮ ਖੇਡਣਾ ਚਾਹੁੰਦਾ ਨਾ। ਕਹਿੰਦਾ ਦੂਸਰੀ ਗੱਲ ਆ ਕੀ ਉਹ ਅੱਗੇ ਦੱਸਣਗੇ। ਸਿੱਧਨ ਮੈਂ ਵੱਡ ਮਾਨ ਹੁਤੋ। ਕਹਿਣ ਲੱਗੇ ਮੇਰੇ ਸਿੱਧਾਂ ਵਿੱਚ ਇੱਕ ਮਾਨ ਹੈ। ਗੋਰਖਨਾਥ ਕਹਿੰਦਾ ਮੈਂ ਨਹੀਂ ਦੂਰ ਕਰ ਸਕਦਾ,
ਮੇਰੇ 'ਚ ਉਹ ਸ਼ਕਤੀ ਨਹੀਂ ਕਿ ਮੈਂ ਆਪਣੇ ਚੇਲਿਆਂ ਵਿੱਚ ਹੰਕਾਰ ਜਿਹੜਾ ਪਿਆ ਹੋਇਆ ਮੈਂ ਇਹਨੂੰ ਦੂਰ ਕਰ ਸਕਾਂ। ਜਿਵੇਂ ਕਹਿੰਦੇ ਆ ਨਾ, ਬੱਚੇ ਨੂੰ ਤੁਸੀਂ ਤਲਵਾਰ ਫੜਾਤੀ, ਉਹ ਬੱਚਾ ਜਿਹੜਾ ਹੈ ਜਾ ਕੇ ਤਲਵਾਰ ਨਾਲ ਨੁਕਸਾਨ ਕਰੀ ਜਾਵੇ, ਫਿਰ ਤੁਸੀਂ ਹਟਾਓ, ਬੱਚਾ ਕਹੂਗਾ ਤੂੰ ਹੀ ਤਾਂ ਮੈਨੂੰ ਫੜਾਈ ਸੀਗੀ, ਹੁਣ ਤੂੰ ਮੇਰੇ ਹੱਥੋਂ ਕਿਉਂ ਲੰਦਾ ਹਾਂ, ਉੱਥੇ ਝਗੜਾ ਪਏਗਾ ਨਾ। ਤੇ ਕਹਿੰਦੇ ਹੁਣ ਮੈਂ ਤਾਂ ਇਹਨਾਂ ਨੂੰ ਗਿਆਨ ਦੇਤਾ ਲਾਲਚ ਕਰਕੇ, ਮੈਂ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਦੇਤੀਆਂ, ਹੁਣ ਇਹਨਾਂ ਦੇ ਵਿੱਚ ਮਾਣ ਚਲਿਆ ਗਿਆ, ਉਹ ਮਾਣ ਨਹੀਂ ਮੇਰੇ ਤੋਂ ਕੱਢਿਆ ਜਾਂਦਾ। ਤਾਂ ਇਹਨਾਂ ਨਾ ਗੁਰੂ ਪੂਰਾ ਗੁਰੂ ਹੀ ਆਪਣੇ ਵਿੱਚੋਂ ਹੰਕਾਰ ਕੱਢ ਸਕਦਾ ਹੈ। ਅਹੰਕਾਰ ਜਿਹੜੀ ਚੀਜ਼ ਹੈ ਬਹੁਤ ਵੱਡੀ ਬਿਮਾਰੀ ਹੈ। ਇਹ ਤਾਂ ਜਨਮਾਂ ਤੱਕ ਨਾਲ ਜਾਂਦੀ ਹੈ, ਤੇ ਗੁਰੂ ਕੱਲਾ ਹੀ ਹੈ ਜਿਹੜਾ ਇਹ ਬਿਮਾਰੀ ਦਾ ਸੋਲੂਸ਼ਨ ਦੇ ਸਕਦਾ ਹੈ। ਜੋ ਇਹ ਬਿਮਾਰੀ ਦਾ ਕਿਉਂ ਕਰਦਾ ਹੈ, ਇੱਕ ਗੁਰੂ ਹੀ ਹੈ। ਤਾਂ ਹੀ ਗੁਰੂ ਧਾਰਨਾ ਬਹੁਤ ਇੰਪੋਰਟੈਂਟ ਹੈ। ਗੋਰਖਨਾਥ ਨੂੰ ਵੀ ਲੋੜ ਪਈ ਗੁਰੂ ਦੀ, ਗੋਰਖਨਾਥ ਨੂੰ ਵੀ ਪਈ ਗੁਰੂ ਨਾਨਕ ਦੀ ਲੋੜ ਆਪਣੇ ਚੇਲਿਆਂ ਵਿੱਚੋਂ ਹੰਕਾਰ ਕੱਢਣ ਦੀ। ਦੇਖੋ ਅੱਜ ਆਪਾਂ ਸਵਾਲ ਕਰਦੇ ਹਾਂ, ਗੁਰੂ ਨਾਨਕ ਨੂੰ ਧਾਰਨਾ, ਗੁਰੂ ਨੂੰ ਧਾਰਨਾ ਜ਼ਰੂਰੀ ਹੈ। Do we really need to take Amrit? Do we really need to become the Sikhs of the Guru? ਅੱਜ ਆਪਾਂ ਇਹ ਸਵਾਲ ਕਰਦੇ ਹਾਂ। ਪਰ ਦੇਖੋ ਜੇ ਗੋਰਖਨਾਥ ਨੂੰ ਲੋੜ ਪਈ ਹੈ ਨਾ, ਜੇ ਸਿੱਧਾਂ ਦਾ ਹੰਕਾਰ ਦੂਰ ਕਰਨ ਵਾਸਤੇ, ਤਾਂ ਫਿਰ ਆਪੇ ਸਮਝ ਲਓ ਕਿ ਗੁਰੂ ਕਿੱਡਾ ਵੱਡਾ ਹੈ। ਇਸ ਨਾਸਨ ਕੇ ਹਿਤ ਤੂਸ਼ਨ ਠਾਨਾ, ਕਹਿੰਦੇ ਆ ਤਿਸ ਨਾਸਨ ਕਹਿੰਦੇ ਕਿ ਮੈਨੂੰ ਪਤਾ ਇਹ ਨਾ ਸਾਰੇ ਜਿਹੜੇ ਹਨ ਹਾਰ ਕੇ ਆ ਰਹੇ ਨੇ ਸਿੱਧ, ਜਿਨ੍ਹਾਂ ਦੇ ਮਨ 'ਚ ਬਹੁਤ ਹੰਕਾਰ ਆ, ਉਹਨਾਂ ਦੇ ਹੰਕਾਰ ਨੂੰ ਠੇਸ ਪਹੁੰਚ ਰਹੀ ਆ। ਕਹਿੰਦਾ ਇਸ ਕਰਕੇ ਮੈਂ ਚੁੱਪ ਕਰਕੇ ਬੈਠਾ, ਮੈਂ ਇੱਕ ਨੂੰ ਘੱਲ ਰਿਹਾ ਵੀ ਇਹਨਾਂ ਦਾ ਇਲਾਜ ਕਰਕੇ। ਜਿਵੇਂ ਕੋਈ ਡਾਕਟਰ ਕੋਲ ਨਹੀਂ ਭੇਜਦਾ ਹੁੰਦਾ ਮਰੀਜ਼ ਨੂੰ, ਉਵੇਂ ਗੋਰਖਨਾਥ ਇੱਕ ਸਿੱਧ ਨੂੰ ਭੇਜ ਰਿਹਾ ਗੁਰੂ ਨਾਨਕ ਕੋਲ ਵੀ ਇਹਦਾ ਇਲਾਜ ਕਰ ਦਿਓ ਭਾਈ। ਈਸ਼ਵਰਨਾਥ ਸਮੀਪ ਬੁਲਾਏ ਕੈ, ਉਸ ਵੇਲੇ ਈਸ਼ਵਰਨਾਥ ਨੂੰ ਬੁਲਾਇਆ, ਇੱਕ ਹੋਰ ਜੋਗੀ ਜਿਹਦਾ ਨਾਂ ਸੀ ਈਸ਼ਵਰਨਾਥ, ਉਹਨੂੰ ਬੁਲਾਇਆ। ਗੋਰਖਨਾਥ ਨੇ ਆਇਸ ਦੀਨੀ, ਗੋਰਖਨਾਥ ਨੇ ਉਹਨੂੰ ਆਗਿਆ ਕੀਤੀ, ਉਹਨੂੰ ਕਿਹਾ, ਉਹਨੂੰ ਜਿਹੜਾ ਹੈ ਉਹਨੂੰ ਪਰਮਿਸ਼ਨ ਦਿੱਤਾ। ਜਾਹੋ ਤਪੇ ਢਿਗਤਾ ਹੈ ਬਿਲੋਕ ਹੋ, ਕਹਿੰਦੇ ਕਿ ਤੂੰ ਜਾ ਤਪੇ ਦੇ ਕੋਲ। ਗੁਰੂ ਨਾਨਕ ਨੂੰ ਤਪਾ ਕਹਿੰਦੇ ਹਨ। ਕਹਿੰਦੇ ਗੁਰੂ ਨਾਨਕ ਕੋਲ ਜਾ, ਤੂੰ ਤਾਂ ਜਾ ਕੇ ਦਰਸ਼ਨ ਕਰ। ਬਾਦ ਵੇਖਿਆ ਮਤ ਜਾਹੇ ਪ੍ਰਬੀਨੀ, ਕਹਿਣ ਲੱਗੇ ਦੇਖੋ ਗੁਰੂ ਨਾਨਕ ਬੜਾ ਜਿਹੜਾ ਹੈ ਇੰਟੈਲੀਜੈਂਟ ਹੈ ਆਰਗੂਮੈਂਟ ਦੇ ਵਿੱਚ, ਉਹਨੂੰ ਕੋਈ ਜਿੱਤ ਨਹੀਂ ਸਕਦਾ। ਪਾਛੇ ਕੋ ਜੀਤ ਕੇ ਦੇਹੋ ਹਟਾਏ, ਹਾਂ ਕਹਿੰਦੇ ਉਹਨਾਂ ਨੂੰ ਜਿੱਤ ਕੇ ਪਿੱਛੇ ਹਟਾ ਦੇ ਜਾ ਕੇ, ਉਹਨਾਂ ਨੂੰ ਕਿਹਾ ਮੁੜ ਜਾਓ। ਹਾਂਜੀ ਲਖੋ ਸਭ ਤੇ ਤਬ ਬੁੱਧ ਕੋ ਪੀਨੀ, ਹਾਂ ਕਹਿਣ ਲੱਗੇ ਲਖੋ ਤੇਰੀ ਮੈਂ ਤਾਂ ਤਕੜੀ ਬੁੱਧੀ ਜਾਣੂੰਗਾ, ਇਨਡਾਇਰੈਕਟਲੀ ਕਹਿ ਰਿਹਾ ਮੈਂ ਤੇਰੇ ਹੰਕਾਰ ਨੂੰ ਤਾਂ ਐਕਨੋਲੇਜ ਕਰਾਂਗਾ ਜੇ ਤੂੰ ਗੁਰੂ ਨਾਨਕ ਨੂੰ ਹਟਾ ਕੇ ਆ ਸਕਦਾ ਹਾਂ, ਹਰਾ ਕੇ ਆ ਸਕਦਾ ਹਾਂ। ਨਾ ਤੁਰ ਆਪਣੇ ਦੇ ਉਪਦੇਸ਼, ਹਾਂ ਨਾ ਤੁਰ ਕਹਿਣ ਲੱਗੇ ਨਹੀਂ ਤਾਂ ਫਿਰ ਜੇ ਨਹੀਂ ਹਟਦਾ ਪਿੱਛੇ, ਫਿਰ ਤੂੰ ਆਪਣਾ ਉਪਦੇਸ਼ ਦੇ ਦੀ ਉਹਨੂੰ, ਆਪਣਾ ਚੇਲਾ ਬਣਾ ਕੇ ਇੱਥੇ ਲਿਆਈ ਮੇਰੇ ਕੋਲ। ਸਿਖਾਵੋ ਯੋਗ ਕੀ ਰੀਤ ਜੇ ਕੀ, ਹਾਂ ਜੋ ਕਹਿੰਦੇ ਜੇ ਜਿਹੜਾ ਉਪਦੇਸ਼ ਦੇ ਕੇ ਉਹ ਤੂੰ ਯੋਗ ਦੀ ਰੀਤੀ ਤੂੰ ਕਰਾ ਲਈ, ਫਿਰ ਉਹਨੂੰ ਯੋਗੀ ਬਣਾ ਲਈ। ਕਬਿਤ ਆਇਸ ਕੋ ਪਾਏ ਤਤਕਾਲ ਗਇਓ, ਇਹ ਆਗਿਆ ਪਾ ਕੇ ਈਸ਼ਵਰਨਾਥ ਜਿਹੜਾ ਸੀ ਹੁਣ ਤੁਰ ਪਿਆ ਜੀ। ਈਸ਼ਵਰਨਾਥ ਹੁਣ ਗਿਆ ਜੀ ਬੜੇ ਕੌਨਫੀਡੈਂਟ ਦੇ ਨਾਲ। ਆਏ ਜਹਾਂ ਬੈਠੇ ਸੁਖਦਾਇ ਸੋ ਹੈ ਊਚ ਗਿਰ ਸਿੰਘ ਹੈ, ਜੋ ਮਹਾਰਾਜ ਜੀ ਉੱਥੇ ਬੈਠੇ ਸਨ, ਉੱਚੇ ਜਿਹੜੇ ਹਨ ਪਹਾੜ ਦੇ ਜਿਹੜੇ ਹਨ ਉਤਲੇ ਪਾਸੇ, ਸੋ ਉਹ ਜਿਹੜਾ ਥਾਂ ਸੀ ਮੀਰਾ ਥਾਂ ਸੀ ਨਾ, ਸੋ ਉੱਤੇ ਪਹੁੰਚ ਗਏ ਸਨ ਮਹਾਰਾਜ ਜੀ। ਸੋ ਉੱਥੇ ਬੈਠੇ ਹਨ। ਉਚਰ ਆਦੇਸ਼ ਕੋ ਸਮੀਪ ਗਇਓ, ਉਚਰ ਆਦੇਸ਼ ਕਰਕੇ ਈਸ਼ਵਰਨਾਥ ਉੱਥੇ ਪਹੁੰਚ ਗਿਆ। ਵੈਸ ਤਬ ਪ੍ਰਭ ਕੋ ਆਦੇਸ਼ ਗੁਰੂ ਕਹੇ ਤੇ ਸੰਗ ਹੈ, ਤੇ ਕੋਲ ਬੈਠ ਕੇ ਕਹਿੰਦਾ ਕਿ ਕੋਲ ਬੈਠ ਗਿਆ, ਬੈਠ ਕਰਕੇ ਪ੍ਰਭ ਕੋ ਆਦੇਸ਼, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰਮੇਸ਼ਰ ਨੂੰ ਸਾਡੀ ਆਦੇਸ਼ ਹੈ। ਗੁਰੂ ਨੇ ਇਹ ਗੱਲ ਕਹੀ, ਕੌਣ ਦੇਸ਼ ਛੋੜ ਆਏ ਕਹਾਂ ਕੋ ਸਿਧਾਏ ਅਬ, ਪੁੱਛਿਆ ਜੀ ਕਿਹੜਾ ਦੇਸ਼ ਛੱਡ ਕੇ ਪਿੱਛੇ ਆਏ ਹੋ ਤੁਸੀਂ? ਗੁਰੂ ਨਾਨਕ ਨੂੰ ਪੁੱਛਦਾ ਈਸ਼ਵਰਨਾਥ, ਕਹਾਂ ਕੋ ਸਿਧਾਏ ਅਬ, ਤੁਸੀਂ ਹੁਣ ਇੱਥੋਂ ਚੱਲ ਕੇ ਕਿੱਧਰ ਨੂੰ ਜਾਓਗੇ ਤੁਸੀਂ? ਅਗਲਾ ਡੈਸਟੀਨੇਸ਼ਨ ਕੀ ਹੈ? ਜੇ ਤਾਂ ਜਿਵੇਂ ਇਹ ਆ ਜਿਵੇਂ ਕਿਤੇ ਜਿਹੜਾ ਹੈ ਲੈਂਡਿੰਗ ਕਾਰਟ ਹੁੰਦੇ ਨੇ ਹਰ ਇੱਕ ਮੁਲਕ ਦੇ, ਲੈਂਡਿੰਗ ਕਾਰਟ ਤੇ ਲਿਖਿਆ ਹੁੰਦਾ ਵੀ ਕਿੱਥੋਂ ਆਏ ਆ, ਅਗਲਾ ਡੈਸਟੀਨੇਸ਼ਨ ਕਿਹੜਾ ਹੈ, ਉਹ ਪੁੱਛਿਆ ਜੀ ਨੇ ਆ ਕੇ ਸਾਰਾ। ਕਹੋ ਤੁਮ ਕੌਣ ਮੋਹਿ ਬੂਝਨ ਉਮੰਗ ਹੈ, ਕੌਣ ਦੇ ਜਿਹੜਾ ਹੈ ਕਹਿੰਦੇ ਕਹੋ ਤੁਮ ਕੌਣ, ਤੁਸੀਂ ਕੌਣ ਹੋ ਇਹ ਵੀ ਦੱਸ ਦਿਓ। ਮੋਹਿ ਬੂਝਨ ਉਮੰਗ ਹੈ, ਮੈਨੂੰ ਪੁੱਛਣ ਦੀ ਇੱਛਾ ਹੈ। ਗੋਰਖ ਪੈ ਚਲੋ ਉਪਦੇਸ਼ ਲੀਜੈ ਭਲੋ ਆਪ, ਕਹਿਣ ਲੱਗੇ ਆਪਣਾ ਭਲਾ ਜਾਣੋ, ਮੇਰਾ ਜਿਹੜਾ ਹੈ ਜਿਹੜਾ ਆਪਣਾ ਭਲਾ ਤੇ ਤੁਹਾਡੇ ਭਲੇ ਵਾਸਤੇ, ਤੁਹਾਡੀ ਚੰਗਿਆਈ ਵਾਸਤੇ ਮੈਂ ਇਹ ਗੱਲ ਕਹਿ ਰਿਹਾ ਵੀ ਚਲੋ ਗੋਰਖਨਾਥ ਕੋਲ ਚੱਲੋ ਹੁਣ ਮੇਰੇ ਨਾਲ। ਸਭੈ ਮਤ ਵੇਖ ਤੇ ਸੋ ਜੋਗ ਈ ਉਤੰਗ ਹੈ, ਦੇਖੋ ਜਿੰਨੇ ਭੇਖ ਨੇ ਦੁਨੀਆ ਦੇ, ਜਿੰਨੇ ਉੱਥੇ ਫੇਥ ਨੇ ਦੁਨੀਆ ਦੇ, ਜਿੰਨੇ ਬਿਲੀਫ ਹਨ ਦੁਨੀਆ ਦੇ, ਇਹ ਸਾਰਿਆਂ ਤੋਂ ਉੱਚਾ ਯੋਗ ਹੈ। ਯੋਗ ਇਜ਼ ਦਾ ਹਾਈਐਸਟ। ਇਸ ਕਰਕੇ ਅਸੀਂ ਸੁਮੇਰ ਤੇ ਬੈਠੇ ਹਾਂ ਨਾ, ਦੁਨੀਆ ਦੇ ਸਭ ਤੋਂ ਉੱਤੇ ਬੈਠੇ ਹਾਂ ਅਸੀਂ। ਫਿਜ਼ੀਕਲੀ ਵੀ ਆਨ ਦਾ ਟੌਪ and we are the best among all other faith। ਇਹ ਗੱਲ ਕਹੀ। ਦੇਹ ਪੰਜ ਤਤ ਕੀ ਹੈ ਪੁੱਛੋ ਕੌਣ ਪੰਚ ਵਿਖੈ। ਦੇਖੋ ਗੁਰੂ ਨਾਨਕ ਸਾਹਿਬ ਨੇ ਜਵਾਬ ਕੈਸਾ ਦਿੱਤਾ, ਕਹਿੰਦਾ ਸੀ ਨਾ ਤੁਸੀਂ ਕੌਣ ਹੋ? ਮਹਾਰਾਜ ਜੀ ਕਹਿੰਦੇ ਤੁਹਾਨੂੰ ਦੱਸਦਿਆਂ ਸੀ ਕੌਣ ਆ। ਮਹਾਰਾਜ ਕਹਿੰਦੇ ਦੇਹ ਪੰਜ ਤਤ ਕੀ, ਕਹਿਣਗੇ ਦੇਹ ਤਾਂ ਪੰਜ ਤੱਤਾਂ ਦੀ ਬਣੀ ਹੋਈ ਹੈ।
ਹੈ ਨਾ 5 ਪ੍ਰਿੰਸੀਪਲ ਐਲੀਮੈਂਟ ਆ ਜਿਹਦੇ ਕਰਕੇ ਸਾਰੀ ਦੁਨੀਆ ਬਣੀ ਹੈ। ਇਹ ਦੇਹ ਵੀ ਤਾਂ ਉਹਦੀ ਬਣੀ ਹੈ। ਹਾਂਜੀ, ਆਪ ਜੀ ਨੂੰ ਯਾਦ ਹੋਊਗਾ ਕਿ ਪੰਜ ਤੱਤ ਕਿਹੜੇ ਨੇ। ਹਾਂਜੀ, ਸੋ ਜਿਹੜਾ ਹੈ ਧਰਤੀ ਹੋਈ, ਆਕਾਸ਼ ਹੋਇਆ, ਅੱਗ ਹੋਈ, ਪਾਣੀ ਹੋਇਆ ਤੇ ਫਿਰ ਹਵਾ ਹੋਈ, ਪੰਜ ਹੋ ਗਏ। ਇਹ ਪੰਜਾਂ ਨਾਲ ਸਾਰੀ ਧਰਤੀ, ਸਾਰਾ ਜਿਹੜਾ ਕਾਇਨਾਤ ਬਣੀ ਹੋਈ ਹੈ। ਸੋ ਕਹਿੰਦੇ ਮਹਾਰਾਜ ਕਹਿੰਦੇ ਵੀ ਦੇਖੋ, ਜੇ ਸਭ ਕੁਝ ਉਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਪੁੱਛੋ ਕੌਣ ਪੰਚਭਿਕ ਹੈ। ਸੋ ਕਹਿੰਦੇ ਜੋ ਵੀ ਤੂੰ ਪੁੱਛੇਗਾ ਉਹ ਪੰਜ ਤੱਤਾਂ ਦੇ ਵਿੱਚ ਹੀ ਹੋਗਾ ਨਾ। ਇਹ ਕਹਿਣਾ ਵੀ ਆਊਟ ਆਫ ਦਾ ਪੰਜ ਤੱਤ, ਪੰਜ ਛੇਵਾਂ ਤੱਤ ਤਾਂ ਹੈ ਨਹੀਂ। ਫਿਰ ਸੋ ਤਤ ਦੇਹ ਮੈਂ ਵਿਚਾਰ ਕੇ ਬਖਾਨੀਏ। ਹਾਂ, ਸੋ ਤੱਤ ਦੇਹ, ਉਹੀ ਤੱਤ ਦੀ ਦੇਹ ਬਣੀ ਹੋਈ ਆ ਮੇਰਾ ਸਰੀਰ ਜਿਹੜਾ ਤੂੰ ਦੇਖ ਰਿਹਾ। ਹਾਂ, ਮੈਂ ਇਹ ਤੈਨੂੰ ਵਿਚਾਰ ਕੇ ਗੱਲ ਦੱਸ ਦਿੱਤੀ, ਤੂੰ ਆਪੇ ਸੋਚ ਲਾ। ਹੁਣ ਤੇਰਾ ਪੁੱਛਣ ਦਾ ਕਾਰਨ ਕੀ ਹੈ? ਜੇ ਤੂੰ ਪੁੱਛੇ ਆਤਮਾ ਕੋ ਆਤਮਾ ਤੋਂ ਪੂਰਨ ਹੈ। ਹਾਂ, ਜੇ ਤੂੰ ਪੁੱਛੇ, ਹੁਣ ਉਹਦੀ ਤਾਂ ਪੁੱਛਿਆ ਨਹੀਂ। ਉਹ ਵਿਚਾਰਾ ਜਿਹੜਾ ਯੋਗੀ ਸੀ ਵਿਚਾਰਾ ਈਸ਼ਰਨਾਥ, ਉਹ ਤਾਂ ਚੁੱਪ ਕਰ ਗਿਆ। ਮਹਾਰਾਜ ਕਹਿੰਦੇ ਜੇ ਤੂੰ ਮੈਨੂੰ ਪੁੱਛਦਾ ਹੈ ਮੇਰੀ ਆਤਮਾ ਕੀ ਹੈ, ਵੀ ਮੈਂ ਅਸਲੀ ਮੇਰਾ ਰੂਪ ਕੀ ਹੈ, ਮੈਂ ਕਹੂੰਗਾ ਆਤਮਾ। ਤੇ ਫਿਰ ਤੂੰ ਪੁੱਛੇਂਗਾ ਆਤਮਾ ਕਿੱਥੇ ਹੈ। ਮਹਾਰਾਜ ਕਹਿੰਦਾ ਆਤਮਾ ਤਾਂ ਸਾਰੇ ਪਾਸੇ ਹੈ। ਆਤਮਾ ਕਿੱਥੇ ਨਹੀਂ ਹੈਗੀ? ਜਿੱਥੇ ਕਿਤੇ ਸੰਸਾਰ 'ਚ ਸਾਰੇ ਕਿਤੇ ਆਤਮਾ ਹੈ। ਪਰਮਾਤਮਾ ਆਤਮਾ ਕਰਕੇ ਵਿਚਰ ਰਿਹਾ ਹੈ। ਉਹ ਜਿਹੜਾ ਹੈ ਸਰਬ ਵਿਆਪਕ ਹੈ। ਅੰਤਰ ਬਾਹਰ ਦਿਸ ਵਿਦਿਸ ਮੈਂ ਜਾਣੀਏ। ਹਾਂ, ਕਹਿੰਦੇ ਕਿ ਅੰਤਰ ਤੇ ਬਾਹਰ, ਸਾਡੇ ਅੰਦਰ ਵੀ ਆਤਮਾ ਹੈ, ਬਾਹਰ ਵੀ ਆਤਮਾ ਹੈ। ਦਿਸ਼ ਵਿਦੇਸ਼, ਕਹਿੰਦੇ ਕਿ ਜਿੰਨੇ ਵੀ ਪਾਸੇ ਤੂੰ ਦੇਖਦਾ ਹੈ ਸਾਰੀ ਡਾਇਰੈਕਸ਼ਨ 'ਚ ਆਤਮਾ ਹੀ ਆਤਮਾ ਹੈ। ਉਹ ਪਰਮਾਤਮਾ ਆਪ ਸਮਾਇਆ ਹੋਇਆ ਹੈ। ਆਵਨ ਉਹ ਜਾਣੋ ਤੋ ਬਨਤ ਉਠੋ ਹੋਤ ਕਹੂੰ। ਹਾਂ, ਕਹਿੰਦੇ ਫੇਰ ਦੱਸ, ਆਵਨ ਯੋ ਜਾਣੋ ਤੋਂ, ਤੂੰ ਕਹਿੰਦਾ ਆਉਣਾ ਜਾਣਾ ਵੀ ਉੱਥੇ ਜਾਓ, ਜੇ ਕਿੱਥੇ ਜਾਣਾ, ਜੇ ਕਿੱਥੋਂ ਆਏ। ਮਹਾਰਾਜ ਕਹਿੰਦੇ ਆਈਏ ਤੇ ਜਾਈਏ ਕਿੱਥੇ? ਆਤਮਾ ਤਾਂ ਸਾਰੇ ਪਾਸੇ ਹੈ। ਨਾ ਆਤਮਾ ਆਉਂਦੀ ਹੈ ਨਾ ਆਤਮਾ ਜਾਂਦੀ ਹੈ। ਬਣਤ ਊਣੋ ਹੋਤ ਕਹੂੰ। ਫਿਰ ਤੈਨੂੰ ਕੀ ਦਸੀਏ ਕੀ ਊਣਾ ਤੇ ਕੀ ਭਰਿਆ ਹੈ? ਸਾਰਾ ਹੀ ਆਤਮਾ ਹੈ। ਆਤਮਾ ਨਾ ਕਿਸੇ ਅੰਦਰ ਛੋਟੀ ਹੈ ਨਾ ਕਿਸੇ ਅੰਦਰ ਵੱਡੀ ਹੈ। ਆਤਮਾ ਤਾਂ ਆਤਮਾ ਹੀ ਹੈ। ਜਹਾਂ ਤਹਾਂ ਏਕ ਹੀ ਵਿਵੇਕ ਤੇ ਪਛਾਨੀਏ। ਹਾਂ, ਕਹਿਣਗੇ ਜਹਾਂ ਤਾਂ ਜਿੱਥੇ ਕਿਤੇ ਵੀ ਨਿਕਿਆ ਜਾਵੇ ਉੱਥੇ ਹੀ ਆਤਮਾ ਹੈ। ਆਤਮਾ ਹੀ ਭਰਪੂਰ ਹੈ। ਸਾਰੇ ਕਿਤੇ ਆਤਮਾ ਪਰਮਾਤਮਾ ਹੀ ਇੱਕ ਹੈ ਜੋ ਸਾਰੇ ਕਿਤੇ ਵਰਤ ਰਿਹਾ ਹੈ। ਇਸ ਕਰਕੇ ਪਰ ਇਹ ਗਿਆਨ ਸਿਰਫ ਗਿਆਨ ਹੋਣ ਕਰਕੇ ਹੀ ਜਿਹੜਾ ਹੈ ਰੀਅਲਾਈਜੇਸ਼ਨ ਹੁੰਦਾ ਹੈ। ਇਹ ਸਮਝ ਜਿਹੜੀ ਹੈ ਗਿਆਨ ਕਰਕੇ ਹੁੰਦੀ ਹੈ। ਜਾਂ ਤੇ ਤਵ ਬੂਝਨੋ ਅਕਾਰਤ ਹੀ ਚੀਨ ਮਨ। ਕਹਿ ਲਗੇ ਈਸ਼ਰ ਨਾ ਤੇਰੇ ਸਵਾਲ ਹੀ ਜਿਹੜੇ ਹਨ ਸਾਰੇ ਅਨਰੈਲੇਵੈਂਟ ਹਨ। ਰੈਲੇਵੈਂਟ ਹੀ ਨਹੀਂ ਤੇਰਾ ਸਵਾਲ। ਤੂੰ ਕੀ ਸਵਾਲ ਕਰ ਰਿਹਾ ਹੈ? ਆਪਣੇ ਆਪ ਨੂੰ ਵੱਡਾ ਯੋਗੀ ਬਣਾਉਂਦੇ ਤੁਸੀਂ, ਇੰਨਾ ਗਿਆਨ ਨਹੀਂ ਤੁਹਾਨੂੰ ਹੈਗਾ। ਗੋਰਖ ਤੇ ਸੀਖ ਪੁਨ ਪ੍ਰਸਨ ਕੋ ਠਾਨੀਏ। ਕਹਿ ਲਗੇ ਚੱਲ ਈਸ਼ਰਨਾਥ, ਜੇ ਤੈਨੂੰ ਇਹਦੇ ਜਵਾਬ ਨਹੀਂ ਹੈਗੇ ਤੂੰ ਜਾ ਕੇ ਗੋਰਖਨਾਥ ਨੂੰ ਪੁੱਛ ਲਾ। ਇਹ ਸਾਰੇ ਸਵਾਲਾਂ ਦਾ ਜਵਾਬ ਤੂੰ ਜਾ ਕੇ ਗੋਰਖਨਾਥ ਤੋਂ ਇਹਦੇ ਜਵਾਬ ਲੈ ਲਈ। ਸੋਇਆ ਸੁਨ ਈਸ਼ਰਨਾਥ ਲਜਾਏ ਰਹਿਓ ਗਿਰ ਮੇਰ ਗਇਓ। ਵਿਚਾਰਾ ਈਸ਼ਰਨਾਥ ਜਿਹੜਾ ਸੀਗਾ ਸ਼ਰਮਸ਼ਾਰ ਹੋ ਕੇ ਵਾਪਸ ਮੁੜ ਗਿਆ। ਮਹਿਬਾਨੀ ਅਲਾਈ, ਕੁਝ ਵੀ ਨਾ ਬੋਲਿਆ ਵਿਚਾਰਾ, ਨਾ ਚੰਗਾ ਨਾ ਮਾੜਾ, ਚੁੱਪ ਕਰਕੇ ਚਲਿਆ ਹੀ ਗਿਆ ਬਸ ਉੱਥੋਂ। ਪਰੇ ਪੂਰਨ ਆਤਮ ਗਿਆਨ ਵਿਖੈ ਚਰਚਾ ਕਰਕੇ ਨਹਿ ਜੀਤਿਓ ਸੋ ਜਾਈ। ਤੇ ਜਾ ਕੇ ਗੋਰਖਨਾਥ ਨੂੰ ਕੀ ਰਿਪੋਰਟ ਦਿੱਤੀ? ਕਹਿੰਦਾ ਉਹ ਗੁਰੂ ਨਾਨਕ ਪਰਿਪੂਰਨ ਹੈ। परिपूर्ण में पूर्ण परमात्मा ही है। परमात्मा का ही स्वरूप है। आत्म ज्ञानी है वो। कहना सारा आत्मा का ज्ञान, आत्म ज्ञानी परमेश्वर का ज्ञानी है वो। ते कहते चर्चा करना है, ਉਹਦੇ ਨਾਲ ਚਰਚਾ ਕਰਨਾ ਹੈ, ਜਿੱਤਿਓ। ਕਹਿੰਦੇ ਕੋਈ ਨਹੀਂ ਜਿੱਤ ਸਕਦਾ ਉਹਦੇ ਨਾਲ ਚਰਚਾ ਕਰਕੇ। ਉਹਦੇ ਨਾਲ ਕੋਈ ਵੀ ਗੱਲਬਾਤ ਆਰਗੂਮੈਂਟ ਕਰਕੇ ਨਹੀਂ ਕੋਈ ਜਿੱਤ ਸਕਦਾ। ਡਿਬੇਟ ਉਹਦੇ ਨਾਲ ਨਹੀਂ ਹੋ ਸਕਦੀ। ਇਹ ਮੈਂ ਤੈਨੂੰ ਹੁਣ ਕਹਿ ਦਿੰਦਾ। कहता जाके ईश्वरनाथ ने मन लंगर रोस कियो सुन कह। सो उस वेले जरा लंगर बैठा सी एक, ਉਹ ਵੀ ਜੋਗੀ ਦਾ ਨਾਂ ਹੈ, ਇਹਨੇ ਵੀ ਲੰਗਰ ਛਕ ਲਿਆ ਸੀ। ਲੰਗਰ ਉਹਦਾ ਨਾਂ ਹੀ ਲੰਗਰ ਸੀਗਾ। ਸੋ ਕਹਿੰਦੇ ਲੰਗਰ ਬੈਠਾ ਸੀ ਉੱਥੇ। ਉਹ ਲੰਗਰ ਨੂੰ ਚੜ ਗਿਆ ਗੁੱਸਾ। ਹਾਂਜੀ, ਲੰਗਰ ਉੱਥੇ ਜਿਹੜਾ ਗੱਲ ਸੁਣਦਾ ਉਹਨੂੰ ਚੜਿਆ ਗੁੱਸਾ ਜੀ। ਕਹੇ ਗੋਰਖ ਜੀ ਮੁਝ ਦੇਹੋ ਰਜਾਈ। ਕਹਿੰਦਾ ਗੋਰਖ ਜੀ ਮੈਨੂੰ ਦੇ, ਮੈਂ ਜਾਣਾ ਹਾਂ। ਕਿਉਂਕਿ ਹਰ ਇੱਕ ਨੂੰ ਭਰਮ ਹੁੰਦਾ ਨਾ, ਆਈ ਐਮ ਸਟਰੋਂਗਰ ਦੈਨ ਦੀ ਅਦਰ ਪਰਸਨ, ਦੀ ਅਦਰ ਫੀਲ ਲੁਕਸ ਗ੍ਰੀਨਰ। ਹਾਂਜੀ, ਉਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ, ਉਹ ਕਹਿੰਦਾ ਜੇ ਇਹ ਤੋਂ ਨਹੀਂ ਕੰਮ ਹੋਇਆ ਮੇਰੇ ਤੋਂ ਜ਼ਰੂਰ ਹੋ ਜਾਏਗਾ। ਹਾਂ, ਸਾਰਿਆਂ ਨੂੰ ਦੇਖੋ ਇਹ ਹੰਕਾਰ ਜਿਹੜੀ ਚੀਜ਼ ਆ ਨਾ, ਇਹ ਵੀ ਚੀਜ਼ ਜਿਹੜੀ ਹੰਕਾਰ ਹੈ ਇਹ ਸਾਰਿਆਂ ਨਾਲੋਂ ਵੱਡੀ ਹੁੰਦੀ ਹੈ। ਐਵਰੀਵਨ ਥਿੰਕਸ ਦੈਟ ਦੇ ਆਰ ਦ ਗ੍ਰੇਟੈਸਟ। ਸੋ ਇਸ ਕਰਕੇ ਹੰਕਾਰ ਸਾਰੇ ਪਾਸੇ ਵੱਡਾ ਹੀ ਹੁੰਦਾ ਹੈ। ਹੰਕਾਰ ਕਿਤੇ ਛੋਟਾ ਨਹੀਂ ਹੋਇਆ। ਸੋ ਇਸ ਕਰਕੇ ਇਹ ਕਹਿੰਦਾ ਮੇਰਾ ਹੰਕਾਰ, ਇਹਦਾ ਹੰਕਾਰ ਬੋਲਿਆ, ਕਹਿੰਦਾ ਮੈਂ ਇਹਦੇ ਨਾਲੋਂ ਵੀ ਜ਼ਿਆਦਾ ਸਿਆਣਾ। ਦੇਖੋ ਮੈਂ ਜਾ ਕੇ ਕਰਕੇ ਆਵਾਂਗਾ। ਵੇ ਲੋਕ ਕੋ ਕੈਸੇ ਕਹਿ ਬੋਲਤ ਹੈ। ਹਾਂ, ਕਹਿਣ ਲੱਗੇ ਉਹ ਕਹਿੰਦਾ ਕਹਿ, ਗੋਰਖ ਨੂੰ ਕਹਿੰਦਾ ਮੈਨੂੰ ਆਗਿਆ ਦੇ ਦੇ। ਤੇ ਕਹਿੰਦਾ ਮੈਂ ਜਾ ਕੇ ਦੇਖਦਾ ਹਾਂ ਮੇਰੇ ਮੂਹਰੇ ਕਿਵੇਂ ਬੋਲਦਾ। ਦੇਖਾਂ, ਮੈਂ ਉਹਨੂੰ ਚੁੱਪ ਕਰਾਉਣਾ ਜਾ ਕੇ। ਫਿਰ ਤਿਨ ਆਨਤ ਹੋ ਤੁਮਰੀ ਸਰਨਾਈ। ਦੇਖ ਕਹਿੰਦਾ ਤੂੰ ਡੀਕਦਾ ਨਹੀਂ ਲੰਗਰ, ਕਹਿੰਦਾ ਮੈਂ ਲੈ ਕੇ ਆਉਂ ਉਹਨੂੰ।
ਹਾਂਜੀ ਮੈਂ ਤੇਰੇ ਤੇ ਜਾ ਕੇ ਤੇਰੇ ਕਦਮਾਂ ਤੇ ਪਾਉਂਗਾ ਗੁਰੂ ਨਾਨਕ ਨੂੰ। ਤੂੰ ਦੇਖੀ ਮੈਂ ਕੀ ਕਰਦਾ। ਕਬਿਤ ਆਇਸ ਕੋ ਪਾਏ ਗੁਰੂ ਗੋਰਖ ਮਨਾਏ ਮਨ। ਦੇਖੋ ਆਈਐਸ ਕੋ ਪਾਏ, ਆਗਿਆ ਪਾ ਕੇ ਗੋਰਖਨਾਥ ਨੂੰ ਮਨਾ ਕੇ ਉਹਦੀ ਪਰਮਿਸ਼ਨ ਲੈ ਕੇ ਤੁਰ ਪਿਆ ਜੀ ਲੰਗਰ। ਚਲਿਓ ਤਬ ਧਾਏ ਚਾਹੇ ਜੀਤਨੇ ਕੋ ਧਾਰ ਕੈ। ਹਾਂ ਕਹਿੰਦੇ ਚਲਿਓ, ਬੜੀ ਸ਼ਕਤੀ ਜਾ ਰਿਹਾ ਹੈ, ਉਹਦੀ ਮਨ ਦੀ ਇੱਛਾ ਮੈਂ ਅੱਜ ਜਿੱਤੇ ਜਾਣਾ ਹੈ, ਮੇਰੇ ਮੇਰੇ ਕਿਨੇ ਅੜਨਾ ਹੈ। ਇਹ ਤਾਂ ਜਿਵੇਂ ਉਹ ਹੈ ਜਿਹੜਾ ਫਰੋਗ ਇੱਕ ਥਾਂ ਤੇ ਬੈਠਾ ਹੁੰਦਾ ਵਿਚਾਰਾ, ਕਹਿੰਦਾ ਸਾਰੀ ਦੁਨੀਆ ਮੇਰੇ ਆਲੇ ਦੁਆਲੇ ਆ। ਸੋ ਇਉਂ ਕਰਕੇ ਇਹ ਵੀ ਵਿਚਾਰਾ ਉਸੇ ਤਰ੍ਹਾਂ ਹੀ ਸੀ। ਬੇਦੀ ਕੁਲ ਦੀਪ ਹੂੰ ਕੇ ਬੈਠਿਓ ਹੈ ਸਮੀਪ ਆਏ। ਬੇਦੀ ਦੇ ਕੁੱਲ ਦੇ ਦੀਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਬੈਠੇ ਸਨ ਉੱਥੇ ਆ ਕੇ ਨਾਲ ਬਹਿ ਗਿਆ ਵਿਚਾਰਾ ਲੰਗਰ। ਕੀਨੀ ਹੈ ਆਦੇਸ਼ ਮੁਖ ਬਚਨ ਉਚਾਰ ਕੈ। ਲੰਗਰ ਕਹਿੰਦਾ ਆਦੇਸ਼, ਐਵੇਂ ਨਹੀਂ ਕਿਹਾ ਬਾਲੇ ਜਾਂ ਕੁਛ ਨਹੀਂ, ਆਦੇਸ਼ ਹੋ ਸਿੱਧਾ ਹੀ ਆਦੇਸ਼ ਕਿਹਾ ਜੀ। ਚੱਲੀਏ ਸੁਮੇਰ ਪਰ ਲੀਜੈ ਉਪਦੇਸ਼ ਬਾਰ। ਬਾਹਰ ਹੋਰ ਦੂਜੀ ਗੱਲ ਕੀਤੀ ਕੋਈ ਨਹੀਂ। ਕਹਿੰਦਾ ਭਾਈ ਚੱਲ ਤੈਨੂੰ ਸਮੇਰ ਲੈ ਕੇ ਜਾਣਾ ਮੈਂ, ਆ ਜਾ ਮੇਰੇ ਨਾਲ, ਤੈਨੂੰ ਉਪਦੇਸ਼ ਗੋਰਖ ਨੇ ਤੈਨੂੰ ਦੇ ਦੇਣਾ, ਮੈਂ ਤੈਨੂੰ ਗੋਰਖ ਤੋਂ ਉਪਦੇਸ਼ ਦਵਾਵਾਂਗਾ। ਸੀਸ ਮ੍ਰਿਤ ਜੌਨ ਡਰ ਦੀਜੈ ਨਿਜ ਟਾਰ ਕੈ। ਦੇਖ ਕਹਿੰਦਾ ਤੈਨੂੰ ਕਿਤੇ ਵੀ ਤੇਰੇ ਸਿਰ ਤੇ ਜਿਹੜਾ ਨਾ ਮੌਤ ਦਾ ਡਰ ਪਿਆ ਰਹਿੰਦਾ ਹੈ, ਕਹਿੰਦਾ ਇਹ ਦੂਰ ਹੋ ਜਾਏਗਾ। ਦੂਜਾ ਨਿਜ ਟਾਰ ਕੈ, ਕਹਿੰਦਾ ਸਿਰਫ ਦੂਰੇ ਨੇ ਉਹਨੂੰ ਟਾਲ ਦੇਣਾ ਹੈ, ਮੌਤ ਕਿਤੇ ਆਉਣੀ ਹੋਣੀ ਤੈਨੂੰ, ਯੂ ਵਿਲ ਬੀ ਲਿਵਿੰਗ ਫੋਰਐਵਰ। ਹਾਂਜੀ ਫਿਰ ਜਾਗੇ ਵੱਡ ਭਾਗ ਜੇ ਤੂੰ ਜੋਗ ਅਨੁਰਾਗ ਕਰੇ। ਹਾਂ ਕਹਿਣ ਲੱਗੇ ਜਾਗੇ ਤੇਰੇ ਵੱਡੇ ਭਾਗ ਜਾਗ ਜਾਣਗੇ ਜੇ ਤੂੰ ਜੋਗੀ ਬਣ ਜਾਏਗਾ, ਜੇ ਤੂੰ ਜੋਗ ਮਤ ਲੈ ਲੈਂਗਾ ਤੇਰੇ ਵੱਡੇ ਭਾਗ ਹੋ ਜਾਣਗੇ, ਤੂੰ ਵੱਡੇ ਭਾਗਾਂ ਵਾਲਾ ਕਹਾਵੇਂਗਾ। ਧੁਨ ਸੰਗ ਲਾਗੇ ਲਾਗ ਹੱਠ ਦੇ ਹੋ ਡਰ ਕੈ। ਹਾਂ ਕਹਿਣ ਲੱਗੇ ਧੁਨ ਸੰਗ ਲਾਗੇ ਲਾਗ, ਕਹਿਣ ਲੱਗੇ ਫੇਰ ਤੂੰ ਕੀ ਕਰੀ, ਤੈਨੂੰ ਜਿਹੜਾ ਧੁਨ ਸੁਣਾ ਦੇਣੀ ਆ, ਅਨਹਦ ਧੁਨ ਉਹ ਸੁਣਾ ਕੇ ਜੋਗੀ ਕੀ ਕਰਦੇ ਨੇ ਵੀ ਉਹ ਧੁਨ ਵਿੱਚ ਆਪਣੀ ਸੁਰਤੀ ਨੂੰ ਜੋੜ ਕੇ ਬੈਠੇ ਰਹਿੰਦੇ ਨੇ ਉਹ ਧੁਨ ਸੁਣਦੇ। ਸੋ ਕਹਿੰਦੇ ਧੁਨ ਸੰਗ ਲਾਗੇ ਲਾਗ, ਤੇਰੀ ਲਾਗ ਤੇਰਾ ਇੰਟਰਸਟ ਜਿਹੜਾ ਹੈ, ਤੇਰੀ ਕਨਸੈਂਟਰੇਸ਼ਨ ਉਹ ਧੁਨ ਦੇ ਨਾਲ ਜੋੜ ਦੇਣੀ ਆ। ਹੱਠ ਦੇ ਹੋ ਡਾਰ ਕੈ, ਇਸ ਕਰਕੇ ਤੇਰਾ ਜਿਹੜਾ ਹੱਠ ਹੈ ਇਹਨੂੰ ਤੂੰ ਡਾਰ ਦੇ ਪਰਾਂ ਕਰ ਤੇ ਅਨਹਦ ਧੁਨਾਂ ਸੁਣਿਆ ਕਰ। ਤੂੰ ਤਰ੍ਹਾਂ ਤਰ੍ਹਾਂ ਦੇ, ਜਿਵੇਂ ਆਪਾਂ ਅੱਜ ਕੱਲ ਰੇਡੀਓ ਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਮਿਊਜ਼ਿਕ ਸੁਣ ਸਕਦੇ ਆ, ਉਸ ਵੇਲੇ ਰੇਡੀਓ ਵੀ ਨਹੀਂ ਹੁੰਦੇ ਸੀ, ਵਿਚਾਰੇ ਅਨਹਦ ਧੁਨੀਆਂ ਇਹ ਸੁਣਦੇ ਹੁੰਦੇ ਸਨ। ਪਰ ਕੀ ਕਰਦੇ ਸਨ ਨਾ ਯੋਗੀਆਂ ਨੇ ਕੀ ਕਰਨਾ, ਕੰਨ ਬੰਦ ਕਰ ਲੈਣੇ। ਉਹਨਾਂ ਦਾ ਉਪਦੇਸ਼ ਇਸ ਤਰ੍ਹਾਂ ਦਿੰਦੇ ਸੀ, ਉਹ ਕੰਨਾਂ ਵਿੱਚ ਉਂਗਲੀਆਂ ਦੇ ਦਿੰਦੇ ਸਨ। ਜੋ ਕੰਨਾਂ ਵਿੱਚ ਆਪਾਂ ਉਂਗਲੀਆਂ ਦਈਏ ਨਾ, ਉਹਦੇ ਪ੍ਰੈਸ਼ਰ ਕਰਕੇ ਨਾ ਅੰਦਰੋਂ ਕੰਨਾਂ ਦੇ ਆਪਾਂ ਨੂੰ ਕੂੰ 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 ਆਵਾਜ਼ ਸੁਣਦੀ ਆ। ਤੇ ਇਹਨਾਂ ਨੂੰ ਧੋਖਾ ਕੀਤਾ ਜਾਂਦਾ ਸੀ ਯੋਗੀਆਂ ਨਾਲ। ਇਹਨਾਂ ਨੂੰ ਕਹਿੰਦੇ ਆ ਕੂੰ ਕੂੰ ਜਿਹੜਾ ਹੋ ਰਿਹਾ ਨਾ, ਇਹੀ ਆਨੰਦ ਸ਼ਬਦ ਹੈ। ਹਾਂ ਜੀ ਹੁਣ ਤੈਨੂੰ ਮੰਤਰ ਦੇਤਾ, ਹੁਣ ਤੂੰ ਕੂੰ 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 ਸੁਣੀ ਜਾ। ਤਾਂ ਹੀ ਵਿਚਾਰੇ ਉੱਲੂਆਂ ਵਾਂਗੂ ਬੈਠੇ ਰਹਿੰਦੇ ਸਨ, ਕੂੰ 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 ਕਰਦੇ। ਸੋ ਇਉਂ ਕਰਕੇ ਜਿਹੜਾ ਅੱਜ ਕੱਲ੍ਹ ਵੀ ਜਿਹੜੇ ਹਨ ਬੜੇ ਹਨ, ਇਹਨਾਂ ਦੇ ਜਿਹੜੇ ਸੈਂਟਰ ਬਣੇ ਹੋਏ ਲੋਕਾਂ ਦੇ, ਦੁਨੀਆ ਵਰਲਡ ਵਾਈਡ ਦੇ ਵਿੱਚ ਸੈਂਟਰ ਬਣੇ ਹੋਏ ਹਨ। ਕਹਿੰਦੇ ਜੀ ਅਸੀਂ ਤੁਹਾਨੂੰ ਅਨਹਦ ਧੁਨਾਂ ਸੁਣਾ ਦਾਂਗੇ, ਸਾਡੇ ਕੋਲ ਆਓ ਜੀ, ਇਹ ਕਰੋ ਜੀ। ਕੋਈ ਨੱਕ ਬੰਦ ਕਰਾਉਂਦਾ ਹੈ, ਕੋਈ ਨੱਕ ਬੰਦ ਕਰਾਉਂਦਾ ਹੈ, ਕੋਈ ਅੱਖਾਂ ਬੰਦ ਕਰਾਉਂਦਾ ਹੈ। ਹਾਂਜੀ ਬੜਾ ਕੁਛ ਕਰਦੇ ਹਨ। ਕਈਆਂ ਨੂੰ ਤਾਂ ਡੱਬੇ 'ਚ ਹੀ ਬੰਦ ਕਰ ਦਿੰਦੇ ਹਨ ਵੀ ਸੁਣੀ ਜਾ ਤੂੰ ਅਨਹਦ ਧੁਨਾਂ ਹੁਣ ਜਿਹੜੀਆਂ ਸੁਣਨੀਆਂ ਹਨ। ਹਾਂਜੀ ਬੜਾ ਬੁਰਾ ਹਾਲ ਆ ਦੁਨੀਆ ਦਾ। ਸੋ ਬੜੇ ਪਖੰਡ ਲੋਕਾਂ ਨੇ ਫੜ ਲਏ। ਹਾਂਜੀ ਤਰ੍ਹਾਂ ਤਰ੍ਹਾਂ ਦੀਆਂ ਇਹ ਜਿਹੜੀਆਂ ਹਨ ਰੈਮੀਡੀਜ਼ ਕੱਢਦੇ ਨੇ, ਹਾਂਜੀ ਧੁਨਾਂ ਸੁਣਾਉਂਦੇ ਨੇ। ਹਾਂਜੀ ਪਰ ਹੁੰਦਾ ਕੱਖ ਵੀ ਨਹੀਂ ਹੈ, ਕਿਉਂਕਿ ਧੁਨਾਂ ਤਾਂ ਗੁਰੂ ਦੀ ਕਿਰਪਾ ਨਾਲ ਉੱਥੇ ਉਹ ਲੈਵਲ ਤੇ ਪਹੁੰਚਣਾ। ਜੇ ਕੋਈ ਅਗਰ ਆਪਣੀ ਭਗਤੀ ਨਾਲ ਯੋਗ ਮੈਥਡ ਦੇ ਨਾਲ ਪਹੁੰਚ ਵੀ ਜਾਵੇ ਕੋਈ ਫਾਇਦਾ ਨਹੀਂ, ਕਿਉਂਕਿ ਉੱਥੇ ਪਹੁੰਚ ਕੇ ਵੀ ਹੰਕਾਰੇ ਹੋਣਾ, ਉਹ ਚੀਜ਼ ਨੇ ਫਿਰ ਵੀ ਨਰਕਾਂ ਨੂੰ ਹੀ ਲੈ ਕੇ ਜਾਣਾ। ਸੁਣ ਕੇ ਕਰੂੰਗਾ ਕੀ? ਗੁਰੂ ਦੀ ਕਿਰਪਾ ਦਾ ਸਦਕਾ ਹੀ ਸਭ ਕੁਝ ਮਿਲਦਾ ਹੈ। ਗੁਰੂ ਦੇ ਜਿਹੜਾ ਹੈ, ਗੁਰੂ ਜੋ ਦਿੰਦਾ ਹੈ ਉਹੀ ਲੈਣਾ ਚਾਹੀਦਾ ਹੈ। ਆਪਸ ਤੇ ਜੋ ਆਪਣੇ ਆਪ ਤੇ ਜਿਹੜਾ ਹੈ ਬੰਦਾ ਆਪਣੀ ਸਿਆਣਪ ਦੇ ਨਾਲ ਲੰਦਾ ਹੈ ਨਾ, ਉਹ ਚੀਜ਼ ਹਾਨੀਕਾਰਕ ਬਣਦੀ ਹੈ। ਉਹ ਬੰਦੇ ਨੂੰ, ਜਿਵੇਂ ਯੋਗੀਆਂ ਨੂੰ ਨਾ ਦੇਖੋ, ਯੋਗ ਹੈ, ਕਿੰਨਾ ਯੋਗ ਕਰਦੇ ਨੇ, ਕਿੰਨੀ ਭਗਤੀ ਕਰਦੇ ਨੇ। ਤੁਸੀਂ ਕਹੋਗੇ ਕਿੰਨੇ ਸਾਲ ਅੱਖਾਂ ਮੀਚ ਕੇ ਬੈਠੇ ਰਹੇ ਨੇ, ਪਰ ਦੇਖੋ ਹੰਕਾਰ ਕਿੰਨਾ ਉਹਨਾਂ ਦੇ ਵਿੱਚ। ਕੀ ਉਹਨਾਂ ਦੀ ਭਗਤੀ ਕੀਤੀ ਕੋਈ ਥਾਂ ਪਈ ਹੈ? ਦੇਖੋ ਇਹ ਜਿਹੜਾ ਚੈਪਟਰਸ ਦੇ ਵਿੱਚੋਂ ਆਪਾਂ ਇਹ ਸਿਖਲਾਈ ਲੈਣੀ ਹੈ ਵੀ ਦੇਖੋ ਭਾਵੇਂ ਕੋਈ ਕਿੰਨੀ ਭਗਤੀ ਕਰੇ, ਕਿੰਨੀ ਅਵਸਥਾ ਸਪਿਰਿਚੁਅਲ ਉਹਦੀ ਉੱਚੀ ਹੋ ਜਾਵੇ, ਅਨਹਦ ਧੁਨ, ਦਸਮ ਦੁਆਰ ਦੇ ਖੁੱਲ੍ਹ ਜਾਣ, ਸਭ ਕੁਝ ਹੋ ਜਾਵੇ, ਪਰ ਇੱਕ ਚੀਜ਼ ਹੰਕਾਰ ਉਹਨੂੰ ਖਤਮ ਕਰ ਦਿੰਦੀ ਹੈ। ਦੇਖੋ ਕਿੱਡਾ ਵੀ ਘਰ ਹੋਵੇ ਲੱਕੜ ਦਾ ਬਣਿਆ ਹੋਇਆ, ਟਰਮਾਈਟ ਲੱਗ ਜਾਵੇ, ਉਹ ਪ੍ਰੈਸਿਟਾਈਜ਼ ਕਰਕੇ ਸਾਰਾ ਹੀ ਜਿਹੜਾ ਹੈ, ਜੇ ਨਾ ਹੋਣ ਕਰਕੇ ਉਹ ਸਾਰੇ ਘਰ ਨੂੰ ਖਾ ਜਾਂਦੀ ਹੈ। ਭਾਵੇਂ ਕਿੱਡਾ ਵੀ ਘਰ ਕਿਉਂ ਨਾ ਹੋਵੇ, ਕਿੱਡੀ ਤਕੜੀ ਲੱਕੜ ਕਿਉਂ ਨਾ ਹੋਵੇ, ਟਰਮਾਈਟ ਪੈਣ ਕਰਕੇ, ਹਾਂਜੀ ਵਾਈਟ ਐਂਡਸ ਹੋਣ ਕਰਕੇ ਉਹ ਸਾਰਾ ਖਤਮ ਕਰ ਦਿੰਦੀ ਹੈ। ਕਿਉਂ? ਇਸੇ ਕਰਕੇ ਜਿਹੜਾ ਹੈ ਕਿਤੇ ਵੀ ਇਹ ਕੀੜਾ ਜਿਹੜਾ ਹੰਕਾਰ ਦਾ ਹੈ, ਇਹ ਗੁਰੂ ਹੀ ਕਰਦਾ ਹੈ। ਕਿਉਂਕਿ ਗੁਰੂ ਮਹਾਰਾਜ ਨੇ ਜੋ ਉਪਦੇਸ਼ ਦੇਣਾ ਹੈ ਨਾ, ਉਹਨਾਂ ਨੇ ਨਾਲ ਨਿਮਰਤਾ ਵੀ ਦੇਣੀ ਹੈ। ਗੁਰੂ ਮਹਾਰਾਜ ਨੇ ਉਪਦੇਸ਼ ਵੀ ਦੇਣਾ ਹੈ ਤੇ ਉਹ ਚੀਜ਼ ਨੂੰ ਕੰਪਲੀਟ ਕਰਨ ਵਾਸਤੇ। ਇਸ ਕਰਕੇ ਜਿਹੜਾ ਹੈ
ਇਹ ਜਿਹੜਾ ਹੈ ਕਹਿੰਦਾ ਤੁਸੀਂ ਉਹ ਧੁਨ ਦੇ ਵਿੱਚ ਆਪਣੀ ਬਿਰਤੀ ਜੋੜ ਲਿਓ। बोले दीनानाथ सिद्ध लंगर के साथ तब ਉਸ ਵੇਲੇ ਦੀਨਾਨਾਥ, ਦੀਨਾ ਦੇ ਸੁਆਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਗਰੀਬਾਂ ਦੇ ਨਾਥ, ਗਰੀਬਾਂ ਦੇ ਸੁਆਮੀ ਬੋਲੇ ਲੰਗਰ ਨੂੰ ਕਿਹਾ। कौन सी वस्त मरे दीजै सो बताए कै। ਉਹ ਕਹਿੰਦਾ ਸੀ ਨਾ ਵੀ ਤੂੰ ਜਿਹੜਾ ਯੋਗ ਲੈ ਲਾ ਜਿਹਦੇ ਕਰਕੇ ਤੂੰ ਕਿਤੇ ਮਰੇਗਾ ਨਹੀਂ। ਮਹਾਰਾਜ ਕਹਿੰਦੇ ਪਹਿਲਾਂ ਭਾਈ ਲੰਗਰ ਇਹ ਦੱਸ ਕੌਣ ਮਰਦਾ ਹੈ, ਕਿਹੜੀ ਚੀਜ਼ ਮਰਦੀ ਹੈ, ਮੈਨੂੰ ਇਹ ਦੱਸ ਦੇ ਪਹਿਲਾਂ, ਮਰਦਾ ਕੌਣ ਹੈ, ਹਾਂ ਇਹ ਦੱਸ ਪਹਿਲਾਂ। ਹਾਂਜੀ ਤੂੰ ਕਿਹਾ ਵੀ ਤੇਰੀ ਮੌਤ ਜਿਹੜੀ ਸਿਰ ਤੇ ਮੰਡਲਾ ਰਹੀ ਆ, ਇਹਨੂੰ ਜਿਹੜਾ ਹੈ ਮੌਤ ਨੂੰ ਅਸੀਂ ਕੱਢਾਂਗੇ ਬਾਹਰ, ਇਹ ਮੌਤ ਨੂੰ ਦੂਰ ਕਰਾਂਗੇ, ਮੌਤ ਨਹੀਂ ਆ। ਮਾਂ ਨੇ ਪੁੱਛਿਆ ਮਰਦਾ ਕੌਣ ਹੈ, ਇਹ ਦੱਸ ਦੇ ਪਹਿਲਾਂ। ਫਿਰ देह पंच भूत की है पंचो मैला मरै को। ਦੇਖੋ ਕਹਿੰਦਾ ਇਹ ਦੇਹ ਵੀ ਗੁਰੂ ਨਾਨਕ ਸਾਹਿਬ ਜੀ 5 ਤੱਤਾਂ ਦੀ ਬਣੀ ਹੋਈ ਹੈ। ਇਹ ਬਣੀ ਸੰਸਾਰ ਵਿੱਚ, ਪਲੀ ਸੰਸਾਰ ਦੇ ਪਦਾਰਥਾਂ ਨੂੰ ਖਾ ਕੇ, ਤੇ ਜਦੋਂ ਇਹ ਮਰੀ 5 ਤੱਤਾਂ ਵਿੱਚ ਮਿਲ ਜਾਣੇ। ਮਰਿਆ ਕੌਣ ਹੈ, ਕੌਣ ਮਰਿਆ? 5 ਤੱਤ ਤਾਂ ਨਹੀਂ ਨਾ ਮਰੇ, ਉਹ ਤਾਂ 5 ਤੱਤ ਵਾਪਸ 5 ਤੱਤਾਂ ਵਿੱਚ ਚਲੇ ਗਏ। जेको मारे जात ताको दीजिए सुनाए कै। ਹਾਂ ਕਹਿੰਦਾ ਜੇ ਕੋਈ ਮਰਨ ਨੂੰ ਸਮਰੱਥ ਹੈ, ਜੇ ਕੋਈ ਚੀਜ਼ ਮਰ ਸਕਦੀ ਹੈ, ਲੰਗਰ ਤੂੰ ਦੱਸ ਕੀ ਮਰ ਸਕਦਾ ਹੈ ਸੰਸਾਰ ਵਿੱਚ, ਤੂੰ ਦੱਸ ਦੇ। ਫਿਰ आत्मा को नित कब होत नहीं मृत ताकि। ਹਾਂ ਦੇਖੋ ਜਿਹੜੀ ਆਤਮਾ ਹੈ, ਲਾਈਫ ਹੈ, ਜਿਹੜੀ ਲਾਈਫ ਫਾਰਮ ਹੈ, ਉਹ ਤਾਂ ਆਤਮਾ ਹੈ, ਉਹ ਤਾਂ ਕਿਤੇ ਮਰਦੀ ਨਹੀਂ, ਉਹ ਤਾਂ ਹਮੇਸ਼ਾ ਹੀ ਅਮਰ ਹੈ। ਕਹਿਣਗੇ ਆਤਮਾ ਜਿਹੜੀ ਹੈ ਉਹ ਨਹੀਂ ਕਿਤੇ ਮਰਦੀ। भयो जीव सत चिदानंद को भुलाए एक है। ਹਾਂ ਦੇਖੋ ਜੀਵ, ਜਦੋਂ ਜੀਵ ਸਤ ਚੇਤਨ ਆਨੰਦ ਰੂਪ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਕੀ ਹੁੰਦਾ ਹੈ? ਉਹ ਬੰਦਾ ਜਿਹੜਾ ਹੈ ਸਮਝਦਾ ਕਿ ਮੈਂ ਮਰਦਾ ਹਾਂ। ਇਹ ਉਹਦਾ ਭਰਮ ਹੈ ਕਿ ਮੈਂ ਮਰ ਰਿਹਾ ਹਾਂ, ਵੀ ਮੈਂ ਮਰ ਜਾਣਾ ਹੈ, ਮੈਂ ਮਰ ਰਿਹਾ ਹਾਂ। ਇਹ ਉਹਦਾ ਭਰਮ ਬਣ ਜਾਂਦਾ ਹੈ, ਅਸਲ ਵਿੱਚ ਮਰਨਾ ਹੈ ਨਹੀਂ। ਤੇ ਉਹ ਮਰਦਾ ਕੌਣ ਹੈ? ਜੇ ਆਤਮਾ ਕਰਕੇ ਦੇਖੀਏ ਤਾਂ ਕੋਈ ਵੀ ਚੀਜ਼ ਨਾ ਕੁਛ ਜਨਮੇ ਨਾ ਕੁਛ ਮਰੇ, ਨਾ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ। ਇਸ ਕਰਕੇ ਕਹਿੰਦੇ ਆਤਮਾ ਨਿਤ ਹੈ, ਆਤਮਾ ਨਹੀਂ ਕਿਤੇ ਆਉਂਦੀ ਤੇ ਜਾਂਦੀ, ਤੇ ਕਬ ਹੋਤ ਨਹੀਂ ਮਿਰਤ ਤਾਂ ਕੀ, ਆਤਮਾ ਕਿਤੇ ਵੀ ਨਹੀਂ ਮਰਦੀ। बाद है कहन तेरो भयो मृत कौन हेरो। ਕਹਿਣਗੇ ਬਾਤ ਹੈ ਕਹਿਣ ਤੇਰੋ। ਮਹਾਰਾਜ ਕਹਿੰਦੇ ਇਹ ਤੇਰਾ ਕਹਿਣਾ ਫਜ਼ੂਲ ਹੈ, ਇਹ ਫਜ਼ੂਲ ਦਾ ਤੂੰ ਕਹਿ ਰਿਹਾ, ਯੂਸਲੈਸ ਹੈ ਤੇਰੇ ਬਚਨ। ਤੂੰ ਕੀ ਗੱਲ ਕਰ ਰਿਹਾ? ਜਿਹੜੀ ਮੌਤ ਹੈ ਵੀ ਨਹੀਂ ਤੂੰ ਉਹਦੀ ਗੱਲ ਕਰ ਰਿਹਾ, ਮੌਤ ਤਾਂ ਹੈ ਹੀ ਨਹੀਂ। ਤੂੰ ਕੀ ਮੇਰੇ ਤੋਂ ਟਟਾਰੇਂਗਾ, ਤੂੰ ਮੇਰੇ ਤੋਂ ਕੀ ਦੂਰ ਕਰੇਂਗਾ? उत्तर न आए पूछ गोरख को जाए कै। ਕਹਿਣਗੇ ਜੇ ਤੈਨੂੰ ਉੱਤਰ ਨਹੀਂ ਆਉਂਦਾ ਲੰਗਰ, ਤੂੰ ਵਾਪਸ ਜਾ ਗੋਰਖ ਕੋਲ, ਉਹਨੂੰ ਪੁੱਛ ਜਾ ਕੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ सवैया लंगर तुसन होए गयो। ਲੰਗਰ ਵੀ ਵਿਚਾਰਾ ਚੁੱਪ ਕਰਕੇ ਚਲਿਆ ਗਿਆ। वृतांत सुमेर पे जाए सुनावा। ਬਿਰਤਾਂਤ ਸਾਰਾ ਜਾ ਕੇ ਗੋਰਖ ਨੂੰ ਸੁਣਾ ਦਿੱਤਾ ਜੀ ਸੁਮੇਰ ਪਰਬਤ ਤੇ। गोरख ने तब आए सदे कर। ਉਸ ਵੇਲੇ ਗੋਰਖ ਨੇ ਫਿਰ ਆਗਿਆ ਕੀਤੀ ਜੀ। ਉਹ ਸਾਰਾ ਦਿਨ ਉੱਥੇ ਬੈਠਾ ਆਗਿਆ ਹੀ ਦੇ ਰਿਹਾ ਸੀ ਜੀ। मंगलनाथ समीप बुलावा। ਉਹਨੇ ਹੁਣ ਮੰਗਲਨਾਥ ਇੱਕ ਯੋਗੀ ਹੈ ਉਹਨੂੰ ਬੁਲਾਇਆ, ਮੰਗਲਨਾਥ ਨੂੰ। ਫਿਰ कीन वडो सन्मान बिठाई कै। ਮੰਗਲਨਾਥ ਦਾ ਖਾਸ ਕਰਕੇ ਨਾ ਗੋਰਖਨਾਥ ਤੇ ਬਹੁਤ ਸਤਿਕਾਰ ਕੀਤਾ। ਸਤਿਕਾਰ ਕਰਕੇ ਉਹਨੂੰ ਕੋਲ ਬਿਠਾ ਲਿਆ। आनन ते इव बैन अलावा। ਆਪਣੇ ਮੂੰਹ ਦੇ ਨਾਲ ਮੰਗਲਨਾਥ ਨੂੰ ਇਹ ਕਿਹਾ ਗੋਰਖਨਾਥ ਨੇ। हार के आवत सिद्ध सबै अब। ਕਹਿਣ ਲੱਗੇ ਸਾਰੇ ਸਿੱਧ ਹਾਰ ਕੇ ਆ ਗਏ ਹੁਣ, ਜਿਹੜੇ ਵੀ ਮੈਂ ਗੁਰੂ ਨਾਨਕ ਕੋਲ ਭੇਜੇ ਸਨ। जानो तुम्हार बने ते थावा। ਕਹਿਣ ਲੱਗੇ ਮੈਨੂੰ ਲੱਗਦਾ ਹੈ, ਗੋਰਖਨਾਥ ਕਹਿੰਦਾ ਤੂੰ ਕੁਆਲੀਫਾਈਡ ਹੈ, ਤੂੰ ਜਾ ਹੁਣ, ਤੂੰ ਜਾ ਕੇ ਗੁਰੂ ਨਾਨਕ ਨਾਲ ਜਾ ਕੇ ਗੱਲਬਾਤ ਕਰ। सवैया मंगलनाथ ने बूझन कीन। ਉਸ ਵੇਲੇ ਦੇਖੋ ਮੰਗਲਨਾਥ ਪੁੱਛਦਾ ਹੈ, ਕੀ ਪੁੱਛਿਆ ਜੀ? पठो के हेत को देहो बताई। ਕਹਿੰਦੇ ਗੋਰਖਨਾਥ ਜੀ ਮੈਨੂੰ ਕਿਉਂ ਤੁਸੀਂ ਉੱਥੇ ਭੇਜ ਰਹੇ ਹੋ, ਕਿਹੜਾ ਹੀ ਕੰਮ ਕਰਕੇ ਮੈਨੂੰ ਤੁਸੀਂ ਭੇਜ ਰਹੇ ਹੋ ਗੁਰੂ ਨਾਨਕ ਦੇ ਕੋਲ, ਮੈਨੂੰ ਇਹ ਦੱਸ ਦੇ। रूप सुभाए बिलोकन कोत है। ਕਹਿਣਗੇ ਕਿ ਉਹਨਾਂ ਦਾ ਤੁਸੀਂ ਸੁਭਾਅ ਦੇਖਣਾ ਚਾਹੁੰਦੇ ਹੋ, ਤੁਸੀਂ ਇਹ ਚਾਹੁੰਦੇ ਮੈਂ ਉਹਨਾਂ ਦਾ ਰੂਪ ਦੇਖ ਕੇ ਤੁਹਾਨੂੰ ਦੱਸਾਂ ਵੀ ਕਿਹੋ ਜਿਹੇ ਲੱਗਦੇ ਹਨ। ਕਹਿਣਗੇ ਵੀ ਇਹ ਸਾਰਾ ਇਨਫੋਰਮੇਸ਼ਨ ਤੁਹਾਨੂੰ ਫਿਜ਼ੀਕਲ ਇਨਫੋਰਮੇਸ਼ਨ ਚਾਹੀਦਾ ਹੈ, ਵੀ ਉਹ ਕਿਹੋ ਜਿਹੇ ਹਨ ਦੇਖਣ ਨੂੰ। कैदो कहो उपदेशन ताई। ਕਹਿਣਗੇ ਕੈਦੋਂ ਕਹੋ, ਕੈਦੋਂ ਜਾਂ ਤੁਸੀਂ ਮੈਨੂੰ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਭੇਜ ਰਹੇ ਹੋ, ਵੀ ਮੈਂ ਉਹਨਾਂ ਨੂੰ ਜਾ ਕੇ ਉਪਦੇਸ਼ ਦਵਾਂ। ਹਾਂਜੀ ਕਿਹੜੇ ਵਾਸਤੇ ਭੇਜ ਰਹੇ ਹੋ? गोरख यो सुन के मन माहे। ਗੋਰਖਨਾਥ ਨੂੰ ਪਤਾ ਲੱਗਿਆ ਮੰਗਲਨਾਥ ਜਿਹੜਾ ਸੀ ਨਾ ਬੜਾ ਸਿਆਣਾ ਯੋਗੀ ਸੀਗਾ। ਸੋ ਇਹ ਗੱਲ ਸੁਣ ਕੇ ਗੋਰਖਨਾਥ ਨੇ ਮਨ ਵਿੱਚ ਸੋਚਿਆ, विचार के बानी सो ऐस अलाई। ਉਹਨੇ ਆਪਣੇ ਮਨ ਵਿੱਚ ਵਿਚਾਰ ਕੇ ਨਾ ਮੰਗਲਨਾਥ ਨੂੰ ਇਹ ਗੱਲ ਕਹੀ। जो तुमरे मन में अभिलाख। ਕਹਿਣ ਲੱਗੇ ਮੰਗਲਨਾਥ ਜਿਵੇਂ ਤੇਰੇ ਮਨ 'ਚ ਇੱਛਾ ਤੂੰ ਉਹੀ ਕਰ, ਜਾ ਉਹਨਾਂ ਦੇ ਕੋਲ, ਜਿਵੇਂ ਤੂੰ ਕਰਨਾ ਚਾਹੇਗਾ ਨਾ ਉਵੇਂ ਕਰੋ। बिलो कहो ता बिद सो अब जाई। ਕਹਿਣ ਲੱਗੇ ਬਿਲਕੋ ਪਹਿਲਾਂ ਤਾਂ ਜਾ ਕੇ ਦਰਸ਼ਨ ਕਰ ਲਓ ਉਹਨਾਂ ਦੇ। ਵਿਦ ਤੋਂ ਅਬ ਜਾਈ, ਕਿਹੜੀ ਵਿਧੀ ਨਾਲ ਤੁਸੀਂ ਉਹਨਾਂ ਨਾਲ ਚਰਚਾ ਕਰਨੀ ਜਾਂ ਉਹਨਾਂ ਦੇ ਦਰਸ਼ਨ ਕਰਨੇ ਉਹ ਤੁਹਾਡੀ ਮਰਜ਼ੀ ਹੈ। ਮੰਗਲਨਾਥ ਤੂੰ ਆਪਣੇ ਤਰੀਕੇ ਨਾਲ ਜਾ, ਤੂੰ ਆਪ ਜਾ ਕੇ ਉਹਨਾਂ ਨੂੰ ਮਿਲ। मंगल बोलत हे गुरु गोरख। ਉਸ ਵੇਲੇ ਮੰਗਲਨਾਥ ਨੇ ਫੇਰ ਬਚਨ ਕੀਤਾ
ਕਿਹਾ ਗੋਰਖਨਾਥ ਨੂੰ, ਕਹਿੰਦੇ ਹੇ ਗੁਰੂ ਗੋਰਖ, ਹੇ ਮੇਰੇ ਗੁਰੂ ਗੋਰਖ, ਪੂਰਨ ਹੋ ਜੁਗਿਆ ਸਭ ਲਾਇਕ। ਕਹਿਣ ਲੱਗੇ ਪੂਰਨ ਹੋ, ਕਹਿਣ ਲੱਗੇ ਪੂਰਨ ਹੋ, ਕਹਿਣ ਲੱਗੇ ਉਹ ਸਾਰੇ ਪ੍ਰਕਾਰ ਕਰਕੇ ਇੱਕ ਪੂਰਨ ਯੋਗੀ ਹੈ ਗੁਰੂ ਨਾਨਕ ਸਾਹਿਬ ਜੀ, ਸਾਰੇ ਤਰ੍ਹਾਂ ਉਹ ਲਾਇਕ ਹੈ। ਸੋ ਸਭ ਹੀ ਬਿਦ ਪੂਰਨ ਨਾਨਕ। ਸਭ ਹੀ ਵਿਦ, ਕਹਿੰਦੇ ਸਾਰੀਆਂ ਤਰੀਕਾਂ ਕਰਕੇ ਪਰਫੈਕਟ ਹੈ ਨਾਨਕ। ਨਾਨਕ ਜਿਹੜੇ ਹਨ ਕਹਿੰਦੇ ਪਰਫੈਕਟ ਹੈ, ਉਹਦੇ ਵਿੱਚ ਕੋਈ ਘਾਟਾ ਨਹੀਂ, ਉਹਦੇ ਵਿੱਚ ਕੋਈ ਗਲਤੀ ਨਹੀਂ, ਉਹਦੇ ਵਿੱਚ ਕੋਈ ਦੋਖ ਨਹੀਂ, ਉਹ ਪੂਰਨ ਹਨ, ਉਹ ਕੰਪਲੀਟ ਹਨ, ਉਹ ਪਰਫੈਕਟ ਹਨ। ਜਾਏ ਸਰਨ ਤਿਸੈ ਗਤ ਦਾਇਕ। ਕਹਿਣਗੇ ਜਾਏ ਸ਼ਰਨ, ਗੋਰਖ ਨੂੰ ਕਹਿੰਦਾ ਗੁਜਾ ਮੰਗਲਾਥ, ਕਹਿੰਦਾ ਚੱਲ ਗੋਰਖ ਤੂੰ ਵੀ ਚੱਲ ਮੇਰੇ ਨਾਲ, ਆਪਾਂ ਜੇ ਕੋਈ ਚਰਨੀ ਪੈ ਜਾਈਏ। ਗੋਜਾ ਨਾਨਕ ਤਾਂ ਪੂਰਾ ਹੈ, ਕਹਿੰਦਾ ਆਪਾਂ ਵੀ ਉਹਦੀ ਚਰਨੀ ਪੈ ਜਾਈਏ ਜੋ ਆਪਣੀ ਵੀ ਗਤੀ ਕਰ ਦੇਗਾ। ਖੋਜਬੋ ਦੇਖਬੋ ਕਿਆ ਤਹਿ ਕੋ। ਕਹਿਣ ਲੱਗੇ ਮੈਂ ਉਹਨੂੰ ਕੀ ਖੋਜਾਂਗਾ, ਮੈਂ ਉਹਨੂੰ ਕੀ ਦੇਖਾਂਗਾ, ਉਹ ਤਾਂ ਪਹਿਲਾਂ ਹੀ ਮੁਕਤੀ ਦਾ ਦਾਤਾ ਹੈ, ਉਹ ਤਾਂ ਆਪ ਪਰਮਾਤਮਾ ਤੁਰਿਆ ਫਿਰਦਾ ਹੈ। ਸੁਰ ਨਾਇਕ ਨਾਇਕ ਸੰਤ ਸਹਾਇਕ। ਕਹਿਣ ਲੱਗੇ ਇਨਸਾਨਾਂ ਦੀ ਤਾਂ ਤੂੰ ਗੱਲ ਛੱਡ, ਸੁਰ ਨਾਇਕ, ਉਹ ਤਾਂ ਸੁਰ ਨਾਇਕ, ਦੇਵਤਿਆਂ ਦਾ ਰਾਜਾ। ਕੌਣ? ਇੰਦਰ, ਉਹ ਇੰਦਰ ਦਾ ਵੀ ਸਵਾਮੀ ਹੈ ਗੁਰੂ ਨਾਨਕ ਪਰਮੇਸ਼ਰ। ਸੰਤ ਸਹਾਇਕ, ਉਹ ਸੰਤਾਂ ਦਾ ਸਹਾਇਕ ਹੈ, ਉਹ ਸੰਤਾਂ ਦੇ ਧਿਆਨ ਦਾ ਆਸਰਾ ਹੈ। ਸਾਰੀ ਦੁਨੀਆ ਜਦੋਂ ਪਰਮੇਸ਼ਰ ਨੂੰ ਚੇਤੇ ਕਰਦੀ ਹੈ ਤਾਂ ਗੁਰੂ ਨਾਨਕ ਨੂੰ ਹੀ ਚੇਤੇ ਕਰਦੀ ਹੈ ਨਾ, ਧਿਆਨ ਸਾਰਿਆਂ ਦਾ ਉੱਥੇ ਹੀ ਲੱਗਦਾ ਹੈ। ਇਹ ਗੱਲ ਜਿਹੜੀ ਹੈ, ਇੱਕ ਵਾਰ ਜਿਹੜੀ ਹੈ ਮੀਆਂ ਮੀਰ ਜੀ ਨੇ ਕਿਹਾ, ਕਹਿੰਦੇ ਜਦੋਂ ਵੀ ਕਹਿੰਦੇ ਉਦੋਂ ਕਈਆਂ ਨੇ ਸਵਾਲ ਕੀਤਾ ਮੀਆਂ ਮੀਰ ਨੂੰ, ਕਹਿੰਦੇ ਤੁਹਾਨੂੰ ਸਾਰੇ ਜਿਹੜੇ ਹਨ ਮੁਗਲਾਂ ਦੇ ਰਾਜੇ ਤੁਹਾਨੂੰ ਮੱਥਾ ਟੇਕਦੇ ਹਨ, ਤੁਹਾਡੇ ਅੱਗੇ ਸਿਰ ਝੁਕਾਉਂਦੇ ਹਨ, ਪਰ ਕਹਿੰਦੇ ਤੁਸੀਂ ਆਪ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਮੰਨਦੇ ਹੋ, ਉਹਨਾਂ ਦੇ ਦਰਸ਼ਨ ਕਰਦੇ ਹੋ ਬੜੇ ਪਿਆਰ ਨਾਲ ਜਾ ਕੇ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਉਹਨਾਂ ਨੇ ਦਰਸ਼ਨ ਕਰਦੇ ਸਨ ਬਾਅਦ ਵਿੱਚ, ਤੇ ਕਹਿੰਦੇ ਵੀ ਤੁਸੀਂ ਇਹ ਜਿਹੜਾ ਹੈ ਗੁਰੂ ਨੂੰ ਵੱਡਾ ਜਾਣਦੇ ਹੋ। ਉਹ ਕਹਿੰਦਾ ਮੈਨੂੰ ਨਹੀਂ ਪਤਾ ਕੌਣ ਵੱਡਾ ਹੈ। ਮੀਆਂ ਮੀਰ ਕਹਿੰਦਾ ਜਦੋਂ ਮੇਰਾ ਧਿਆਨ ਜੋੜਦਾ ਨਾ, ਮੈਂ ਅੱਲਾ ਖੁਦਾ ਦੇ ਵਿੱਚ ਮੈਂ ਬਹਿਨਾ ਸਮਾਧੀ ਵਿੱਚ, ਕਹਿੰਦਾ ਉਸ ਵੇਲੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੇ ਬੈਠੇ ਨਜ਼ਰ ਆਉਂਦੇ ਨੇ। ਜਿੱਦਣ ਮੇਰੀ ਸੁਰਤੀ ਖੁਦਾ ਵਿੱਚ ਪਹੁੰਚਦੀ ਆ ਨਾ, ਉਸ ਵੇਲੇ ਮੈਨੂੰ ਦਰਸ਼ਨ ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦੇ ਨੇ ਆਪਣੇ ਤਖਤ ਤੇ ਬੈਠਿਆਂ। ਕਹਿੰਦਾ ਇਸ ਕਰਕੇ ਮੇਰਾ ਸਿਰ ਝੁਕਦਾ ਉਹਨਾਂ ਅੱਗੇ। ਜੇ ਅੱਜ ਖੁਦਾ ਹੈ ਸੰਸਾਰ ਦੇ ਉੱਤੇ, ਕਹਿੰਦੇ ਉਹ ਹੈ। ਇਸ ਕਰਕੇ ਕਹਿੰਦੇ ਵੀ ਉਹੀ ਹੈ ਗੁਰੂ ਨਾਨਕ ਜਿਹਦੇ ਵਿੱਚ ਸਾਰਿਆਂ ਦਾ ਧਿਆਨ ਦਾ ਆਸਰਾ ਹੈ। ਇੱਕ ਦੁਬਾਰ ਹੈ ਖੋਜ ਪਿਖਾ। ਕਹਿਣਗੇ ਇੱਕ ਜਿਹੜਾ ਹੈ, ਫਿਰ ਕਹਿੰਦਾ ਇੱਕ ਦੋ ਵਾਰ, ਕਹਿੰਦੇ ਇੱਕ ਦੋ ਵਾਰੀ ਕਿਸੇ ਨੂੰ ਜਿਹੜਾ ਹੈ ਚੈੱਕ ਕਰਨਾ, ਆਪਾਂ ਚੈੱਕ ਕਰਦੇ। ਤੂੰ ਤਾਂ ਕਿੰਨੇ ਸਿੱਧ ਭੇਜਤੇ ਗੋਰਖ, ਹੁਣ ਤਾਂ ਹਟ ਜਾ, ਕੀ ਇਹ ਖੇਡ ਬਣਾਈ ਆ? ਖੋਜ ਪਿੱਖਾ, ਹੁਣ ਮੈਂ ਕੀ ਖੋਜਾਂ, ਕੀ ਦੇਖਾਂ ਜਾ ਕੇ? ਹੁਣ ਖੋਜੇ ਕੋ ਖੋਜਨ ਰੀਤ ਨਾ ਲਾਇਕ। ਮਹਾਰਾਜ ਜਿਹੜੇ ਖੋਜੀ ਹੋਈ ਚੀਜ਼, ਜਿਹਦੀ ਚੀਜ਼ ਦਾ ਆਪਾਂ ਨੂੰ ਪਤਾ ਹੋਵੇ, ਜਿਹਦਾ ਗਿਆਨ ਹੋਵੇ, ਫਿਰ ਮੁੜ ਕੇ ਉਹਦੀ ਰਿਸਰਚ ਕਰੀ ਜਾਣੀ, ਕੀ ਫਾਇਦਾ ਹੈ? ਕਹਿੰਦੇ ਫਿਰ ਉਹ ਲਾਇਤਰਾ ਰੀਤ ਚੰਗੀ ਨਹੀਂ ਹੁੰਦੀ ਜਿਹੜੀ ਮੁੜ ਕੇ ਕਰੀ ਜਾਣਾ, ਕਣਤਾਈ ਜਾਣਾ। ਇਸ ਕਰਕੇ ਤਾਂ ਭਾਈ ਮਰਦਾਨੇ ਨੂੰ ਵੀ ਗੁੱਸਾ ਚੜ ਗਿਆ ਸੀ ਨਾ ਕੱਲ, ਜਿਹੜਾ ਆਪਾਂ ਜਿਹੜੀ ਪਿਛਲੇ ਅਧਿਆਇ ਦੀ ਕਥਾ ਕੀਤੀ ਹੈ। ਕਹਿੰਦੇ ਉਹ ਜਿਹੜਾ ਉਹਦੇ ਵਿੱਚ ਉਹਨੂੰ ਵੀ ਗੁੱਸਾ ਚੜ ਗਿਆ ਸੀ, ਕਹਿੰਦਾ ਕਿਉਂ ਕਣਤਾਈ ਜਾਂਦੇ ਆ? ਫਿਰ ਆਇਸ ਨਾਹੇ ਉਲੰਘ ਹੋ ਤੌਰ। ਪਰ ਕਹਿੰਦੇ ਮੰਗਲਨਾਥ ਕਹਿੰਦਾ ਗੋਰਖ ਤੂੰ ਮੇਰਾ ਗੁਰੂ ਹੈ, ਤੇਰੀ ਆਗਿਆ ਨੂੰ ਮੈਂ ਮੋੜਦਾ, ਤੂੰ ਮੈਨੂੰ ਕਿਹਾ ਜਾਣ ਨੂੰ ਮੈਂ ਜਾਵਾਂਗਾ। ਕਹੋ ਤੇ ਜਾਇ ਕਹਿ ਲਿਆਓ ਹਕਾਰੀ। ਹਾਂ ਕਹੋ, ਜੇ ਤੂੰ ਕਹੂੰਗਾ ਮੈਂ ਉਹਨਾਂ ਨੂੰ ਲੈ ਕੇ ਆ ਜਾਣਾ ਇੱਥੇ। ਜਾ ਕੇ ਮਿਲੇ ਤੇ ਕਰਤਾਰਥ ਹੋਏਗੋ। ਹਾਂ ਕਹਿਣਗੇ ਮੈਂ ਉੱਥੇ ਜਾ ਕੇ ਮੈਂ ਆਪ ਵੀ ਨਿਹਾਲ ਹੋ ਜਾਵਾਂਗਾ ਤੇ ਮੈਂ ਉਹਨਾਂ ਨੂੰ ਇੱਥੇ ਲੈ ਕੇ ਆਉਂਗਾ, ਜਿਹਦੇ ਕਰਕੇ ਸਾਰੇ ਨਿਹਾਲ ਹੋ ਜਾਣਗੇ। ਜਾਏ ਪਿਖੋ ਮਨ ਆਲਸ ਟਾਰੀ। ਜਾਏ ਪਿਖੋ, ਚਲੋ ਕਹਿੰਦਾ ਮੈਂ ਜਾਂਦਾ ਹਾਂ ਮਨ ਦੀ ਆਲਸ ਨੂੰ ਟਾਰ ਕੇ, ਮੈਂ ਗੁਰੂ ਨਾਨਕ ਨੂੰ ਜਾ ਕੇ ਮਿਲਦਾ ਹਾਂ। ਮੰਗਲ ਜੀ ਅੰਨ ਹੋ ਤਾਬਿਦ। ਹੁਣ ਗੋਰਖ ਕਹਿੰਦਾ ਮੰਗਲਨਾਥ ਉਹਨਾਂ ਨੂੰ ਲੈ ਕੇ ਆ ਜਾਓ, ਕਿਹੜੇ ਵੀ ਤਰੀਕੇ ਨਾਲ ਨਾ ਤੂੰ ਉਹਨਾਂ ਨੂੰ ਇੱਥੇ ਛੱਤੀ ਲੈ ਕੇ ਆ ਜਾ। ਲੈ ਉਪਦੇਸ਼ ਹਮਾਰ ਜੋ ਧਾਰੀ। ਹਾਂ ਕਹਿੰਦਾ ਲੈ ਉਪਦੇਸ਼, ਪਰ ਤੂੰ ਟਰਾਈ ਕਰ ਲਈ ਇੱਕ ਵਾਰੀ ਵੀ ਸਾਡਾ ਉਪਦੇਸ਼ ਲੈਂਦਾ ਕਿ ਨਹੀਂ ਲੈਂਦਾ। ਹਾਂਜੀ ਸਾਡਾ ਉਪਦੇਸ਼ ਵੀ ਟਰਾਈ ਕਰ ਲਈ, ਵੀ ਅਸੀਂ ਵੀ ਪਰਖਣਾ ਚਾਹੁੰਦੇ ਵੀ ਸੱਚਮੁੱਚ ਪਰਮਾਤਮਾ ਹੈ ਕਿ ਨਹੀਂ। ਹਾਂਜੀ ਕਹਿੰਦੇ ਮਾੜਾ ਟਰਾਈ ਜਾ ਜ਼ਰੂਰ ਕਰ ਲਈ। ਆਵਹਿ ਮਾਰਗ ਸਿੱਧਨ ਕੇ। ਹਾਂ ਕਹਿੰਦੇ ਜਿਹਦੇ ਕਰਕੇ ਸਿੱਧਾਂ ਦੇ ਮਾਰਗ ਤੇ ਆ ਜਾਵੇ। ਭਵ ਮੈਂ ਪ੍ਰਕਾਸ਼ ਵਡੋ ਜਸਕਾਰੀ। ਹਾਂ ਭਾਉ ਹੈ, ਕਹਿਣ ਲੱਗੇ ਇਹ ਸੰਸਾਰ 'ਚ ਉਹਦਾ ਵੱਡਾ ਜਸ ਹੋਵੇਗਾ, ਸਾਰੀ ਦੁਨੀਆ ਉਹਦੇ ਚਰਨੀ ਪਵੇਗੀ ਜੇ ਆਪਣੇ ਪੰਥ ਵਿੱਚ ਆ ਜਾਏਗਾ। ਮੰਗਲਨਾਥ ਕਹੈ ਪੁਨ ਬੈਨ ਕੋ। ਸੋ ਮੰਗਲਨਾਥ ਨੇ ਇਹ ਗੱਲ ਗੋਰਖਨਾਥ ਦੀ ਸੁਣ ਕੇ ਕਿਹਾ, ਕਿਉ ਨਾ ਬਨੈ ਜਿਵ ਚਾਹੇ ਤੁਮਾਰੀ। ਕਹਿਣ ਲੱਗੇ ਗੁਰੂ ਗੋਰਖ ਜੀ ਇਹ ਗੱਲ ਨਹੀਂ ਬਣਨੀ, ਉਹਨਾਂ ਨੇ ਤਾਂ ਤੁਹਾਨੂੰ ਚੇਲਾ ਬਣਾਉਣਾ ਹੈ, ਤੁਹਾਡਾ ਚੇਲਾ ਥੋੜੋ ਬਣਨ ਵਾਸਤੇ ਆਉਣਗੇ। ਜੇ ਹਮ ਤੇ ਅਲੱਗ ਹੋ ਵਹਿਸੋ। ਜੇ ਸਾਤੋਂ ਉਹ ਛੋਟਾ ਹੋਵੇ, ਜੇ ਸਾਤੋਂ ਕੋਈ ਕੰਮ ਹੋਵੇ, ਜੇ ਉਹ ਘੱਟ ਸ਼ਕਤੀ ਵਾਲਾ ਹੋਵੇ,
ਘੱਟ ਬਰਕਤਾਂ ਵਾਲਾ ਹੋਵੇ ਸਾਡੇ ਨਾਲੋਂ ਤਾਂ ਫਿਰ ਕਬਲੇ ਉਪਦੇਸ਼ ਭਲੋ ਹਾਂ ਅਧਿਕਾਰੀ। ਫਿਰ ਉਹ ਉਪਦੇਸ਼ ਲੈਣ ਦਾ ਅਧਿਕਾਰੀ ਆ ਵੀ ਅਸੀਂ ਉਹਨੂੰ ਆਪਣਾ ਸਟੂਡੈਂਟ ਬਣਾ ਸਕਦੇ ਹਾਂ, ਅਸੀਂ ਉਹਨੂੰ ਆਪਣੀ ਟੀਚਿੰਗ ਆਪਣਾ ਉਪਦੇਸ਼ ਦੇ ਸਕਦੇ ਹਾਂ। ਕੋਈ ਜੋ ਦੀਰਘ ਕੈਸੇ ਬਣਾਏ ਬਿਦ। ਜੋ ਆਪਣੇ ਨਾਲੋਂ ਵੱਡਾ ਹੋਵੇ ਉਹਨੂੰ ਕੀ ਉਪਦੇਸ਼ ਦੇਣਾ ਹੈ? ਉਹਦੇ ਤੋਂ ਤਾਂ ਉਪਦੇਸ਼ ਲਈਦਾ ਹੁੰਦਾ ਹੈ, ਥੋੜੋ ਦੇਈਦਾ ਹੁੰਦਾ ਜੋ ਆਪਣੇ ਤੋਂ ਵੱਡਾ ਹੋਵੇ। ਹੈ ਵਿਪਰੀਤ ਸੀ ਰੀਤ ਵਿਚਾਰੀ। ਕਹਿਣਗੇ ਇਹ ਵਿਪਰੀਤ ਹੈ, ਇਹ ਭੈੜੀ ਰੀਤ ਹੈ, ਇਹ ਚੰਗੀ ਰੀਤੀ ਨਹੀਂ। ਗੋਰਖਨਾਥ ਨੂੰ ਕਹਿੰਦਾ ਮੰਗਲਨਾਥ, ਜਿਉ ਪਟ ਬੀਜਨ ਕੇ ਪ੍ਰਕਾਸ਼ ਤੇ। ਜਿਉਂ ਪਟ ਬੀਜਣ ਤੇ ਕਹਿੰਦੇ ਕਿ ਟਿਟਾਣਾ ਜਿਹੜਾ ਹੈ ਉਹ ਜਿਹੜਾ ਹੈ ਜਿਹੜਾ ਸੂਰਜ ਦੇ ਪ੍ਰਕਾਸ਼ ਨੂੰ ਆਪਣਾ ਪ੍ਰਕਾਸ਼ ਜਾਣੇ ਵੀ ਮੈਂ ਸੂਰਜ ਨਾਲੋਂ ਜ਼ਿਆਦਾ ਮੇਰੇ ਵਿੱਚ ਚਾਨਣ ਹੈ, ਜਿਹੜਾ ਫਾਇਰ ਫਲਾਈ ਹੈ। ਕਹਿੰਦਾ ਮੇਰੇ ਵਿੱਚ ਜਿਹੜਾ ਬ੍ਰਾਈਟਨੈਸ ਹੈ ਉਹ ਸਨ ਨਾਲੋਂ ਜ਼ਿਆਦਾ ਹੈ। ਜੋ ਐਂ ਸੋਚੇ ਭਾਨ ਛਪਾਵਤ ਸੁਧ ਵਿਸਾਰੀ। ਕਹਿੰਦੇ ਭਾਨ ਛੁਪਾਵਤ ਸੁਧ ਵਿਸਾਰੀ। ਉਹ ਇਉਂ ਕਹਿ ਸਕਦਾ ਨਾ, ਰਾਤ ਵੇਲੇ ਹੀ ਵਿਚਾਰਾ ਕਹਿ ਸਕਦਾ, ਜਦੋਂ ਦਿਨ ਚੜ੍ਹਦਾ ਵਿਚਾਰਾ ਕੀ ਕਹੇਗਾ? ਉਹ ਸੂਰਜ ਤਾਂ ਹੋਰ ਵੀ ਜ਼ਿਆਦਾ ਚਾਨਣ ਵਾਲਾ। ਫਿਰ ਉਹ ਆਪਣਾ ਮੂੰਹ ਲੁਕਾਉਣ ਨੂੰ ਉਹਨੂੰ ਥਾਂ ਨਹੀਂ ਮਿਲਦਾ ਵਿਚਾਰੇ ਨੂੰ, ਨਾ ਉਹਦੀ ਗੱਲਬਾਤ ਕੋਈ ਪੁੱਛਦਾ ਹੈ। ਉਹ ਚਾਨਣ ਕੱਢਦਾ ਵੀ ਕਿਸੇ ਨੂੰ ਦਿਸਦਾ ਨਹੀਂ ਹੈਗਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਸੂਰਜ ਨੇ, ਆਪਾਂ ਤਾਂ ਟਿਟਾਣੇ ਹਾਂ, ਆਪਾਂ ਫਾਇਰ ਫਲਾਈਸ ਹਾਂ। ਗੋਰਖ ਬੈਨ ਭਨੇ ਸੁਨ ਕੈ। ਗੋਰਖਨਾਥ ਨੇ ਇਹ ਗੱਲ ਮੰਗਲਨਾਥ ਦੀ ਸੁਣ ਕੇ ਕਿਹਾ, ਤੁਮ ਹੈ ਸਮਝੀ ਮਤ ਸਿੱਧਨ ਨਿਆਰੇ। ਦੇਖੋ ਕਹਿੰਦੇ ਮੰਗਲਨਾਥ ਤੂੰ ਇਹ ਗੱਲ ਸਮਝੀ ਹੈ, ਇਹ ਗੱਲ ਤੇਰੀ ਸਮਝ ਵਿੱਚ ਆ ਗਈ ਹੈ। ਕਹਿਣਗੇ ਸਿੱਧਨ ਨਿਆਰੇ, ਕਹਿਣਗੇ ਤੂੰ ਸਿੱਧਾਂ ਤੋਂ ਅਲਾਇਦਾ ਹੈ, ਤੂੰ ਨਿਆਰਾ ਹੈ। ਕਹਿਣਗੇ ਸਾਰੇ ਸਿੱਧ ਹੰਕਾਰ ਵਿੱਚ ਆ, ਮੰਗਲਨਾਥ ਤੂੰ ਕੱਲਾ ਹੀ ਆ ਜਿਹਦੇ ਚ ਹੰਕਾਰ ਹੈ ਨਹੀਂ। ਹਾਂਜੀ ਤੈਨੂੰ ਸੱਚਾਈ ਦਾ ਪਤਾ ਹੈ। ਧੰਨ ਤੁਮੈ ਸੁਭ ਜੋਗ ਕੇ ਲਾਇਕ। ਕਹਿਣਗੇ ਧੰਨ ਹੈ ਮੰਗਲਨਾਥ ਤੂੰ ਧੰਨ ਹੈ, ਤੂੰ ਯੋਗ ਦੇ ਲਾਇਕ ਹੈ। ਮਨ ਤੇ ਜਿਨ ਮਾਨ ਵਿਸਾਰੇ। ਕਹਿਣਗੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਮਾਨ ਹੰਕਾਰ ਕੱਢ ਦਿੱਤਾ, ਦੂਰ ਕਰਤਾ। ਜਾਣ ਲਿਓ ਸਭ ਨਾਨਕ ਭੇਦ ਕੋ। ਉਹੀ ਗੁਰੂ ਨਾਨਕ ਨੂੰ ਜਾਣਨਗੇ। ਜਿਨ੍ਹਾਂ ਨੇ ਅਹੰਕਾਰ ਆਪਣੇ ਮਨ ਚੋਂ ਕੱਢ ਦਿੱਤਾ, ਉਹਨਾਂ ਨੇ ਹੀ ਗੁਰੂ ਨਾਨਕ ਨੂੰ ਪਹਿਚਾਨਿਆ ਹੈ। ਉਹੀ ਗੁਰੂ ਨਾਨਕ ਦੇ ਕਦਮਾਂ ਵਿੱਚ ਪੈਂਦੇ ਹਾਂ। ਅੱਜ ਵੀ ਗੁਰੂ ਨਾਨਕ ਨੂੰ ਉਹੀ ਮੰਨੇਗਾ, ਗੁਰੂ ਨਾਨਕ ਨੂੰ ਉਹੀ ਜਾਣੇਗਾ ਜਿਹਦੇ ਵਿੱਚੋਂ ਹੰਕਾਰ ਨਿਕਲੇਗਾ। ਜਿਹੜੇ ਬੰਦੇ ਅੱਜ ਕਹਿੰਦੇ ਨੇ ਗੁਰੂ ਨਾਨਕ ਆਮ ਇਨਸਾਨ ਨੇ, ਉਹਨਾਂ ਵਿੱਚ ਹੰਕਾਰ ਭਰਿਆ ਪਿਆ ਹੈ। ਉਹਨਾਂ ਵਿੱਚ ਹੰਕਾਰ ਇਸ ਕਰਕੇ ਗੁਰੂ ਨਾਨਕ ਦੀ ਹਸਤੀ ਤੋਂ ਮੁਨਕਰ ਨੇ। ਜੋ ਵੀ ਅੱਜ ਕਹਿ ਰਿਹਾ ਹੈ ਕਿ ਗੁਰੂ ਨਾਨਕ ਜਿਹੜੇ ਨੇ ਆਪਾਂ ਤੋਂ ਬਹੁਤੇ ਵੱਡੇ ਨਹੀਂ ਸੀਗੇ, ਆਪਣੇ ਵਰਗੇ ਹੀ ਸੀ, ਤੁਰੇ ਫਿਰਦੇ ਸੀ, ਉਪਦੇਸ਼ ਕਰਦੇ, ਇਹ ਬੰਦਿਆਂ ਦੇ ਮਨ ਵਿੱਚ ਹੰਕਾਰ ਹੈ। ਹੰਕਾਰ ਦਾ ਕੀੜਾ ਇਹਨਾਂ ਨੂੰ ਖਾ ਰਿਹਾ ਹੈ। ਸੋ ਇਸ ਕਰਕੇ ਇਹ ਗੁਰੂ ਦੀ ਹਸਤੀ ਨੂੰ ਮੰਨਣਾ। ਇੱਥੇ ਕਲੀਅਰ ਸ਼ਬਦ ਆ ਜੀ। ਦੇਖੋ ਗੋਰਖਨਾਥ ਨੇ ਕਿਹਾ ਜਿਹਦੇ ਮਨ ਵਿੱਚ ਮਾਣ ਨਹੀਂ ਹੋਏਗਾ ਨਾ, ਜਿਹਦੇ ਮਨ 'ਚ ਹੰਕਾਰ ਨਾ ਹੋਵੇ ਨਾ, ਉਹੀ ਗੁਰੂ ਨਾਨਕ ਨੂੰ ਸਮਝੇਗਾ, ਉਹੀ ਜਾਣਦਾ ਹੈ ਗੁਰੂ ਨਾਨਕ ਨੂੰ। ਨਹੀਂ ਤਾਂ ਲੋਕ ਕਹੀ ਜਾਂਦੇ ਨੇ ਗੁਰੂ ਨਾਨਕ ਨੂੰ ਕਿਡਨੈਪ ਕਰਕੇ ਮਾਰਤਾ ਸੀ। ਲੈ ਇਹ ਜਿਹੀਆਂ ਗੱਲਾਂ ਕਰਦੇ ਨੇ ਮੂਰਖਾਂ ਦੇ ਸਿਰ। ਮੂਰਖ ਨੇ ਉਹ ਬੰਦੇ, ਮੂਰਖਾਂ ਤੋਂ ਉਹਦਾ ਸ਼ਬਦ ਹੀ ਨਹੀਂ ਬਣਿਆ ਮੈਨੂੰ ਲੱਗਦਾ। ਉਹਨੂੰ ਮੂੜ ਕਹਿ ਲਈਏ, ਮੂਰਖ ਕਹਿ ਲਈਏ ਤੋਂ ਵੱਧ ਕੋਈ ਸ਼ਬਦ ਮੈਨੂੰ ਨਹੀਂ ਸਮਝ ਆਉਂਦਾ ਵੀ ਕੀ ਕਹੀਏ ਇਹ ਜਿਹਿਆਂ ਨੂੰ। ਉਹਨਾਂ ਨੂੰ ਜਿਹੜੇ ਹਨ ਇਹ ਜਿਹਿਆਂ ਨੂੰ ਜਿਹੜਾ ਹੈ ਬਿਲਕੁਲ ਵੀ ਜਿਹੜਾ ਹੈ, ਦੇਖੋ ਜਿਹਨੂੰ ਸਾਰੀ ਦੁਨੀਆ ਨੇ ਮੱਥਾ ਟੇਕਿਆ, ਇਹ ਬੰਦੇ ਕਹਿੰਦੇ ਕਿਡਨੈਪ ਹੋ ਗਿਆ ਸੀ। ਲੈ ਕਿੱਡੀ ਮੂੜਤਾ ਹੈ, ਸਿਖਰ ਦੀ ਮੂੜਤਾ ਹੈ। ਇਹਨਾਂ ਦੇ ਦਿਮਾਗ ਵਿੱਚ ਤਾਂ ਗੂੰ ਪਿਆ ਹੋਇਆ ਹੈ, ਦਿਮਾਗ ਵੀ ਹੈ ਨਹੀਂ ਇਹਨਾਂ ਵਿੱਚ। ਮਾੜਾ ਮੋਟਾ ਕਿਸੇ 'ਚ ਦਿਮਾਗ ਹੋਵੇ ਨਾ, ਬੰਦਾ ਸੋਚ ਇਹ ਲੈਂਦਾ ਵੀ ਇਹ ਹੋਗਾ। ਜਿਹਦਾ ਦਿਮਾਗ ਇਹ ਗੂੰ ਬਣਿਆ ਹੋਵੇ ਉਹਨੇ ਕੀ ਸੋਚਣਾ ਹੈ। ਜੈਸੋ ਹੈ ਤੁਮ ਤੈਸੋ ਉਚਾਰੇ। ਕਹਿਣਗੇ ਜੈਸੇ ਹੈ ਜਿਹੜਾ ਹੈ ਜੋਗੀ ਨੂੰ ਕਹਿੰਦੇ ਨੇ ਆਪਣੇ ਚੇਲੇ ਨੂੰ। ਦੇਖੋ ਗੋਰਖਨਾਥ ਕਹਿੰਦਾ ਜਿਵੇਂ ਤੂੰ ਕਿਹਾ ਹੈ ਤੁਮ ਤੈਸੋ ਉਚਾਰੋ। ਕਹਿੰਦੇ ਜਿਵੇਂ ਤੂੰ ਜਾਣਿਆ ਹੈ ਤੂੰ ਉਵੇਂ ਉਹਨਾਂ ਨਾਲ ਜਾ ਕੇ ਗੱਲਾਂ ਬਾਤਾਂ ਕਰ, ਤੇ ਜੋ ਤੂੰ ਕਿਹਾ ਗੁਰੂ ਨਾਨਕ ਬਾਰੇ ਉਹ ਸੱਚ। ਗੁਰੂ ਨਾਨਕ ਉਹੀ ਹੈ, ਉਹੀ ਪਰਮੇਸ਼ਰ ਹੈ। ਮਾਨ ਕੇ ਬਾਣ ਵਿਧੇ ਸਭ ਸਿੱਧ। ਕਹਿਣਗੇ ਮਾਨ ਕੇ ਬਾਣ, ਕਹਿਣਗੇ ਹੰਕਾਰ ਦੇ ਜਿਹੜੇ ਤੀਰ ਚਲਾ ਕੇ ਆਏ ਨਾ ਬਾਕੀ ਦੇ ਸਿੱਧ, ਹੁਣ ਬਾਕੀ ਦੇ ਸਿੱਧਾਂ ਨੇ ਕੀ ਕੀਤਾ? ਉੱਥੇ ਆਪਣੇ ਮਾਣ ਆਪਣੇ ਹੰਕਾਰ ਦੇ ਤੀਰ ਚਲਾ ਕੇ ਆਏ ਹਨ। ਵਿਦੇ ਸਭ ਸਿੱਧ ਕਹਿਣ ਲੱਗੇ ਉਹ ਜਿਹੜੇ ਤੀਰ ਸਨ ਉਹ ਆਪੇ ਵਿੰਨੇ ਗਏ ਵਿਚਾਰੇ। ਜਿਹੜੇ ਤੀਰ ਚਲਾਉਣ ਗਏ ਸੀ ਉਹਨਾਂ ਦਾ ਹੰਕਾਰ ਦੇ ਉੱਤੇ ਉਹ ਤੀਰ ਆਪੇ ਆ ਕੇ ਵੱਜੇ। ਕਰੋ ਬਿਦ ਸੋ ਅਭਿਲਾਖ ਜੋ ਥਾਰੇ। ਹਾਂ ਕਹਿਣ ਲੱਗੇ ਕਰੋ ਬਿਦ, ਕਹਿੰਦੇ ਕਰੋ ਤਰੀਕਾ ਜਿਹੜਾ ਤੁਹਾਡੀ ਇੱਛਾ ਅਨੁਸਾਰ ਹੈ। ਜਿਵੇਂ ਤੁਸੀਂ ਕਰਨਾ ਚਾਹੁੰਦੇ ਮੰਗਲਨਾਥ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੋ। ਦੋਹਰਾ ਕੇਤਕ ਸਮਝਿਓ ਭਰਥਰੀ ਗੋਪੀ ਚੰਦ ਸੁਜਾਨ। ਕਹਿਣਗੇ ਕੇਤਕ, ਕਹਿੰਦੇ ਮੈਂ ਕਿੰਨੇ ਜਿਹੜੇ ਹਨ ਭੇਜੇ, ਉਹਨਾਂ ਵਿੱਚੋਂ ਭਰਥਰੀ ਜੀ ਹੋਏ ਜਿਨ੍ਹਾਂ ਦੇ ਅੰਦਰ ਸ਼ਰਧਾ ਸੀ। ਦੂਜੇ ਗੋਪੀ ਚੰਦ ਜੀ ਗਏ ਜਿਹੜੇ ਸਿਆਣੇ ਸੀਗੇ। ਫਿਰ ਘੁੱਗੂ ਨਾਥ ਨਾ ਬੋਲਈ ਮੰਗਲ ਨਾਥ ਮਹਾਨ। ਕਹਿਣਗੇ ਘੁੱਗੂ ਨਾਥ ਨਾ ਬੋਲੇ। ਘੁੱਗੂ ਨਾਥ ਨੇ ਵੀ ਮਾੜਾ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਬਾਰੇ। ਘੁੱਗੂ ਨਾਥ ਵੀ ਠੀਕ ਰਿਹਾ। ਕਹਿੰਦੇ ਮੰਗਲ ਨਾਥ ਤੂੰ ਸਾਰਿਆਂ ਤੋਂ ਵੱਡਾ ਹੈ,
ਤੇਰੇ ਵਿੱਚ ਜਿਹੜੀ ਸ਼ਰਧਾ ਸਭ ਤੋਂ ਜ਼ਿਆਦਾ ਹੈ, ਭਰਤਰੀ ਨਾਲੋਂ ਵੀ ਜ਼ਿਆਦਾ ਹੈ, ਗੋਪੀ ਚੰਦ ਨਾਲੋਂ ਜ਼ਿਆਦਾ ਹੈ ਤੇ ਘੁੱਗੂ ਨਾਥ ਨਾਲੋਂ ਵੀ ਜ਼ਿਆਦਾ ਹੈ। ਖੇਸੂ ਪੇਸੂ ਔਰ ਹੈ ਨਹਿ ਗਿਣਤੀ ਤਿਨ ਕੋਏ। ਹਾਂ, ਕਹਿੰਦੇ ਖੇਸੂ ਪੇਸੂ ਔਰ ਹੈ, ਉਹ ਦੂਜੇ ਤਾਂ ਖੇਸੂ ਪੇਸੂ ਹੀ ਤੁਰੇ ਫਿਰਦੇ ਨੇ, ਆਪਣੇ ਹੰਕਾਰ ਨੂੰ ਚੁੱਕ ਕੇ ਉਹ ਆਪਣੇ ਆਪ ਨੂੰ ਵੀ ਵੱਡਾ ਜਾਣਦੇ ਨੇ ਤੇ ਦੂਜੇ ਨੂੰ ਤਾਂ ਕੁਝ ਜਾਣਦੇ ਹੀ ਨਹੀਂ। ਕਹਿੰਦੇ ਕਿ ਔਰ ਹੈ ਨਹੀਂ ਗਿਣਤੀ ਤਿਨ ਕੋਏ, ਉਹਨਾਂ ਦੀ ਗਿਣਤੀ ਕੋਈ ਨਹੀਂ, ਬਹੁਤ ਜ਼ਿਆਦੇ ਨੇ ਐਸੇ, ਪਰ ਤੇਰੇ ਵਰਗੇ ਕੋਈ ਬਿਰਲੇ ਨੇ ਮੰਗਲਨਾਥ। ਗੋਰਖ ਅਸਬਿਦ ਬੈਨ ਕਹੈ ਬੈਸਿਓ ਤੂਸਨ ਹੋਏ। ਤੇ ਗੋਰਖਨਾਥ ਨੇ ਇਹ ਬਚਨ ਕਰਕੇ ਚੁੱਪ ਕਰਕੇ ਬਹਿ ਗਿਆ। ਹੁਣ ਗੋਰਖਨਾਥ ਫੇਰ ਨਹੀਂ ਬੋਲਿਆ। ਉਤ ਯੋ ਕਰਤ ਵਿਚਾਰ ਕੋ ਇਤ ਸ੍ਰੀ ਨਾਨਕ ਸੰਗ। ਉਤ ਯੋ ਕਰਤ ਵਿਚਾਰ ਕੋ, ਤੇ ਇਹ ਜਿਹੜਾ ਹੈ ਉਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਐਸਾ ਵਿਚਾਰ ਜਿਹੜਾ ਹੈ ਕਰਨ ਵਾਸਤੇ ਇਤ ਸ੍ਰੀ ਨਾਨਕ ਸੰਗ, ਗੁਰੂ ਨਾਨਕ ਮਹਾਰਾਜ ਨਾਲ ਵਿਚਾਰ ਕਰਨ ਵਾਸਤੇ ਭਾਈ ਮਰਦਾਨਾ ਜੀ ਕੁਝ ਕਹਿੰਦੇ ਹਨ। ਬੋਲਿਓ ਮਰਦਾਨਾ ਤਬੈ ਚੜੀਏ ਮੇਰ ਉਤੰਗ। ਭਾਈ ਮਰਦਾਨਾ ਕਹਿੰਦਾ ਮਹਾਰਾਜ ਕਿਉਂ ਆਪਾਂ ਕਾਫੀ ਰੈਸਟ ਕਰ ਲਈ ਆ, ਆਪਾਂ ਹੁਣ ਉੱਤੇ ਚੜੀਏ, ਹੁਣ ਜਿਹੜਾ ਹਨ ਸੁਮੇਰ ਤੇ ਪਹੁੰਚੀਏ ਜਾ ਕੇ। ਕਿਤਕ ਕਾਲ ਅਵਿਲੋਕਿਓ ਗਮਨੈ ਬਹੁਰ ਸੁਮੇਰ। ਕਹਿਣ ਲੱਗੇ ਕੇਤਕ ਥੋੜਾ ਜਿਹਾ ਆਪਾਂ ਉੱਥੇ ਜਿਹੜਾ ਹੈ ਜਿਹੜਾ ਦੇਖ ਕੇ, ਹਾਂਜੀ ਮਹਾਰਾਜ ਜੀ ਕਹਿੰਦੇ ਸਾਰਾ ਆਪਣਾ ਸਾਈਟ ਸੀਇੰਗ ਚੰਗਾ ਕਰਕੇ ਫਿਰ ਆਪਾਂ ਜਾਵਾਂਗੇ ਹੌਲੀ ਹੌਲੀ ਸੁਮੇਰ ਨੂੰ। ਇੰਨੀ ਛੱਤੀ ਕੀ ਆ ਮਰਦਾਨਿਆ, ਹੌਲੀ ਹੌਲੀ ਜਾਵਾਂਗੇ। ਰਹੇ ਸਿੱਧ ਆਵਨ ਕਛੂ ਬਦ ਹੈ ਮਾਨ ਕਨੇਰ। ਹਾਂ, ਕਹਿਣ ਲੱਗੇ ਰਹੇ ਸਿੱਧ ਆਵਨ ਕਛ, ਕਹਿਣ ਲੱਗੇ ਹੋਰ ਥੋੜੇ ਜਿਹੇ ਸਿੱਧ ਰਹਿੰਦੇ ਆਉਣ ਵਾਸਤੇ, ਕਈਆਂ ਨੇ ਹਜੇ ਆਉਣਾ ਸੀ, ਉਹਨਾਂ ਦੀ ਡੀਕ ਕਰ ਰਹੇ ਆ, ਉਹ ਵੀ ਆ ਜਾਣ ਤੇ ਉਹਨਾਂ ਨਾਲ ਵੀ ਜਿਹੜੀ ਚਰਚਾ ਹੋਣੀ ਆ, ਉਹ ਚਰਚਾ ਜਿਹੜੀ ਹਜੇ ਕਾਫੀ ਰਹਿੰਦੀ ਆ ਉਹਨਾਂ ਦੇ ਨਾਲ, ਉਹ ਪੂਰੀ ਕਰ ਲਈਏ। ਆਇਓ ਹੈ ਮੰਗਲਨਾਥ ਤਬੈ। ਦੇਖੋ ਨਾ, ਇਹ ਸਾਰੇ ਸਿਨੈਰੀਓ ਤੋਂ ਆਪਾਂ ਨੂੰ ਕੀ ਸਮਝ ਆਉਂਦਾ ਹੈ, ਗੁਰੂ ਨਾਨਕ ਸਾਹਿਬ ਜੀ ਜਾਣਦੇ ਹਨ ਕੀ ਹੋਣਾ ਹੈ ਐਗਜ਼ੈਕਟਲੀ। ਮਹਾਰਾਜ ਨੂੰ ਪਤਾ ਹੈ ਵੀ ਕੌਣ ਆ ਰਿਹਾ ਹੈ, ਕੀ ਆ ਕੇ ਉਹਨੇ ਕਹਿਣਾ ਹੈ, ਕੀ ਕਰਨਾ ਹੈ, ਸਭ ਗੁਰੂ ਨਾਨਕ ਨੂੰ ਪਤਾ ਹੈ। ਪਰ ਦੇਖੋ ਇਹ ਜਿਹੜੇ ਯੋਗੀ ਆ ਰਹੇ ਨੇ, ਇਹ ਸਮਝਦੇ ਮੈਂ ਆ ਰਿਹਾ ਹਾਂ, ਮੈਂ ਇਹ ਕਰਾਂਗਾ, ਮੈਂ ਉਹ ਕਰਾਂ। ਦੇਖੋ ਵੈਰੀ ਕਲੀਅਰ ਹੈ, ਹੰਕਾਰ ਆਪਾਂ ਨੂੰ ਇਹ ਅਵਸਥਾ ਤੇ ਲੈ ਕੇ ਜਾਂਦਾ ਹੈ। ਪਰਮਾਤਮਾ ਸਭ ਕੁਝ ਜਾਣਦੇ ਨੇ, ਪਰਮਾਤਮਾ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਵਿੱਚ ਸਾਰੇ ਵਿਆਪਕ ਨੇ, ਉਹਨਾਂ ਨੂੰ ਸਾਰਾ ਪਤਾ ਕੀ ਹੋਣਾ, ਪਰ ਆਪਾਂ ਨੂੰ ਲੱਗਦਾ ਮੈਂ ਕਰ ਰਿਹਾ। ਦੇਖੋ ਨਾ, ਇਹ ਹੰਕਾਰ ਤਾਂ ਹੀ ਕਹਿੰਦੇ ਇਹ ਹੰਕਾਰ ਜਿਹੜਾ ਹੁੰਦਾ ਇਹ ਯੂਸਲੈਸ ਹੁੰਦਾ, ਕਿਉਂਕਿ ਪਰਮਾਤਮਾ ਨੂੰ ਪਤਾ ਕੀ ਹੋਣਾ ਕੀ ਨਹੀਂ ਕਰਨਾ, ਕਰਨਾ ਕਰਾਉਣਾ ਉਹਨੇ ਆ, ਪਰ ਆਪਾਂ ਨੂੰ ਲੱਗਦਾ ਮੈਂ ਕਰ ਰਿਹਾ। ਹੁਣ ਦੇਖੋ ਇਹੀ ਸਿਨੈਰੀਓ ਐਗਜ਼ੈਕਟਲੀ ਉਹ ਸਿੱਧ ਚੱਲ ਕੇ ਆ ਰਹੇ ਨੇ, ਮੈਂ ਇਹ ਕਰੂੰਗਾ, ਮੈਂ ਉਹ ਕਰਾਂ, ਪਰ ਗੁਰੂ ਨਾਨਕ ਨੂੰ ਐਗਜ਼ੈਕਟਲੀ ਪਤਾ ਹੈ ਵੀ ਕੀ ਹੋਣਾ ਕੀ ਨਹੀਂ ਹੋਣਾ। ਤਾਂ ਹੀ ਗੁਰੂ ਨਾਨਕ ਦੇਵ ਜੀ ਰਿਲੈਕਸ ਨੇ, ਉਹਨਾਂ ਨੂੰ ਕੋਈ ਜਿਹੜੀ ਛੱਤੀ ਨਹੀਂ, ਕੋਈ ਜਿਹੜੀ ਭੱਜ ਨੱਠ ਨਹੀਂ, ਉਹ ਜਿਹੜੇ ਹਨ ਬਿਲਕੁਲ ਆਪਣੀ ਅਵਸਥਾ ਵਿੱਚ ਇੰਜੋਏ ਕਰ ਰਹੇ ਨੇ। ਇਸ ਕਰਕੇ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੁੰਦੀ ਆ ਨਾ, ਉਹ ਬੜੇ ਰਿਲੈਕਸ ਹੁੰਦੇ ਨੇ। ਆਪਾਂ ਜਿਹੜੇ ਹਨ ਕਈ ਵਾਰੀ ਆਪਣੇ ਵਿੱਚ ਉਹ ਚਟਪਟੀ ਜੀ ਉੱਠ ਕੱਢਦੀ ਹੈ। ਸੋਈਆ ਆਇਓ ਹੈ ਮੰਗਲਨਾਥ ਤਬੈ। ਸੋ ਉਸ ਵੇਲੇ ਮੰਗਲਨਾਥ ਪਹੁੰਚ ਗਿਆ ਜੀ ਆ ਕੇ। ਢਿਗ ਬੈਠ ਆਦੇਸ਼ ਕਹੀ ਕਰ ਬੰਦੂ। ਉਹਨੇ ਆ ਕੇ ਕੋਲ ਬੈ ਕੇ ਮਹਾਰਾਜ ਨੂੰ ਆਦੇਸ਼ ਕਿਹਾ ਤੇ ਫੇਰ ਨਾਲ ਮੱਥਾ ਵੀ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ। ਵੈਦ ਸਪਾਇਨ ਕੋ ਪਰਸੇ ਕਰ। ਦੋਵੇਂ ਹੱਥ ਜੋੜ ਕਰਕੇ ਚਰਨਾਂ ਤੇ ਬੜੇ ਪਿਆਰ ਨਾਲ ਉਹ ਝੁਕਿਆ। ਕੀਨ ਵੱਡੋ ਸਨਮਾਨ ਮੁਕੰਦੂ। ਕਹਿਣਗੇ ਮੁਕਤੀ ਦਾ ਦਾਤਾ ਜਾਣ ਕੇ ਉਹਨੇ ਬੜਾ ਮਹਾਰਾਜ ਦਾ ਸਨਮਾਨ ਕੀਤਾ। ਕੀਨ ਵੱਡੋ ਸਨਮਾਨ ਮੁਕੰਦੂ, ਗੁਰੂ ਨਾਨਕ ਨੇ ਵੀ ਬੜਾ ਸਤਿਕਾਰ ਕੀਤਾ ਮੰਗਲਨਾਥ ਦਾ। ਪ੍ਰੀਤ ਵਧੀ ਅਵਲੋਕਤ ਲੋਚਨ। ਉਹਦੀ ਪ੍ਰੀਤ ਵਧੀ, ਉਹਦੇ ਅੰਦਰ ਪਿਆਰ ਵਧਿਆ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕਰਕੇ, ਦਰਸ਼ਨ ਕਰਕੇ। ਮਾਨਿਓ ਹਿਰਦੇ ਮਹਿ ਭੂਰ ਆਨੰਦੂ। ਉਹਨੇ ਆਪਣੇ ਮਨ ਦੇ ਵਿੱਚ ਇੰਨਾ ਆਨੰਦ ਮਾਣਿਆ, ਇੰਨਾ ਉਹ ਖੁਸ਼ ਹੋਇਆ ਕਿ ਉਹਦਾ ਮਨ ਆਨੰਦ ਨਾਲ ਹੀ ਭਰ ਗਿਆ, ਆਨੰਦ ਨਾਲ ਹੀ ਗਦਗਦ ਹੋ ਗਿਆ। ਜੋ ਹਰਖੇ ਮਿਲ ਆਪਸ ਮੈਂ। ਕਿਉਂ ਹਰਖੇ ਕਹਿੰਦੇ ਆਪਸ ਵਿੱਚ ਮਿਲ ਕੇ ਬਹੁਤ ਖੁਸ਼ ਹੋਏ ਮੰਗਲਨਾਥ ਤੇ ਗੁਰੂ ਨਾਨਕ ਸਾਹਿਬ ਜੀ। ਜਿਵ ਜਾਇ ਭਪੀਖਣ ਸੋ ਰਘੁਨੰਦੂ। ਜਿਵੇਂ ਕਹਿੰਦੇ ਭਪੀਖਣ ਕੋਲ ਜਾ, ਜਿਵੇਂ ਭਪੀਖਣ ਜਿਹੜਾ ਕਿ ਰਾਵਣ ਦਾ ਭਰਾ ਸੀਗਾ, ਜੋ ਰਾਮਚੰਦਰ ਨੂੰ ਮਿਲਿਆ, ਰਾਮਚੰਦਰ ਵੀ ਖੁਸ਼ ਹੋਏ ਤੇ ਭਪੀਖਣ ਵੀ ਬੜਾ ਖੁਸ਼ ਹੋਇਆ। ਮੰਗਲਨਾਥ ਨੇ ਬੈਨ ਭਨੇ। ਉਸ ਵੇਲੇ ਮੰਗਲਨਾਥ ਨੇ ਬੇਨਤੀ ਕੀਤੀ, ਕਿਰਤਾਰਥ ਭਾ ਅਵਲੋਕਤ ਰੂਪਾ। ਕਿਰਤਾਰ ਮਹਾਰਾਜ ਮੈਂ ਤਾਂ ਨਿਹਾਲ ਹੋ ਗਿਆ ਥੋੜਾ ਰੂਪ ਦੇ ਦਰਸ਼ਨ ਕਰਕੇ। ਜਾਣਤ ਹੋ ਨਿਜ ਭਾਗ ਮਹਾਨ। ਜਾਣਤ ਹੋ ਮੈਂ ਜਾਣਦਾ ਹਾਂ ਨਿਜ ਭਾਗ, ਮੇਰੇ ਵੱਡੇ ਭਾਗ ਨੇ ਜਿਹਦੇ ਕਰਕੇ ਮੈਂ ਤੁਹਾਡੇ ਦਰਸ਼ਨ ਕਰ ਲਏ। ਮਿਲਾ ਪ੍ਰਭ ਕੋ ਅਵਤਾਰ ਅਨੂਪਾ। ਮਿਲਾ, ਮੈਂ ਤਾਂ ਅੱਜ ਮਿਲ ਪਿਆ ਮੇਰੇ ਖੁਦਾ, ਮੇਰੇ ਪਰਮਾਤਮਾ ਨੂੰ। ਅੱਜ ਸਾਖਸ਼ਾਤ ਮੈਂ ਆਪਣੇ ਪਰਮਾਤਮਾ ਨੂੰ ਮਿਲ ਪਿਆ, ਮੇਰਾ ਪਰਮਾਤਮਾ ਦਾ ਮੈਂ ਅੱਜ ਦਰਸ਼ਨ ਕਰ ਲਿਆ। ਅੱਜ ਭਇਓ ਸਫਲਾ ਸਭ ਜੋਗ। ਤੇ ਇਹ ਜਿਹੜੇ ਦਰਸ਼ਨ ਨੇ ਅਨੂਪ ਨੇ, ਉਪਮਾ ਤੋਂ ਰਹਿਤ ਨੇ। ਅੱਜ ਭਇਓ ਮੈਂ ਜਾਣਦਾ ਹਾਂ ਕਿ ਮੇਰਾ ਯੋਗ ਕੀਤਾ ਹੋਇਆ ਅੱਜ ਸਫਲ ਹੋਇਆ ਕਿ ਮੈਨੂੰ ਅੱਜ ਪਰਮਾਤਮਾ ਨੇ ਦਰਸ਼ਨ ਦੇ ਦਿੱਤੇ। ਜੋ ਵੀ ਮੈਂ ਭਗਤੀ ਕੀਤੀ, ਮੈਡੀਟੇਸ਼ਨ ਕੀਤੀ, ਘਾਲਣਾ ਘਾਲੀ, ਅੱਜ ਉਹ ਸਫਲ ਹੋਈ ਆ ਤੁਹਾਡੇ ਦਰਸ਼ਨਾਂ ਦੇ ਨਾਲ। ਭੇ ਗੋਚਰ ਧਿਆਨ ਹੈ ਕਿ ਅਨਰੂਪਾ। ਹਾਂ, ਭੇ ਗੋਚਰ ਕਹਿਣਗੇ ਮਹਾਰਾਜ, ਜੋ ਮੈਂ ਧਿਆਨ ਵਿੱਚ ਥੋੜਾ ਧਿਆਨ ਜੋੜਿਆ ਕਰਦਾ ਸੀ, ਅੱਜ ਅਪਰੋਖ ਦਰਸ਼ਨ ਆਪ ਜੀ ਨੇ ਦੇ ਦਿੱਤੇ।
ਆਪ ਜੀ ਨੇ ਸਾਹਮਣੇ ਹੋ ਕੇ ਦਰਸ਼ਨ ਦੇ ਦਿੱਤੇ। ਧਿਆਨ ਕੋ ਅਨੁਰੂਪਾ, ਜਿਸ ਰੂਪ ਦਾ ਧਿਆਨ ਕਰਦਿਆਂ ਕਰਦਿਆਂ ਮੈਂ ਸਾਰਾ ਯੋਗ ਕਮਾਇਆ, ਅੱਜ ਉਹੀ ਰੂਪ ਮੇਰੇ ਸਾਹਮਣੇ ਮੈਂ ਤੁਹਾਡੇ ਦਰਸ਼ਨ ਕਰ ਲਏ ਅੱਖਾਂ ਦੇ ਨਾਲ। ਸੰਤ ਸਹਾਇਕ ਦੰਬਨ ਕਾਇਕ। ਮਹਾਰਾਜ ਤੁਸੀਂ ਸੰਤਾਂ ਦੇ ਸਹਾਇਕ ਸਹਾਇਤਾ ਕਰਨ ਵਾਲੇ ਹੋ, ਪਖੰਡਾਂ ਦਾ ਨਾਸ਼ ਕਰਨ ਵਾਲੇ ਹੋ। ਹੋ ਗਤਦਾਇਕ ਕੇ ਭਵ ਰੂਪਾ। ਤੁਸੀਂ ਗਤਦਾਇਕ, ਗਤ ਦੇ ਦੇਣ ਵਾਲੇ ਹੋ, ਗਤੀ ਦੇ ਦੇਣ ਵਾਲੇ ਹੋ, ਦਾਤੇ ਹੋ ਤੁਸੀਂ। ਜੇ ਭਵ ਕੂਪਾ, ਇਹ ਜਿਹੜਾ ਸੰਸਾਰ ਰੂਪੀ ਖੂਹ ਹੈ ਨਾ, ਇਹਦੇ ਤੋਂ ਬਚਾਉਣ ਵਾਲੇ ਤੁਸੀਂ ਹੋ, ਕੱਢਣ ਵਾਲੇ ਤੁਸੀਂ ਹੋ। ਇਹਨੂੰ ਖੂਹ ਕਿਉਂ ਕਿਹਾ ਹੈ? ਕਿਉਂਕਿ ਇਸ ਸੰਸਾਰ ਵਿੱਚ ਕੋਈ ਬਚ ਨਹੀਂ ਸਕਦਾ, ਗੁਰੂ ਤੋਂ ਬਗੈਰ ਕੋਈ ਵੀ ਬਚ ਨਹੀਂ ਸਕਦਾ। ਗੁਰੂ ਤੋਂ ਬਗੈਰ ਤਾਂ ਡੁੱਬਦੇ ਹੀ ਹਨ ਸਾਰੇ। ਚੰਗੇ ਕਰਮ ਕਰਕੇ ਵੀ ਡੁੱਬਦੇ ਨੇ, ਮਾੜੇ ਕਰਕੇ ਵੀ ਡੁੱਬਦੇ ਨੇ। ਸੋ ਮਹਾਰਾਜ ਤੁਸੀਂ ਬਚਾਉਣ ਵਾਲੇ ਹੋ। ਸ੍ਰੀ ਗੁਰ ਭਾਖਤ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੰਗਲ ਜਿਹੜਾ ਹੈ, ਇਸ ਨੂੰ ਜਿਹੜਾ ਹੈ ਇਹ ਸਿੱਧ ਜਿਹੜਾ ਸੀ ਨਾ, ਕਹਿੰਦੇ ਇੰਨਾ ਚੰਗਾ ਸੀ ਨਾ, ਇਹਨੂੰ ਕਿ ਮਹਾਰਾਜ ਨੇ ਬਚਨ ਕੀਤੇ। ਧੰਨ ਤੁਮੈ ਸਭ ਸਿੱਧਨ ਤੇ ਅਤ ਉੱਤਮ ਰੀਤੀ। ਧੰਨ ਤੁਮੈ, ਕਹਿਣ ਲੱਗੇ ਹੇ ਮੰਗਲਨਾਥ ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਗ੍ਰੇਟ ਹੈ। ਸਭ ਸਿੱਧਨ ਤੇ, ਸਾਰੀਆਂ ਸਿੱਧਾਂ ਤੋਂ ਤੇਰੀ ਉੱਤਮ ਰੀਤੀ ਹੈ, ਤੂੰ ਸਭ ਤੋਂ ਚੰਗਾ ਹੈ, ਤੂੰ ਸਾਰਿਆਂ ਤੋਂ ਤੇਰੀ ਸ੍ਰਿਸ਼ਟ ਰੀਤੀ ਹੈ। ਤੋਹੇ ਸਮਾਨ ਲਖੋ ਨਹਿ ਆਨ। ਤੁਹਾਡੇ ਵਰਗਾ ਕਹਿੰਦਾ, ਤੇਰੇ ਵਰਗਾ ਮੰਗਲਨਾਥ ਕੋਈ ਹੋਰ ਯੋਗੀ ਨਹੀਂ ਹੋ ਸਕਦਾ। ਕਿਉ ਮਨ ਮੰਨ ਹੈ ਤੇ ਵਿਪਰੀਤੀ। ਕਹਿਣਗੇ ਕਿਉਂ ਮਨ ਮੰਨੇ ਤੇ? ਕਹਿਣਗੇ ਦੇਖੋ, ਮਨ ਮੰਨਣ ਤੋਂ, ਮਨ ਦੇ ਮਾਣ ਤੋਂ ਤੂੰ ਉਲਟ ਕੀਤਾ ਹੈ। ਤੂੰ ਸਮਾਂ ਆ ਕੇ ਆਪਣਾ ਜਿਹੜਾ ਮਾਣ ਕਰਨ ਦੀ ਬਜਾਏ ਤੂੰ ਸਮਾਂ ਆਪਣਾ ਮਾਣ ਜਿਹੜਾ ਗਵਾ ਲਿਆ ਹੈ। ਦੇਖੋ ਨਾ, ਇਹੀ ਗੱਲ ਹੁੰਦੀ ਨਾ, ਧਰਮ ਵਿੱਚ ਕੋਈ ਆਉਂਦਾ ਹੈ ਆਪਣਾ ਮਾਣ ਗਵਾ ਕੇ ਚਲਿਆ ਜਾਂਦਾ ਹੈ। ਉਹ ਜਿਹੜੇ ਹਨ ਉਹ ਸਫਲ ਹੋ ਜਾਂਦੇ ਨੇ। ਕਈ ਧਰਮ ਦੇ ਕੰਮ ਕਰਦਿਆਂ ਕਰਦਿਆਂ ਮਾਣ ਵਧਾ ਲੈਂਦੇ ਨੇ, ਹੰਕਾਰ ਵਧਾ ਲੈਂਦੇ, ਉਹ ਮਾਰੇ ਜਾਂਦੇ ਨੇ, ਡੁੱਬ ਜਾਂਦੇ ਨੇ। ਇਸ ਕਰਕੇ ਜਿਹੜੇ ਹਨ, ਜਿਹੜੇ ਵੀ ਪ੍ਰਚਾਰਕ ਜਿਹੜੇ ਹੁੰਦੇ ਨੇ, ਜਿਹੜੇ ਚੰਗੇ ਨੇ, ਜਿਨ੍ਹਾਂ ਦੇ ਸੱਚਾ ਪਿਆਰ ਹੁੰਦਾ ਨਾ ਗੁਰੂ ਵਾਸਤੇ, ਉਹ ਆਪਣਾ ਮਾਣ ਨੂੰ ਗਵਾਉਂਦੇ ਨੇ। ਜਿਉਂ-ਜਿਉਂ ਪ੍ਰਚਾਰ ਕਰਦੇ ਨੇ ਤਿਉਂ-ਤਿਉਂ ਉਹਨਾਂ ਦਾ ਮਾਣ ਜਾਂਦਾ ਹੈ। ਪਰ ਕਈ ਜਿਹੜੇ ਹਨ, ਜਿੰਨਾ ਉਹ ਪ੍ਰਚਾਰ ਕਰਦੇ ਨੇ, ਉਹਨਾਂ ਦਾ ਮਾਣ ਵੱਧਦਾ ਜਾਂਦਾ ਹੈ। ਦੁਨੀਆ ਦੀ ਵਡਿਆਈ ਉਹਨਾਂ ਨੂੰ ਖਾ ਜਾਂਦੀ ਹੈ। ਬੋਲ ਗਿਰਾ ਮਧੁਰੀ ਹਰਖਾਵਤ। ਕਹਿੰਦੇ ਬੋਲ ਗਿਰਾ, ਇਹ ਐਸਾ ਜਿਹੜੀ ਗਿਰਾ, ਐਸੇ ਬਚਨ ਕਰਕੇ ਸੁੰਦਰ ਜਿਹੜੇ ਮਿੱਠੇ। ਮਾਨੋ ਸੁਦਾ ਨਮਤਾ ਤੁਮ ਪੀਤੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੈਨੂੰ ਤਾਂ ਇਉਂ ਲੱਗਦਾ ਹੈ ਮਾਨੋ ਸੁਦਾ ਤੂੰ ਅੰਮ੍ਰਿਤ ਰੂਪੀ ਨਿਮਰਤਾ ਨੂੰ ਪੀ ਕੇ ਆਇਆ ਹੈ। ਮਾਨਸ ਦੇਹ ਕੋ ਲਾਭ ਯਹੀ। ਕਹਿਣਗੇ ਮਨੁੱਖਾ ਦੇਹ ਦਾ ਇਹੀ ਲਾਭ ਹੈ, ਕੋਈ ਨਿਮਰਤਾ ਦਾ ਅੰਮ੍ਰਿਤ ਪੀਵੇ, ਕੋਈ ਨਿਮਰਤਾ ਵਿੱਚ ਆਵੇ। ਤਜ ਮਾਨ ਕਰੈ ਪਦ ਸੰਤਨ ਪ੍ਰੀਤੀ। ਤਜ ਮਾਨ, ਹਮੇਸ਼ਾ ਹੀ ਮਾਨ ਨੂੰ ਤਜਣਾ ਚਾਹੀਦਾ ਹੈ। ਹੰਕਾਰ ਨੂੰ ਪਾਸੇ ਰੱਖ ਕੇ, ਆਪਣੀ ਪ੍ਰਾਈਡ ਨੂੰ ਪਾਸੇ ਰੱਖ ਕੇ, ਤੇ ਕਹਿੰਦੇ ਪਦ ਸੰਤਨ, ਸੰਤਾਂ ਦੇ ਚਰਨਾਂ ਤੇ ਡਿੱਗਣਾ ਚਾਹੀਦਾ ਹੈ। ਗੁਰੂ ਮਹਾਰਾਜ ਦੇ ਚਰਨੀ ਪੈਣਾ ਚਾਹੀਦਾ ਹੈ, ਆਪਣਾ ਮਾਨ ਗਵਾ ਕੇ। ਸਵਈਆ ਮੰਗਲਨਾਥ ਨੇ ਸਰੋਣ ਸੁਨੇ। ਮੰਗਲਨਾਥ ਨੇ ਜੋ ਐਸੇ ਸਰੋਣ ਕਿਰਪਾ ਵਾਲੇ ਗੁਰੂ ਸਤਿਗੁਰੂ ਤੋਂ, ਮਹਾਰਾਜ ਦੇ ਮੁਖ ਤੋਂ ਸੁਣੇ। ਕੀ ਕਰ ਨੀਚੇ ਕੋ ਲੋਚਨ ਬੈਨ ਅਲਾਈ। ਦੇਖੋ ਆਪਣੇ ਜਿਹੜੇ ਹਨ ਨੇਤਰ ਨੀਚੇ ਕਰ ਲਏ ਮੰਗਲਨਾਥ ਨੇ, ਆਪਣੇ ਜਿਹੜੇ ਨੇਤਰ ਸਨ ਅੱਖਾਂ ਨੀਵੀਆਂ ਕਰ ਲੀਆਂ, ਤੇ ਇਉਂ ਕਿਹਾ, ਬੇਨਤੀ ਕੀਤੀ, ਰਾਵਰ ਕੀ ਕਰੁਣਾ ਹੋਏ ਜਾਂ ਪਰ। ਮਹਾਰਾਜ ਜਿਹਦੇ ਉੱਤੇ ਤੁਹਾਡੀ ਕਿਰਪਾ ਹੋਵੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਉੱਤੇ ਤੁਸੀਂ ਕਿਰਪਾ ਕਰੋ, ਤਾਹੋ ਭਲੇ ਮਤ ਦੇਹੋ 부ਝਾਹੀ। ਉਹਨਾਂ ਨੂੰ ਹੀ ਤੁਸੀਂ ਭਲੇ ਮਤ ਦਿੰਦੇ ਹੋ, ਉਹਨਾਂ ਨੂੰ ਹੀ ਤੁਸੀਂ ਸ਼ਕਤੀ ਬਖਸ਼ਦੇ ਹੋ, ਉਹਨਾਂ ਨੂੰ ਹੀ ਤੁਸੀਂ ਸੁਮਤ ਬਖਸ਼ਦੇ ਹੋ, ਜਿਹਦੇ ਕਰਕੇ ਉਹ ਸਿੱਖਿਆ ਨੂੰ ਧਾਰਨ ਕਰ ਸਕੇ। ਮਹਾਰਾਜ ਸਿਰਫ ਸਿੱਖਿਆ ਨਹੀਂ, ਉਹ ਬੰਦੇ ਨੂੰ ਪ੍ਰਿਪੇਅਰ ਕਰਨ ਵਾਲੇ ਵੀ ਤੁਸੀਂ ਹੋ। ਮਹਾਰਾਜ ਜਿਹੜੇ ਹਿਰਦੇ ਵਿੱਚ ਤੁਸੀਂ ਆਪ ਵਸਦੇ ਹੋ ਨਾ, ਉੱਥੇ ਹੀ ਤੁਹਾਡੇ ਗੁਣ ਵਸਦੇ ਹਨ। ਸੰਤਨ ਕੋ ਗੁਣ ਮਾਨ ਮਿਟਾਵਨ। ਮਹਾਰਾਜ ਸੰਤਨ ਕੋ, ਮਹਾਰਾਜ ਇਹ ਸੰਤਨ ਜੋ ਸੰਤ ਲੋਕ ਨੇ, ਜੋ ਆਪਣੇ ਆਪ ਨੂੰ ਪਰਮੇਸ਼ਰ ਦੇ ਮਾਰਗ ਤੇ ਚਲਦਿਆਂ ਹੋਇਆਂ ਦੇਖਦੇ ਨੇ, ਉਹਨਾਂ ਦਾ ਵੀ ਹੰਕਾਰ ਤੁਸੀਂ ਦੂਰ ਕਰਨ ਵਾਲੇ ਹੋ। ਮਹਾਰਾਜ ਦੇਖੋ ਨਾ, ਸੰਤਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਸਾਡੇ 'ਚ ਹੰਕਾਰ ਹੋ ਗਿਆ। ਹਾਂਜੀ, ਕਈ ਵਾਰੀ ਪਤਾ ਹੀ ਨਹੀਂ ਲੱਗਦਾ, ਬਾਣੀ ਪੜ੍ਹਨ ਵਾਲਾ ਕਹਿ ਦਿੰਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ 'ਚ ਹੰਕਾਰ ਆ ਗਿਆ। ਪਰ ਕਹਿੰਦੇ ਉਹਨਾਂ ਦਾ ਹੰਕਾਰ ਵੀ ਤੁਸੀਂ ਸੂਖਸ਼ਮ ਹੰਕਾਰ, ਸੂਖਸ਼ਮ ਜਿਹੜਾ ਪੜਦਾ ਹੁੰਦਾ ਹੈ ਆਨੰਦਮਈ ਖੋਸ਼ ਵਾਲਾ, ਉਹਨੂੰ ਵੀ ਦੂਰ ਕਰਨ ਵਾਲੇ ਤੁਸੀਂ ਹੋ। ਮధుਰਤਾ ਸੰਗ ਬੈਨ ਕਹਾਈ। ਮధుਰਤਾ, ਮਾਰਾ ਮਿੱਠੇ ਬੋਲ ਕਹਿ ਕੇ ਤੁਸੀਂ ਸਮਝਾਉਂਦੇ ਹੋ। ਦੇਖੋ ਇੱਕ ਟੀਚਰ ਹੁੰਦਾ ਨਾ ਜਿਹੜਾ ਸਟ੍ਰਿਕ ਹੋਵੇ, ਜਿਹੜਾ ਬੜਾ ਉੱਚੀ ਬੋਲ ਕੇ ਗਾਲਾਂ ਕੱਢ ਕੇ ਪੁੱਠੇ ਸਿੱਧੇ ਜਿਹੜੇ ਹਨ ਬੜੇ ਭੈੜੇ ਕੌੜੇ ਬਚਨ ਕਰਕੇ ਸਿਖਾਉਂਦਾ ਹੋਵੇ, ਪਰ ਮਹਾਰਾਜ ਤੁਸੀਂ ਤਾਂ ਮధుਰਤਾ, ਮਹਾਰਾਜ ਬੜੇ ਮਿੱਠੇ ਬਚਨ ਕਹਿ ਕੇ ਸਾਡੀਆਂ ਗਲਤੀਆਂ ਵੀ ਤੁਸੀਂ ਦੇਖਦੇ ਹੋ, ਸਾਡੀਆਂ ਕਮੀਆਂ ਵੀ ਦੇਖਦੇ ਹੋ, ਸਾਡੀਆਂ ਜਿਹੜੀਆਂ ਹਨ ਉਨਤਾਈਆਂ ਨੂੰ ਦੇਖ ਕੇ ਵੀ ਤੁਸੀਂ ਮਿੱਠੇ ਬਚਨਾਂ ਨਾਲ ਆਪਣਾ ਉਪਦੇਸ਼ ਦੇ ਕੇ ਸਾਡੇ ਵਿੱਚੋਂ ਹੰਕਾਰ ਨੂੰ ਤੋੜਦੇ ਹਨ। ਦੇਖੋ ਨਾ, ਇੱਕ ਬੰਦਾ ਹੁੰਦਾ ਉਪਦੇਸ਼ ਦਿੰਦਾ ਹੈ ਦੂਜੇ ਨੂੰ ਛੋਟਾ ਬਣਾ ਕੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਖ ਨੂੰ ਆਪਣਾ ਭਾਈ ਜਾਣ ਕੇ ਦਿੰਦੇ ਨੇ।
ਦੇਖੋ ਉਹ ਦਰਜਾ ਵੀ ਦਿੰਦੇ ਨੇ, ਇੱਜ਼ਤ ਵੀ ਦਿੰਦੇ ਨੇ, ਨਾਲ ਉਹਦਾ ਇਲਾਜ ਵੀ ਕਰ ਦਿੰਦੇ ਨੇ, ਉਹਦਾ ਹੰਕਾਰ ਦੂਰ ਕਰਕੇ ਆਪਣੇ ਸਰੂਪ ਵਿੱਚ ਵੀ ਮਿਲਾਉਂਦੇ ਹਨ। ਮੇਰ ਚਲੋ ਸਿੱਧ ਮੰਡਲੀ ਮੈਂ, ਕਹਿਣਗੇ ਚਲੋ ਮਹਾਰਾਜ ਜੀ ਤੁਹਾਨੂੰ ਮੈਂ ਸਿੱਧ ਮੰਡਲੀ ਵਿੱਚ ਲੈ ਕੇ ਜਾਵਾਂ, ਚਲੋ ਮੇਰੇ ਨਾਲ ਚਲੋ ਹੁਣ। ਦਰਸ਼ਨ ਕੋ ਦੇਹੋ ਸਭੈ ਸੁਖ ਪਾਈ। ਮਹਾਰਾਜ ਸਾਰਿਆਂ ਨੂੰ ਜਿਹੜਾ ਹਨ ਦਰਸ਼ਨ ਦੇ ਕੇ ਉਹਨਾਂ ਨੂੰ ਸੁਖ ਦਿਓ, ਸਾਰੇ ਜੋਗੀਆਂ ਨੂੰ। ਸਵਈਆ ਜੇ ਨਾ ਚਲੋ ਤੇ ਠਾ ਤੁਮ ਹੀ। ਮਹਾਰਾਜ ਜੇ ਤੁਸੀਂ ਉੱਥੇ ਨਹੀਂ ਜਾਣਾ ਚਾਹੁੰਦੇ ਸਿੱਧ ਮੰਡਲੀ ਵਿੱਚ, ਭੁਗਤਾਵਨ ਕੋ ਕਛ ਲਿਆਵ ਹੋ ਜਾਈ। ਮਹਾਰਾਜ ਤੁਹਾਨੂੰ ਛਕਾਉਣ ਵਾਸਤੇ ਮੈਂ ਕੁਝ ਲਿਆਵਾਂ, ਮੈਂ ਲੰਗਰ ਦਾ ਪ੍ਰਬੰਧ ਕਰਾਂ, ਕਿਉਂਕਿ ਇੱਕ ਲੰਗਰ ਜੋਗੀ ਵੀ ਆਇਆ ਸੀ, ਖਾਲੀ ਉਹ ਆ ਗਿਆ ਸੀ, ਲੰਗਰ ਨਹੀਂ ਲੈ ਕੇ ਆਇਆ ਸੀ। ਹਾਂਜੀ, ਸੋ ਕਹਿੰਦੇ ਮਹਾਰਾਜ ਮੈਂ ਕੋਈ ਲੰਗਰ ਦਾ ਪ੍ਰਬੰਧ ਕਰਾਂ, ਕੋਈ ਜਿਹੜਾ ਖਾਣ ਪੀਣ ਵਾਸਤੇ ਮੈਂ ਕੁਝ ਲੈ ਕੇ ਆਵਾਂ। ਆਨਨ ਤੇ ਬਿਗਸੇ ਗੁਰ ਬੋਲਤ। ਮਹਾਰਾਜ ਆਪਣੇ ਜਿਹੜੇ ਹਨ ਬੜੇ ਮਹਾਰਾਜੇ ਹੱਸੇ, ਹੱਸਦਿਆਂ ਹੋਇਆ ਮਹਾਰਾਜ ਨੇ ਕਿਹਾ ਭਾਉ ਪਿਖਾ ਤੁਮ ਤੇ ਤ੍ਰਿਪਤਾਈ। ਕਹਿੰਦੇ ਕਿ ਮੰਗਲਨਾਥ ਤੇਰਾ ਪਿਆਰ ਦੇਖ ਕੇ ਅਸੀਂ ਰੱਜ ਗਏ ਹਾਂ, ਬਸ ਤੇਰਾ ਪਿਆਰ ਦੇਖ ਕੇ, ਤੇਰਾ ਪਿਆਰ ਨੂੰ ਪਾ ਕੇ ਅਸੀਂ ਰੱਜ ਗਏ ਹਾਂ। ਖਾਣੇ ਕੀ ਚਾਹੇ ਨਾ ਔਰ ਰਹੀ। ਹੁਣ ਸਾਨੂੰ ਖਾਣ ਪੀਣ ਦੀ ਹੋਰ ਕੋਈ ਚਾਹ ਇੱਛਾ ਨਹੀਂ ਰਹੀ, ਇੰਟਰਸਟ ਨਹੀਂ ਰਿਹਾ। ਮਿਲ ਵਾਕ ਅਲਾਏ ਰਹੇ ਹਰ ਖਾਈ। ਮਿਲ ਵਾਕ ਲਾਏ, ਬਸ ਤੁਸੀਂ ਵਾਕ ਕਹਿੰਦੇ ਇਹ ਜੇ ਬਚਨ ਸੋਹਣੇ ਕੀਤੇ ਮੰਗਲਨਾਥ, ਤੁਸੀਂ ਸਾਨੂੰ ਖੁਸ਼ ਕਰ ਦਿੱਤਾ, ਤੁਸੀਂ ਸਾਨੂੰ ਆਨੰਦ ਦੇ ਦਿੱਤਾ। ਮੰਗਲਨਾਥ ਚਲੋ ਤੁਮ ਅਗਰਜ। ਕਹਿਣਗੇ ਚਲੋ ਮੰਗਲਨਾਥ ਤੂੰ ਜਾ ਵਾਪਸ, ਕੋਈ ਨਹੀਂ ਆਪਣੇ ਰਸਤੇ। ਆਵਤ ਹੈ ਨਾ ਵਿਲੰਬ ਹੈ ਕਾਈ। ਹਾਂ ਤੂੰ ਅੱਗੇ ਅੱਗੇ ਜਾ, ਅਸੀਂ ਹੌਲੀ ਹੌਲੀ ਪਿੱਛੇ ਪਿੱਛੇ ਆਵਾਂਗੇ, ਥੋੜੀ ਜਿਹੀ ਦੇਰੀ ਲਾ ਕੇ। ਸੋਰਠਾ ਸ੍ਰੀ ਗੁਰ ਕੋ ਹਰ ਖਾਏ ਆਪ ਹਰਖ ਔਰ ਬਹੁਤ ਕਰ। ਹਾਂਜੀ ਕਹੋ ਸ੍ਰੀ ਗੁਰੂ ਹਰ ਖਾਏ। ਗੁਰੂ ਮਹਾਰਾਜ ਦੀ ਖੁਸ਼ੀ ਲੈ ਕੇ, ਆਪ ਹੀ ਖੁਸ਼ੀ ਲੈ ਕੇ ਮੰਗਲਨਾਥ ਚੱਲਿਆ ਹੈ। ਬੰਦਨ ਕਰ ਸਿਰ ਨਾਏ ਮੰਗਲ ਗਇਓ ਸੁਮੇਰ ਪੈ। ਕਹਿਣਗੇ ਬੰਧਨ ਕਰ, ਗੁਰੂ ਨਾਨਕ ਸਾਹਿਬ ਜੀ ਨੂੰ ਬੰਦਨਾ ਕਰਕੇ ਮੱਥਾ ਟੇਕ ਕੇ ਮੰਗਲਨਾਥ ਪਹੁੰਚ ਗਿਆ ਜੀ ਉੱਥੇ ਜਿੱਥੇ ਸਿੱਧ ਮੰਡਲੀ ਹੈ। ਮਰ ਹਰੀ ਛੰਦ ਬੂਝੈ ਮਰਦਾਨਾ ਪ੍ਰਭੂ ਸੁਜਾਨਾ। ਉਸ ਵੇਲੇ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, हे ਪ੍ਰਭੂ ਸੁਜਾਨਾ, ਸਭ ਕੁਝ ਜਾਣਨ ਵਾਲੇ, ਸ੍ਰਿਸ਼ਟ ਕਰਕੇ ਸਾਰੇ ਹੀ ਸਮੇਂ ਨੂੰ ਜਾਣਨ ਵਾਲੇ, ਇਹ ਜੋਗੀ ਜੋ ਆਏ, ਇਹ ਜੋਗੀ ਜੋ ਆਉਂਦੇ ਹਨ। ਕੋਮਲ ਮੁਖ ਬੈਨਾ ਮਨ ਮਹਿ। ਕਹਿੰਦੇ ਦੇਖੋ ਇਹ ਮੰਗਲਨਾਥ ਬੜਾ ਚੰਗਾ ਸੀ। ਹੁਣ ਭਾਈ ਮਰਦਾਨਾ ਕਹਿੰਦਾ ਕੋਮਲ, ਇਹਦਾ ਜਿਹੜਾ ਬੜਾ ਮਧੁਰ, ਬੜਾ ਜਿਹੜਾ ਸੌਫਟ ਮਾਈਂਡ ਵਾਲਾ ਇਹ ਯੋਗੀ ਮੰਗਲਨਾਥ ਬਹੁਤ ਚੰਗਾ ਸੀ। ਮਨ ਮਹਿ ਚੈਨਾ। ਦੇਖੋ ਇਹਨੂੰ ਮਿਲ ਕੇ ਮਨ 'ਚ ਚੈਨ ਆ ਗਿਆ। ਭਾਈ ਮਰਦਾਨਾ ਕਹਿੰਦਾ ਦੇਖੋ ਕਿੰਨੀ ਖੁਸ਼ੀ ਹੋਈ। ਜੇ ਕੋ ਸੁਭਾਗ ਸੁਭਾਏ। ਕਹਿੰਦੇ ਮਹਾਰਾਜ ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਨਾ, ਜਿਨ੍ਹਾਂ ਦੇ ਚੰਗੇ ਕਰਮ ਫਲਦੇ ਹਨ, ਬਹੁ ਭਾਉ ਸੁਕੀਨੋ। ਕਹਿੰਦੇ ਉਹੀ ਪ੍ਰੇਮ ਕਰਦੇ ਹਨ, ਉਹਨਾਂ ਦੇ ਵਿੱਚ ਪ੍ਰੇਮ ਪਿਆਰ ਹੁੰਦਾ ਹੈ। ਤਬ ਜਸ ਚੀਨੋ। ਕਹਿੰਦੇ ਉਹੀ ਤੁਹਾਨੂੰ ਜਾਣਦੇ ਹਨ, ਸੱਚ ਉਹੀ ਜਾਣਦੇ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਭਾਉ ਪ੍ਰੇਮ ਹੁੰਦਾ ਪਰਮੇਸ਼ਰ ਵਾਸਤੇ। ਨਹੀਂ ਉਚਾਰਾ ਬਾਦ। ਉਹ ਫਿਰ ਆਗਿਊਮੈਂਟ ਨਹੀਂ ਕਰਦੇ, ਆ ਕੇ ਉਹ ਉਪਦੇਸ਼ ਲੈ ਕੇ ਜਾਂਦੇ ਹਨ, ਉਹ ਤੁਹਾਡੀ ਖੁਸ਼ੀ, ਤੁਹਾਡੀ ਕਿਰਪਾ ਨੂੰ ਪਾ ਕੇ ਜਾਂਦੇ ਹਨ। ਮਿਲ ਕਰ ਹਰ ਖਾਇਓ ਔਰ। ਮਹਾਰਾਜ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੰਗਲਨਾਥ ਨੂੰ ਮਿਲ ਕੇ। ਸੁਖ ਪਾਇਓ ਕਰਿਓ ਤੁਮੈ ਅਹਲਾਦ। ਕਹਿਣ ਲੱਗੇ ਉਹਨਾਂ ਦੇ ਦਰਸ਼ਨ ਕਰਕੇ ਬੜਾ ਸੁਖ ਪਾਇਆ ਤੇ ਕਰਿਓ ਤੁਮ ਅਹਲਾਦ, ਤੁਹਾਨੂੰ ਖੁਸ਼ ਕਰਤਾ ਆ ਕੇ ਉਹਨੇ, ਤੇ ਤੁਹਾਨੂੰ ਖੁਸ਼ ਦੇਖ ਕੇ ਭਾਈ ਮਰਦਾਨਾ ਕਹਿੰਦਾ ਮੈਂ ਵੀ ਬੜਾ ਖੁਸ਼ ਹਾਂ। ਫਿਰ ਮਰ ਹਰੀ ਛੰਦ ਗੁਰ ਵਾਕ ਬਖਾਨੇ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਸੁਨ ਮਰਦਾਨੇ ਇੱਕ ਜੈਸੇ ਸਭ ਨਾਹੇ। ਦੇਖੋ ਮਰਦਾਨਿਆ ਇੱਕ ਜੈਸੇ ਸਾਰੇ ਨਹੀਂ ਜੋਗੀ, ਚੰਗੇ ਵੀ ਹਨ ਉਹਨਾਂ ਵਿੱਚੋਂ ਮੰਗਲਨਾਥ ਵਰਗੇ। ਧਾਰੈ ਬਹੁ ਬੇਖਾ ਦੰਭ ਬਿਸੇਖਾ। ਦੇਖੋ ਕਿ ਜਿਹੜਾ ਹਨ ਧਾਰੇ ਬਹੁ ਭੇਖਾ, ਜਿਨ੍ਹਾਂ ਨੇ ਭੇਖ ਧਾਰਨ ਕੀਤੇ ਹੋਏ ਨੇ, ਕੋਈ ਨਾ ਕੋਈ ਥਾਂ ਤੇ ਜਾ ਕੇ ਆਪਣਾ ਫੇਥ ਉਹਨਾਂ ਨੇ ਐਮਬ੍ਰੇਸ ਕੀਤਾ ਹੋਇਆ ਹੈ। ਮਹਾਰਾਜ ਕਹਿੰਦੇ ਕਿ ਦੰਭ ਬਿਸੇਖਾ, ਭਾਵੇਂ ਕਿੰਨਾ ਹੀ ਪਖੰਡ ਦੁਨੀਆ ਵਿੱਚ ਹੋਵੇ, ਜਿਹੜਾ ਹੈ ਨਹਿ ਕੋ ਕਰਮ ਕਮਾਹੇ। ਨਹਿ ਕੋ ਕਰਮ ਕਮਾਹੇ, ਜਿਹੜੇ ਦੰਭ ਕਰਦੇ ਨੇ ਨਾ ਉਹ ਕੋਈ ਕਰਮ ਨਹੀਂ ਕਮਾਉਂਦੇ, ਉਹ ਸਿਰਫ ਪਖੰਡੀ ਕਰਦੇ ਹਨ। ਪੂਰਨ ਮਦ ਕੋਟਾ ਤਿਨ ਨਹਿ ਟੋਟਾ। ਹਾਂ ਕਹਿਣ ਲੱਗੇ ਪੂਰਨ ਮਦ ਕੋਟਾ, ਕਰੋੜਾਂ ਵਿੱਚ ਕੋਈ ਇੱਕ ਪੂਰਾ ਹੁੰਦਾ ਹੈ ਪਰ ਉਹਨਾਂ ਦਾ ਟੋਟ ਨਹੀਂ ਆਉਂਦਾ, ਹੁੰਦਾ ਜ਼ਰੂਰ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂਜੀ ਭਾਵੇਂ ਲੱਖਾਂ ਵੀ ਮਾੜੇ ਹੋਣ, ਕਹਿੰਦੇ ਇੱਕ ਤਾਂ ਚੰਗਾ ਹੁੰਦਾ ਹੀ ਆ ਉਹਨਾਂ ਚ, ਭਾਵੇਂ ਲੱਖਾਂ ਹੀ ਪਖੰਡ ਕਰਦੇ ਹੋਣ ਇੱਕ ਤਾਂ ਕੋਈ ਚੰਗਾ ਨਿਕਲਦਾ ਹੀ ਆ ਉਹਨਾਂ ਵਿੱਚੋਂ। ਕਹਿੰਦੇ ਟੋਟਾ ਕੋਈ ਨਹੀਂ ਪਰਮੇਸ਼ਰ ਦੇ ਘਰ ਵਿੱਚ। ਮਹਾਰਾਜ ਇਹ ਜਿਹੇ ਸੋਲ ਵੀ ਭੇਜਦੇ ਹਨ ਸੰਸਾਰ ਵਿੱਚ, ਜੋ ਬਾਹਰ ਤਿਉ ਅੰਤਰ, ਜਿਹੜੇ ਕਿ ਜੈਸੇ ਬਾਹਰੋਂ ਨੇ ਉਹ ਜਿਹੇ ਉਹ ਅੰਦਰੋਂ ਹਨ, ਉਹ ਇੱਕ ਜੈਸੇ ਨੇ, ਉਹਨਾਂ ਵਿੱਚ ਦੰਭ ਕਪਟ ਨਹੀਂ ਹੁੰਦਾ। ਕਪਟੀ ਉਹਨੂੰ ਕਹਿੰਦੇ ਹਨ ਜੋ ਅੰਦਰੋਂ ਕੁਝ ਹੋਰ ਹੋਵੇ, ਬਾਹਰੋਂ ਕੁਝ ਹੋਰ ਹੋਵੇ। ਕਹਿੰਦੇ ਸੱਚਾ ਉਹੀ ਹੁੰਦਾ ਹੈ ਜੋ ਬਾਹਰੋਂ ਤੇ ਅੰਦਰੋਂ ਇੱਕ ਜੈਸਾ ਹੋਵੇ। ਕਰੁਣਾ ਕਰਤਾਰੰਗ ਜਿਹ ਪਰ ਧਾਰੰਗ। ਦੇਖੋ ਜਿਹਦੇ ਉੱਤੇ ਕਰਤਾਰ ਕ੍ਰੀਏਟ ਪਰਮਾਤਮਾ ਦੀ ਕਿਰਪਾ ਹੋਵੇ, ਤੇ ਹੀ ਸੁਮਤ ਨਿਰੰਤਰ, ਉਹਨਾਂ ਨੂੰ ਹੀ ਸੁਮਤ ਮਿਲਦੀ ਹੈ ਨਿਰੰਤਰ। ਵੀ ਨਿਰੰਤਰ ਜਿਹੜੀ ਹਨ ਡੂੰਗੀ ਵਿਚਾਰ ਜੋ ਪਰਮਾਤਮਾ ਦੇ ਜਿਹੜਾ ਹਨ ਰੀਅਲਾਈਜੇਸ਼ਨ ਵਾਲੀ ਹੈ, ਉਹ ਐਨਲਾਈਟਮੈਂਟ ਉਹਨਾਂ ਨੂੰ ਹੀ ਮਿਲਦਾ ਜਿਸ ਤੇ ਕਿਰਪਾ
ਪਰਮੇਸ਼ਰ ਦੀ ਹੁੰਦੀ ਹੈ। ਦੋਹਰਾ ਮਰਦਾਨਾ ਪੁਨ ਬਚ ਕਹੈ ਚਲਿਏ ਅਬਹਿ ਸੁਮੇਰ। ਕਹਿਣ ਲੱਗੇ ਭਾਈ ਮਰਦਾਨਾ ਜੀ ਉਸ ਵੇਲੇ ਕਹਿਣ ਲੱਗੇ ਚਲਿਏ ਅਬਹਿ ਸੁਮੇਰ, ਆਪਾਂ ਚਲਿਏ ਹੁਣ ਸੁਮੇਰ ਨੂੰ। ਸਭ ਸਿੱਧਨ ਕੋ ਦੇਖੀਏ ਕਿਉਂ ਕੀਨੀ ਪ੍ਰਭ ਦੇਰ। ਮਹਾਰਾਜ ਕਿਉਂ ਦੇਰੀ ਕਰ ਰਹੇ ਆ, ਆਪਾਂ ਸਿੱਧੇ ਚੱਲੀਏ ਹੁਣ, ਸਿੱਧਾ ਨੂੰ ਜਾ ਕੇ ਮਿਲ ਪਈਏ ਹੁਣ। ਸੋਰਠਾ ਬੋਲੇ ਬਹੁਰ ਕਿਰਪਾਲ। ਬੋਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਿਰਪਾ ਦੇ ਘਰ ਬੋਲੇ। ਇੱਕ ਸਿੱਧ ਆਵਨ ਰਹਿਓ। ਕਹਿਣ ਲੱਗੇ ਇੱਕ ਸਿੱਧ ਹੋਰ ਆਉਣਾ, ਉਹਨੂੰ ਢੀਕ ਕੇ ਜਾਵਾਂਗੇ। ਜੇ ਮਨ ਮਾਨ ਵਿਸਾਲ। ਉਹਦੇ ਮਨ ਵਿੱਚ ਬਹੁਤ ਹੰਕਾਰ ਹੈ ਜੋ ਆ ਰਿਹਾ ਹੁਣ। ਸ਼ੰਭੂਨਾਥ ਤੇ ਨਾਮ ਹੈ। ਉਹਦਾ ਨਾਮ ਸ਼ੰਭੂਨਾਥ ਹੈ। ਹੁਣ ਸ਼ੰਭੂਨਾਥ ਦੀ ਵਾਰੀ ਆ ਰਹੀ ਹੈ। ਅੜੇਲ ਸੁਨ ਮਰਦਾਨੇ ਸਰੋਨ ਸੋ ਬੈਨ ਬਖਾਨ ਹੈ। ਭਾਈ ਮਰਦਾਨੇ ਨੇ ਇਹ ਜਿਹੜੀ ਮਹਾਰਾਜ ਦੇ ਬਚਨ ਕੰਨਾਂ ਨਾਲ ਸੁਣ ਕੇ ਕਿਹਾ, ਮੰਗਲ ਤੇ ਸੋ ਵਿਸਾਲ ਕਿਦੋ ਸਮਾਨ ਹੈ। ਮਹਾਰਾਜ ਮੰਗਲ ਤੇ ਸੋ ਵਿਸਾਲ। ਕਹਿਣ ਲੱਗੇ ਕਿ ਜਿਹੜਾ ਹੈ ਕਿ ਕਹਿੰਦੇ ਮੰਗਲਨਾਥ ਦੇ ਬਰਾਬਰ ਤਾਂ ਨਹੀਂ ਕਿਸੇ ਨੇ ਹੋਣਾ ਨਾ, ਕਿਦੋਂ ਸਮਾਨ ਹੈ ਇਹ ਜਿਹੜਾ ਆ ਰਿਹਾ ਸ਼ੰਭੂਨਾਥ ਕੀ ਮੰਗਲਨਾਥ ਵਰਗਾ ਹੈ ਤੇ ਜਾਂ ਉਹਦੇ ਨਾਲੋਂ ਵੀ ਜ਼ਿਆਦੇ ਹਨ। ਅਬਹਿ ਉਡੀਕਤ ਜਾਹੇ ਕਹੋ ਤੇ ਗਾਥ ਜੋ। ਮਹਾਰਾਜ ਜਿਹਨੂੰ ਜਿਹੜਾ ਜਦੋਂ ਤੱਕ ਆਪਾਂ ਸ਼ੰਭੂਨਾਥ ਦੀ ਉਡੀਕ ਕਰ ਰਹੇ ਹਾਂ, ਮਹਾਰਾਜ ਮੈਨੂੰ ਮੰਗਲਨਾਥ ਦਾ ਥੋੜਾ ਜਿਹਾ ਮੈਨੂੰ ਦੱਸੋ ਉਹਨਾਂ ਬਾਰੇ। ਉਹ ਬੋਲੇ ਉੱਤਰ ਦੇਨ ਜਗਤ ਕੇ ਨਾਥ ਜੋ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇਹ ਬੇਨਤੀ ਪ੍ਰਵਾਨ ਕੀਤੀ, ਭਾਈ ਮਰਦਾਨੇ ਨੂੰ ਕਿਹਾ ਜਗਤ ਦੇ ਨਾਥ ਸਵਾਮੀ ਨੇ। ਸਵਈਆ ਗੋਰਖਨਾਥ ਤੇ ਆਦ ਜੇ ਸਿੱਧ ਹੈ। ਕਹਿਣਗੇ ਗੋਰਖਨਾਥ ਤੇ ਹੋਰ ਜਿਹੜੇ 84 ਸਿੱਧ ਨੇ ਸਾਰੇ, 84 ਸਿੱਧ ਨੇ ਸਾਰੇ, ਮੰਗਲਨਾਥ ਸਭੇ ਤੇ ਮਹਾਨਾ। ਮਾਰ ਕੇ ਸਭ ਤੋਂ ਮਹਾਨ ਮੰਗਲਨਾਥ ਹੈ। ਭੇਖ ਧਰਾ ਤਨ ਸਿੱਧਨ ਕੋ। ਕਹਿਣਗੇ ਭੇਖ ਭਾਵੇਂ ਉਹਨੇ ਸਿੱਧਾਂ ਦਾ ਧਾਰਿਆ ਹੋਇਆ ਹੈ। ਤਿਨ ਤੇ ਇਹ ਕੋ ਪਦ ਊਚ ਸੁਜਾਨਾ। ਦਿਨ ਤੇ ਇਹ ਪਰ ਉਹ ਯੋਗ ਮਤ ਤੋਂ ਉੱਤੇ ਹੈ। ਉਹ ਅਸਲੀ ਯੋਗ ਪਰਮਾਤਮਾ ਦੇ ਮਿਲਾਪ ਵਾਲਾ ਉਹ ਮੰਗਲਨਾਥ ਹੈ। ਜੇ ਮਨ ਵਿੱਚ ਵਿਕਾਰ ਅਜੈ। ਜੇ ਕਹਿੰਦੇ ਜੇ ਮਨ ਵਿੱਚ ਵਿਕਾਰ ਅਜੈ, ਜਿਹੜਾ ਮਨ ਦੇ ਵਿੱਚ ਮਾਨ ਹੁੰਦਾ ਹੈ ਜਾਂ ਵਿਕਾਰ ਜਿਹੜੇ ਮਨ ਵਿੱਚ ਅਜਿੱਤ ਹੁੰਦੇ ਨੇ, ਜਿਨ੍ਹਾਂ ਨੂੰ ਨਹੀਂ ਜਿੱਤਿਆ ਜਾਂਦਾ। ਸਭ ਜੀਤ ਭਲੇ ਤਿਨ ਖੋਜ ਮਿਟਾਨਾ। ਦੇਖੋ ਇਹ ਮੰਗਲਨਾਥ ਨੇ ਬਾਹਰਲੇ ਚੀਜ਼ਾਂ ਵੱਲ ਨਹੀਂ ਧਿਆਨ ਦਿੱਤਾ, ਇਹ ਆਪਣੇ ਅੰਦਰੋਂ ਆਪਣੇ ਵਿਸ਼ਿਆਂ ਨੂੰ ਮਾਰਦਾ ਸੀਗਾ। ਇਹਦਾ ਧਿਆਨ ਹਮੇਸ਼ਾ ਅੰਦਰ ਰਿਹਾ, ਮੇਰੇ ਚ ਕਾਮ ਕ੍ਰੋਧ ਲੋਭ ਮੋਹ ਕਰ ਖਤਮ ਹੋ ਜਾਵੇ। ਇਹਨੇ ਸਾਰੀ ਆਪਣੀ ਤਾਕਤ ਆਪਣੇ ਅੰਦਰੋਂ ਵਿਸ਼ਿਆਂ ਨੂੰ ਕੱਢਣ ਵਾਸਤੇ ਲਾਈ ਆ, ਨਾ ਕਿ ਆਪਣੀ ਵਡਿਆਈ ਹੰਕਾਰ ਨੂੰ ਪਾਸੇ ਇਹਨੇ ਆਪਣਾ ਧਿਆਨ ਜੋੜਿਆ। ਪੂਰਨ ਸੰਤ ਨਸਾਇ ਕੇ ਆਪ ਕੋ। ਕਹਿੰਦੇ ਕਿ ਪੂਰਨ ਸੰਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੂਰਨ ਸੰਤ ਉਹੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਣੇ ਆਪ ਨੂੰ ਖਤਮ ਕਰਤਾ, ਜਿਨ੍ਹਾਂ ਨੇ ਆਪਣੀ ਮੈਂ ਨੂੰ ਖਤਮ ਕਰਤਾ, ਜਿਨ੍ਹਾਂ ਨੇ ਅੰਦਰੋਂ ਆਪਣੇ ਹੰਕਾਰ ਨੂੰ ਖਤਮ ਕਰਤਾ ਹੋਵੇ। ਮਾਨ ਵਿਹੀਨ ਭਇਓ ਸੁਖ ਮਾਨਾ। ਦੇਖੋ ਮਾਨ ਪ੍ਰਾਈਡ ਤੋਂ ਬਗੈਰ ਜਿਹੜਾ ਹੁੰਦਾ ਉਹੀ ਸੁਖੀ ਹੁੰਦਾ ਹੈ, ਉਹਨੂੰ ਹੀ ਸੁੱਖਾਂ ਦਾ ਧਾਮ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮਰ ਹਰੇ ਛੰਦ ਬੂਝੈ ਮਰਦਾਨਾ ਊਚ ਬਖਾਨਾ। ਬੁੱਝੇ ਮਰਦਾਨਾ। ਹੁਣ ਭਾਈ ਮਰਦਾਨਾ ਜੀ ਪੁੱਛਦੇ ਹਨ ਊਚ ਬਖਾਨਾ, ਆਵਾਜ਼ ਦੇ ਨਾਲ ਬੋਲ ਕੇ ਦੱਸਦੇ ਨੇ ਉੱਚੀ ਆਵਾਜ਼ ਨਾਲ। ਕਿਉਂ ਗੋਰਖ ਗੁਰਕੀਨ। ਮਹਾਰਾਜ ਫਿਰ ਉਹਨੇ ਗੋਰਖਨਾਥ ਨੂੰ ਕਿਉਂ ਗੁਰੂ ਬਣਾਇਆ? ਮੈਨੂੰ ਤਾਂ ਲੱਗਦਾ ਇਹ ਜ਼ਿਆਦਾ ਸਿਆਣਾ ਗੋਰਖਨਾਥ ਨਾਲੋਂ, ਤੇ ਇਹਨੇ ਗੋਰਖਨਾਥ ਨੂੰ ਗੁਰੂ ਕਿਉਂ ਬਣਾਇਆ ਮੰਗਲਨਾਥ ਨੇ? ਜੋ ਨਿਜਤੇ ਲਗ ਕਸ ਭਾ ਤੇ ਸਿੱਖ। ਹਾਂ ਕਹਿੰਦੇ ਮੈਂ ਗੋਰਖਨਾਥ ਨੂੰ ਵੀ ਦੇਖਿਆ ਸੀ ਉਦੋਂ ਪਹਿਲੀ ਵਾਰੀ ਆਇਆ। ਜੋ ਨਿਜ ਤੇ ਲੱਗ, ਮੈਨੂੰ ਲੱਗਦਾ ਗੋਰਖਨਾਥ ਇਹ ਤੋਂ ਛੋਟਾ ਹੈ, ਇਹ ਤੋਂ ਘੱਟ ਸਿਆਣਾ, ਮੰਗਲਨਾਥ ਜ਼ਿਆਦਾ ਸਿਆਣਾ ਹੈ। ਮਹਾਰਾਜ ਇਹਨੂੰ ਗੁਰੂ ਤਾਂ ਜਿਹੜਾ ਹੈ ਗੋਰਖਨਾਥ ਨੂੰ ਇਹਨੂੰ ਧਾਰਨਾ ਚਾਹੀਦਾ ਸੀਗਾ, ਇਹਨੇ ਕਿਉਂ ਗੋਰਖਨਾਥ ਨੂੰ ਗੁਰੂ ਧਾਰਨ ਕੀਤਾ? ਕਸ ਬੇਖ ਸਿੱਧ ਕਉ ਲੀਨ। ਮਹਾਰਾਜ ਕਿਉਂ ਇਹਨੇ ਜਿਹੜਾ ਹੈ ਜੋਗੀਆਂ ਦਾ ਭੇਸ ਧਾਰਨ ਕੀਤਾ? ਸ੍ਰੀ ਗੁਰ ਕਹਿ ਵਾਕਾ। ਮਹਾਰਾਜ ਨੇ ਇਹ ਵਾਕ ਕੀਤਾ, ਬੋਲੇ ਮਹਾਰਾਜ ਜੀ ਬਚਨ ਕੀਤੇ। ਮਿਲਿਓ ਜੋ ਪ੍ਰਾਕਾ ਗੋਰਖ ਇਹ ਕੋ ਆਏ। ਦੇਖੋ ਮੰਗਲਨਾਥ ਕਿਉਂ ਯੋਗੀ ਬਣਿਆ? ਕਿਉਂਕਿ ਸਭ ਤੋਂ ਪਹਿਲਾਂ ਇਹਨੂੰ ਫੇਥ ਜਿਹੜਾ ਹੈ ਦੇਣ ਵਾਲਾ ਗੋਰਖਨਾਥ ਹੈ। ਗੋਰਖਨਾਥ ਨੇ ਆ ਕੇ ਇਹਨੂੰ ਪਹਿਲਾਂ ਉਪਦੇਸ਼ ਦੇਤਾ ਤੇ ਇਹ ਸਿੰਸੀਅਰ ਬੰਦਾ ਹੈ। ਜੇ ਗੋਰਖਨਾਥ ਨੇ ਦੇਤਾ ਤਾਂ ਗੋਰਖਨਾਥ ਦੇ ਪਿੱਛੇ ਲੱਗ ਗਿਆ, ਬਿਕਾਜ਼ ਇਹਨੂੰ ਤਾਂ ਮਤਲਬ ਹੈ ਮੁਕਤੀ ਦੇ ਨਾਲ। ਇਹਨੇ ਥੋੜ੍ਹਾ ਦੇਖਣਾ ਵੀ ਕੌਣ ਹੈ, ਇਹਨੂੰ ਜੋ ਵੀ ਰਸਤਾ ਪਰਮਾਤਮਾ ਵੱਲ ਜਾਂਦਿਆਂ ਦੇਖਿਆ ਇਹ ਉੱਥੇ ਹੀ ਚਲਿਆ ਗਿਆ। ਇਸ ਕਰਕੇ ਗੋਰਖਨਾਥ ਪਹਿਲਾਂ ਆਉਣ ਕਰਕੇ ਇਹਨੇ ਉਹਨੂੰ ਗੁਰੂ ਧਾਰਨ ਕਰ ਲਿਆ। ਗੁਰ ਯਾਤੇ ਕੀਨੋ ਬੇਖ ਹੈ ਲੀਨੋ। ਕਹਿਣਗੇ ਇਸ ਕਰਕੇ ਇਹਨੇ ਗੁਰੂ ਉਸਨੂੰ ਗੋਰਖਨਾਥ ਨੂੰ ਕਰਕੇ ਉਹਦਾ ਬੇਕ, ਉਹਦਾ ਜਿਹੜਾ ਫੇਥ ਲੈ ਲਿਆ। ਪਦ ਉੱਚੋ ਇਹ ਪਾਏ। ਪਰ ਕਹਿੰਦੇ ਭਾਵੇਂ ਇਹ ਯੋਗੀ, ਭਾਵੇਂ ਗੋਰਖਨਾਥ ਦਾ ਗੁਰੂ, ਪਰ ਇਹਨੇ ਉੱਚੀ ਪਦਵੀ ਪਾ ਲਈ, ਇਹਨੇ ਪਰਮੇਸ਼ਰ ਨੂੰ ਪਛਾਣ ਲਿਆ ਆਪਣੇ ਅੰਦਰੋਂ। ਕਬਿਤ ਐਸੇ ਤੇ ਨਾਨਕ ਜੀ ਵਚਨ ਉਚਾਰੇ। ਇਸ ਤਰ੍ਹਾਂ ਦੇ ਬਚਨ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਜੀ ਆਪਸ ਵਿੱਚ ਬੋਲ ਰਹੇ ਸਨ। ਉਤ ਗੋਰਖ ਬੁਲਾਏ ਸ਼ੰਭੂਨਾਥ ਕੋ ਪਠਾਇਓ ਉਧਰ ਗੋਰਖਨਾਥ ਨੇ ਸ਼ੰਭੂਨਾਥ ਨੂੰ ਸੱਦ ਲਿਆ। ਫਰੂਆ ਬੈਰਾਗਨ ਦੋ ਲੀਨੇ ਹੱਥ ਮਾਹੇ। ਇੱਕ ਉਹਦੇ ਹੱਥ 'ਚ ਠੂਠਾ ਹੈ, ਇੱਕ ਹੱਥ ਵਿੱਚ ਬੈਰਾਗਣ ਹੈ। ਠੂਠਾ ਹੁੰਦਾ ਹੈ ਜਿਹੜਾ ਭੀਖ ਮੰਗਣ ਵਾਸਤੇ, ਤੇ ਦੂਜਾ ਜਿਹੜਾ ਬੈਰਾਗਣ ਹੈ ਜਿਹੜਾ ਹੱਥ ਰੱਖਣ ਵਾਸਤੇ।
ਵਾਸਤੇ ਇਹ ਦੋ ਚੀਜ਼ਾਂ ਉਹ ਚੁੱਕ ਕੇ ਲਿਆਇਆ, ਇੱਕ ਹੱਥ ਵਿੱਚ ਸ਼ੰਭੂਨਾਥ। ਜਿਨ ਮੁੰਦਰਾ ਹੈ ਫਟਕ ਇੱਕ ਕਾਨ ਪਾਰ ਪਾਇਓ ਹੈ। ਦੇਖੋ ਉਹਨੇ ਮੁੰਦਰਾ ਜਿਹੜੀ ਇੱਕ ਕੰਨ ਪਾੜਿਆ ਹੋਇਆ ਤੇ ਇੱਕ ਵਿੱਚ ਮੁੰਦਰਾ ਪਾਈ ਹੈ, ਦੂਜੇ 'ਚ ਨਹੀਂ ਪਾਈ। ਸੋ ਸ਼ੰਭੂਨਾਥ 1 ਈਅਰਿੰਗ ਪਾਉਂਦਾ ਸੀਗਾ, ਜਿਵੇਂ ਅੱਜ ਕੱਲ ਵੀ ਲੋਕ ਪਾ ਲੈਂਦੇ ਹਨ। ਹੀਏ ਮੈਂ ਹੁਲਾਸ ਆਇਓ ਪਾਸ ਸੁਖ ਰਾਸ ਦੌਰ। ਕਹਿਣ ਲੱਗੇ ਇਹ ਹੁਲਾਸ ਬੜਾ ਖੁਸ਼ ਹੋ ਕੇ ਆਇਆ ਵੀ ਮੈਨੂੰ ਜਿਹੜਾ ਗੋਰਖਨਾਥ ਨੇ ਸੱਦਿਆ ਤੇ ਬੜਾ ਭੱਜਿਆ ਆਇਆ ਜੀ। ਬਾਲੇ ਹੈ ਆਦੇਸ਼ ਐਸੇ ਬਚਨ ਅਲਾਇਓ ਹੈ। ਪਹੁੰਚ ਗਿਆ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਕਹਿੰਦਾ ਬਾਲੇ ਹੈ ਆਦੇਸ਼, ਕਹਿੰਦਾ ਆਦੇਸ਼ ਹੈ ਮੇਰਾ। ਆਈ ਕਿਹਾ ਜੀ ਸ਼ੰਭੂਨਾਥ ਨੇ ਆ ਕੇ, ਪ੍ਰਭੂ ਕੋ ਆਦੇਸ਼ ਸ਼ੰਭੂਨਾਥ ਆਓ ਬੈਸ ਢਿੱਗ। ਮਹਾਰਾਜ ਕਹਿੰਦੇ ਜਿਹੜਾ ਹੈ ਪ੍ਰਭੂ ਕੋ ਆਦੇਸ਼, ਸਾਡੀ ਨਮਸਕਾਰ ਪਰਮਾਤਮਾ ਨੂੰ ਆ। ਸ਼ੰਭੂਨਾਥ ਆ ਕੇ ਬਹਿ ਜਾ ਹੁਣ, ਕੋਈ ਨਹੀਂ ਆ ਜਾ ਸਾਡੇ ਕੋਲ। ਸੁਣਿਓ ਸਰੋਣ ਮਾਹੀ ਪੁੰਨ ਬੈਨ ਕੋ ਸੁਣਾਇਓ ਹੈ। ਉਹ ਸੁਣ ਕੇ ਸ਼ੰਭੂਨਾਥ ਜਿਹੜਾ ਹੈ ਮਹਾਰਾਜ ਦੀ ਬਚਨ ਸੁਣ ਕੇ ਆ ਕੇ ਬਹਿ ਗਿਆ ਤੇ ਕੁਝ ਕਹਿਣ ਲੱਗਿਆ। ਕਬਿਤ ਗੋਰਖ ਕੇ ਚੇਲੇ ਹੋਏ ਮੁੰਦਰਾ ਕਾਨ ਪਾਵੋ। ਕਹਿਣਗੇ ਗੁਰੂ ਨਾਨਕ ਸਾਹਿਬ ਜੀ ਨੂੰ ਤੂੰ ਗੋਰਖਨਾਥ ਦਾ ਚੇਲਾ ਬਣ ਜਾਓ ਤੇ ਮੁੰਦਰਾ ਆਪਣੇ ਕੰਨਾਂ ਵਿੱਚ ਪਾ ਲਓ, ਜਿਵੇਂ ਮੈਂ ਇੱਕ ਪਾਈ ਆ ਤੁਸੀਂ ਵੀ ਇੱਕ ਪਾ ਲਓ। ਹਾਂਜੀ ਪੰਖ ਜੇ ਲੱਗਾਂਗੇ। ਅੰਗ ਭਸਮ ਲਗਾਵੋ ਕੋ ਬਿਗਨ ਨਾ ਲੱਗ ਗਈ। ਹਾਂ ਕਹਿਣਗੇ ਫਿਰ ਨਾ ਆਪਣੇ ਅੰਗਾਂ ਨੂੰ ਨਾ ਤੁਸੀਂ ਜਿਹੜਾ ਹੈ ਭਸਮ ਮਲ ਲਓ। ਹਾਂਜੀ ਐਸ਼ਸ ਲੈ ਕੇ ਸਾਰੇ ਸਰੀਰ ਤੋਂ ਮੰਨ ਲਓ, ਤੁਹਾਨੂੰ ਕੋਈ ਬਿਗੜ ਨਹੀਂ ਹੋਊਗਾ, ਕੋਈ ਦੁੱਖ ਨਹੀਂ ਹੋਵੇਗਾ, ਕੋਈ ਮੱਛਰ ਕੀੜੀ ਨਹੀਂ ਲੜੇਗੀ। ਬਿਗਸੈ ਕਮਲ ਜੋ ਪ੍ਰਕਾਸ਼ੈ ਦੀਪ ਜੋਤ ਔਰ। ਹਾਂ ਕਹਿੰਦੇ ਬਿਗਸੈ ਕਮਲ, ਵਾਹ, ਫਿਰ ਤੁਹਾਡਾ ਅੰਦਰੋਂ ਕਮਲ ਜਿਹੜਾ ਮੁੱਦਾ ਹੋਇਆ ਉਹ ਸਿੱਧਾ ਹੋ ਜਾਏਗਾ ਤੇ ਉਹਦੇ ਨਾਲ ਜਿਹੜਾ ਹੈ ਤੁਹਾਡੇ ਅੰਦਰੋਂ ਜਿਹੜੀ ਹੈ ਉਹ ਪ੍ਰਕਾਸ਼ ਗਿਆਨ ਪ੍ਰਕਾਸ਼ ਕਰ ਜਾਏਗਾ। ਸੁਨ ਮੰਗ ਜਾਓ ਤਨ ਹੂੰ ਤੇ ਮ੍ਰਿਤ ਭਾਗਈ। ਹਾਂ ਕਹਿੰਦੇ ਸੁਣ ਇਹ ਸਾਡਾ ਮਾਰਗ ਤੂੰ ਸੁਣ, ਤੂੰ ਕਬੂਲ ਕਰ, ਅੰਬਰੇਜ਼ ਕਰ, ਤੇਰੀ ਮੌਤ ਦੂਰ ਹੋ ਜਾਏਗੀ। ਪਰੂਆ ਗਹੀਜੈ ਹਾਥ ਹੋਈਐ ਸਨਾਥ ਅਬ। ਦੇਖੋ ਕਹਿੰਦੇ ਆ ਠੂਠਾ ਫੜ ਹੱਥ 'ਚ, ਠੂਠਾ ਲੈ ਕੇ ਆਇਆ ਸੀ ਨਾ, ਕਹਿੰਦਾ ਠੂਠਾ ਫੜ ਹੱਥ ਵਿੱਚ, ਜਨਾ ਗਹੀਜੇ ਹੱਥ 'ਚ ਫੜ, ਹੋਈਏ ਸਨਾਥ ਅਬ, ਤੂੰ ਹੁਣ ਇੱਕ ਸਵਾਮੀ ਵਾਲਾ ਬਣ, ਤੇਰਾ ਸਵਾਮੀ ਹੋਗਾ ਗੋਰਖਨਾਥ। ਖੁਸ਼ੀ ਜਿੱਤ ਜਾਓ ਤਿਤ ਕਉ ਨਹਿ ਠਗਈ। ਤੂੰ ਜਿੱਥੇ ਤੇਰੀ ਖੁਸ਼ੀ ਹੈ ਤੂੰ ਜਾਈ, ਤੈਨੂੰ ਕੋਈ ਨਹੀਂ ਰੋਕੇਗਾ। ਤੈਨੂੰ ਵੀਸਾ ਜਿਹੜਾ ਹੈ ਇੰਟਰਨੈਸ਼ਨਲ ਵੀਸਾ ਤੈਨੂੰ ਮਿਲ ਜਾਏਗਾ, ਤੂੰ ਜਿੱਥੇ ਜਾਣਾ ਜਾਈ, ਤੈਨੂੰ ਕੋਈ ਰੋਕ ਨਹੀਂ ਪਾਏਗਾ। ਭਲੀ ਬਣੀ ਤੇਰੀ ਜੋ ਤੂੰ ਮਾਨ ਲੇਹ ਬਾਤ ਮੇਰੀ। ਕਹਿਣਗੇ ਭਲੀ ਬਣੀ ਤੇਰੀ, ਤੇਰੇ ਵਾਸਤੇ ਚੰਗਾ ਹੈ ਜੇ ਤੂੰ ਮੇਰੀ ਹੁਣ ਗੱਲ ਮੰਨ ਲੇਗਾ। ਸ਼ੰਭੂਨਾਥ ਗੁਰੂ ਨਾਨਕ ਨੂੰ ਕਹਿੰਦਾ ਰਿੱਧ ਸਿੱਧ ਚੇਰੀ ਮਤ ਗੋਰਖ ਕੇ ਪਾ ਗਈ। ਦੇਖੋ ਕਹਿੰਦਾ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਸਾਰੀਆਂ ਤੇਰੀਆਂ ਚੇਲੀਆਂ ਬਣ ਜਾਣਗੀਆਂ। ਉਹ ਗੋਰਖਨਾਥ ਨੂੰ ਗੁਰੂ ਬਣਾ ਕੇ ਉਹ ਰਿੱਧੀਆਂ ਸਿੱਧੀਆਂ ਤੈਨੂੰ ਵੀ ਜਿਹੜਾ ਹਨ ਦੇ ਦੇਗਾ। ਹਾਂਜੀ ਤੈਨੂੰ ਵੀ ਅਸਾਈਨ ਕਰ ਦੇਗਾ ਕਿ ਰਿੱਧੀਆਂ ਸਿੱਧੀਆਂ ਤੈਨੂੰ ਦੇ ਦੇਗਾ। ਕਬਿਤ ਗੋਰਖ ਕੋ ਦਾਸ ਕਰ ਸੰਭੂ ਕੋ ਮਾਨ ਹਰ। ਕਹਿਣ ਲੱਗੇ ਇਸ ਕਰਕੇ ਜਿਹੜਾ ਗੋਰਖ ਕੋ ਦਾਸ ਕਰ, ਇਸ ਕਰਕੇ ਜਿਹੜਾ ਹੈ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ ਕਿਹਾ ਗੋਰਖ ਕੋ ਦਾਸ ਕਰ। ਕਹਿੰਦੇ ਅਸੀਂ ਚੱਲੇ ਹਾਂ ਗੋਰਖ ਨੂੰ ਆਪਣਾ ਦਾਸ ਬਣਾਉਣ ਵਾਸਤੇ। ਅਸੀਂ ਉਹਦਾ ਦਾਸ ਨਹੀਂ ਬਣਾਂਗੇ, ਉਹਨੂੰ ਆਪਣਾ ਦਾਸ ਬਣਾਵਾਂਗੇ। ਸਭੂ ਕੋ ਮਾਨ ਹਰ, ਅਸੀਂ ਚੱਲੇ ਹਾਂ ਤੁਹਾਡੇ ਸਾਰਿਆਂ ਦਾ ਹੰਕਾਰ ਦੀ ਦਵਾਈ ਲੈ ਕੇ। ਤੁਹਾਨੂੰ ਕਿਉਂ ਕਰਨ ਵਾਸਤੇ ਅਸੀਂ ਚੱਲੇ ਹਾਂ, ਤੁਹਾਡੇ ਵਿੱਚ ਜਿਹੜਾ ਹੰਕਾਰ ਹੈ ਨਾ ਇਹ ਕੱਢਣ ਵਾਸਤੇ ਜਾ ਰਹੇ ਹਾਂ। ਭਸਮ ਨਾ ਲਾਵੋ ਨਹਿ ਕਾਨ ਕੋ ਛਦਾਵਈ। ਨਾ ਅਸੀਂ ਆਪਣੇ ਸਰੀਰ ਤੇ ਭਸਮ ਲਾਉਣੀ ਹੈ, ਨਾ ਅਸੀਂ ਆਪਣੇ ਕੰਨ ਪੜਾਉਣੇ ਹਨ। ਪਰੂਆ ਜੋ ਧਾਰੀ ਤਾ ਕੋ ਨਾਮ ਹੈ ਭੇਖ ਧਾਰੀ ਜਗ। ਕਹਿੰਦੇ ਤੂੰ ਕਹਿੰਦਾ ਠੂਠਾ ਫੜ ਕੇ ਕੋਈ ਯੋਗੀ ਬਣਦਾ, ਮਾਰ ਕੇ ਯੋਗੀ ਨਹੀਂ ਬਣਦਾ, ਉਹ ਬੈਗਰ ਬਣਦਾ, ਉਹ ਭਿਖਾਰੀ ਬਣਦਾ। ਤੂੰ ਚੰਗੇ ਭਲਿਆਂ ਨੂੰ ਮੈਨੂੰ ਭਿਖਾਰੀ ਬਣਾਉਣਾ ਚਾਹੁੰਦਾ। ਕਹਿੰਦੇ ਉਹ ਭਿਖਾਰੀ ਹੁੰਦੇ ਨੇ, ਉਹ ਜੋਗੀ ਜੁਗੀ ਨਹੀਂ ਹੁੰਦੇ। ਰਿੱਧ ਹੈ ਬਿਦਾਰੀ ਨਹਿ ਨੇਰੇ ਕਬ ਆਵਈ। ਕਹਿੰਦੇ ਰਿੱਧ ਸਿੱਧ ਸਦਾ ਅੱਗੇ। ਗੁਰੂ ਮਹਾਰਾਜ ਕਹਿੰਦੇ ਮੇਰੇ ਤਾਂ ਅੱਗੇ ਖੜੀਆਂ ਰਿੱਧੀਆਂ ਸਿੱਧੀਆਂ, ਮੈਂ ਕੀ ਕਰਨੀਆਂ ਗੋਰਖਨਾਥ ਤੋਂ ਲੈ ਕੇ, ਇਹ ਤਾਂ ਅੱਗੇ ਖੜੀਆਂ ਦੇ। ਹਾਂਜੀ ਹਾਂਜੀ ਹਾਂ ਉਹ ਤੋਂ ਪਹਿਲਾਂ ਹਾਂਜੀ ਫਿਰ ਪੜ੍ਹਦੇ ਮਿੱਤੂ। ਮ੍ਰਿਤ ਹੈ ਬਿਧਾਰੀ। ਹਾਂਜੀ ਫਿਰ ਮੌਤ ਨੂੰ ਛੱਡ ਕੇ ਨਹਿ ਨੇਰੇ ਕਬ ਆਵਈ। ਉਹ ਮੌਤ ਕਿਤੇ ਤੁਹਾਡੇ ਨੇੜੇ ਨਹੀਂ ਆਊਗੀ। ਰਿੱਧ ਸਿੱਧ ਸਦਾ ਆਗੇ ਦੇਹ ਤਾ ਕੋ ਜੇ ਕੋ ਮੰਗੈ। ਦੇਖੋ ਮਹਾਰਾਜ ਕਹਿੰਦੇ ਹੁਣ ਇਹ ਦੋ ਗੱਲਾਂ ਨੇ। ਕਹਿੰਦੇ ਮ੍ਰਿਤੂ ਹੈ ਬਿਧਾਰੀ, ਅਸੀਂ ਨਾ ਮ੍ਰਿਤੂ ਨੂੰ ਤਾਂ ਦੂਰ ਛੱਡਿਆ ਹੋਇਆ, ਪਿੱਛੇ ਛੱਡ ਕੇ ਹੀ ਆਏ ਆ। ਕਿ ਉਹ ਮੌਤ ਨੇ ਤਾਂ ਸਾਡੇ ਨੇੜੇ ਨਹੀਂ ਆਉਣਾ, ਕਰਕੇ ਮੌਤ ਡਜ਼ਨਟ ਐਗਜ਼ਿਸਟ, ਡੈਥ ਡਜ਼ਨਟ ਐਗਜ਼ਿਸਟ। ਉਹ ਡੈਥ ਤਾਂ ਹੁੰਦੀ ਨਹੀਂ ਤੇ ਉਹ ਡੈਥ ਨੂੰ ਤੂੰ ਮੈਨੂੰ ਕੀ ਕਹਿ ਰਿਹਾ। ਦੂਜੀ ਗੱਲ ਰਿੱਧ ਸਿੱਧ ਸਦਾ ਅੱਗੇ। ਕਹਿੰਦਾ ਰਿੱਧੀਆਂ ਸਿੱਧੀਆਂ ਤਾਂ ਹਮੇਸ਼ਾ ਅੱਗੇ ਹੈ। ਦੇ ਤਾਂ ਕੋ ਜੇ ਕੋ ਮੰਗ, ਕਹਿੰਦੇ ਜੇ ਤੈਨੂੰ ਚਾਹੀਦਾ ਤੂੰ ਲੈ ਲਾ। ਹੁਣ ਉਹਨੂੰ ਮਹਾਰਾਜ ਜੀ ਜੋ ਇਹ ਸੰਗਰਨਾਥ ਆਇਆ ਹੈ ਉਹ ਕਹਿੰਦਾ ਵੀ ਮਹਾਰਾਜ ਉਹਨੂੰ ਗੋਰਖਨਾਥ ਤੋਂ ਲੈ। ਮਹਾਰਾਜ ਕਹਿੰਦੇ ਮੇਰੇ ਅੱਗੇ ਬੈਠੀਆਂ ਲੈ ਲਾ, ਜੇ ਲੈਣੀਆਂ ਹੁਣੇ ਲੈ ਲੈਂਦਾ, ਤੈਨੂੰ ਹੁਣੇ ਦੇ ਦਈਏ। ਚਾਹੇ ਤਹਾਂ ਜਾਏ ਨਹਿ ਕਉ ਅਟਕਾਵਈ। ਹਾਂ ਚਾਹੇ ਕਹਿਣਗੇ ਫੇਰ ਤੂੰ ਕਿਆ ਇੰਟਰਨੈਸ਼ਨਲ ਵੀਸਾ ਦੀ ਗੱਲ ਕੀਤੀ ਆ ਵੀ ਤੈਨੂੰ ਕੋਈ ਨਹੀਂ ਰੋਕ ਪਾਵੇਗਾ, ਤੁਸੀਂ ਜਾਣਾ ਜਿੱਥੇ ਜਾਇਓ। ਮਹਾਰਾਜ ਕਹਿੰਦੇ ਹੁਣ ਵੀ ਤਾਂ ਅਸੀਂ ਤੁਰੇ ਫਿਰਦੇ ਆ, ਅਸੀਂ ਕਿਹੜੇ ਤੇ ਵੀਸਾ ਵੂਸਾ ਲਾਉਂਦੇ ਫਿਰਦੇ ਆ। ਹਾਂਜੀ ਸਾਨੂੰ ਕੌਣ ਰੋਕ ਪਾਉਂਦਾ ਹੈ। ਬਿਗਨ ਬਿਨਾਸਨ ਸੋ ਆਸਨ ਹੈ ਸੁਨ ਬਿਖੈ। ਹਾਂ ਕਹਿੰਦੇ ਸਾਡਾ ਆਸਨ ਕਿੱਥੇ ਹੈ, ਅਸੀਂ ਆਸਨ ਉੱਥੇ ਲਾਉਂਦੇ ਹਾਂ। ਬਿਗਨ ਬਿਨਾਸਨ,
ਉਹ ਥਾਂ ਜਿੱਥੇ ਕੋਈ ਵੀ ਵਿਗੜ ਨਹੀਂ ਪਾਸਾ, ਜਿੱਥੇ ਇੱਕੋ ਇੱਕ ਪਰਮੇਸ਼ਰ ਨਿਰਗੁਣ ਸਰੂਪ ਹੋ ਕੇ ਵਸਦਾ ਹੈ, ਉੱਥੇ ਸਾਡਾ ਆਸਨ ਹੈ ਜੋ ਸੁਣ ਸਮਾਧੀ ਵਿੱਚ ਹੈ। ਸੰਭੂਨਾਥ ਸੁਨੇ ਸਰਵਣ ਬੈਨ ਕੋ ਅਲਾਵਈ। ਸੰਭੂਨਾਥ ਨੇ ਜਦੋਂ ਇਹ ਗੱਲ ਸੁਣੀ ਆਪਣੇ ਕੰਨਾਂ ਦੇ ਵਿੱਚ, ਫਿਰ ਕਿਹਾ ਹੁਣ ਇਹ ਕਿਹੜੇ ਹੱਥ ਦਾ ਹੈ? ਸੰਭੂਨਾਥ ਕਬਿਤ ਵਡੋਈ ਹੰਕਾਰੀ ਕਹਾ ਨਦਰ ਤੁਮਾਰੀ। ਉਹ ਸੰਭੂਨਾਥ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਵੱਡੇ ਹੀ ਹੰਕਾਰੀ, ਉਹ ਬੜਾ ਹੰਕਾਰ ਕਰਦੇ ਤੁਸੀਂ। ਹਾਂਜੀ, ਕਿਉਂਕਿ ਉਹਦੇ ਹੰਕਾਰ ਨੂੰ ਠੇਸ ਪਹੁੰਚ ਗਈ ਨਾ, ਹੁਣ ਹੰਕਾਰ ਨੂੰ ਹੰਕਾਰ ਹੀ ਦਿਸਣਾ ਸਾਹਮਣੇ। ਕਹਿੰਦੇ ਵੱਡੋ ਹੈ ਹੰਕਾਰੀ, ਕਹਿੰਦੇ ਤੂੰ ਵੱਡਾ ਹੰਕਾਰੀ ਹੈ, ਕਹਾਂ ਨਜ਼ਰ ਤੁਮਾਰੀ, ਕਹਿੰਦੇ ਤੂੰ ਕਿੱਧਰ ਨੂੰ ਦੇਖਦਾ ਹੈ? ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਤੂੰ ਕਿੱਧਰ ਨੂੰ, ਤੇਰੀ ਨਿਗਾਹ ਬਹੁਤ ਉੱਚੀ ਹੈ। ਕਛ ਔਰੀ ਬੌਰੀ ਬਾतें ਮੁਖ ਕਾਹੇ ਕੋ ਬਖਤ ਹੈ। ਉਹ ਤੂੰ ਕੀ ਔਰੀਆਂ ਬੋਰੀਆਂ ਗੱਲਾਂ ਕਰਦੀਆਂ, ਝੇਲੀਆਂ ਵਾਲੀਆਂ ਗੱਲਾਂ, ਪਾਗਲਾਂ ਵਾਲੀਆਂ ਗੱਲਾਂ ਤੁਸੀਂ ਕਿਉਂ ਕਰਦੇ ਹੋ? ਜਤੀਨਾਥ ਸਿੱਧ ਸਭ ਵਿੱਚ ਹੈ ਪ੍ਰਸਿੱਧ। ਦੇਖੋ ਗੋਰਖਨਾਥ ਜਿਹੜਾ ਹੈ 6 ਜਤੀਆਂ ਵਿੱਚੋਂ ਵੀ ਉਹ ਇੱਕ ਹੈ, 9 ਨਾਥਾਂ ਵਿੱਚੋਂ ਵੀ ਗੋਰਖਨਾਥ ਨਾਥ ਹੈ। ਕਹਿੰਦੇ ਕਿ ਦੇਖੋ ਉਹਦੀ ਪੋਜੀਸ਼ਨ ਜਿਹੜੀ ਹੈ, ਜਿਹੜੀ ਮੰਨੀ ਹੋਈ ਹੈ ਸੰਸਾਰ ਨੇ, ਕਹਿੰਦੇ ਇਸ ਕਰਕੇ ਐਸੋ ਗੋਰਖ ਕੋ ਜਾਣੇ ਨਹੀਂ ਕਿ ਕੈਸੀ ਹੈ ਸਕਤ ਹੈ। ਜੇ ਤੇਰੇ ਵਿੱਚ ਜਿਹੜਾ ਹੈ, ਜੇ ਤੂੰ ਗੋਰਖਨਾਥ ਨੂੰ ਨਹੀਂ ਜਾਣਦਾ, ਸੰਭੂਨਾਥ ਕਹਿੰਦਾ, ਫਿਰ ਤੇਰੇ ਚ ਕਾਹਦੀ ਸ਼ਕਤੀ ਹੈ? ਉਹ 6 ਜਤੀਆਂ ਵਿੱਚੋਂ 9 ਨਾਥਾਂ ਵਿੱਚੋਂ ਆ, ਉਹਦੀ ਪੋਜੀਸ਼ਨ ਬਣੀ ਹੋਈ ਆ। ਜੇ ਤੂੰ ਉਹਨਾਂ ਨੂੰ ਨਹੀਂ ਜਾਣਦਾ, ਤੇਰੀ ਤੇ ਸ਼ਕਤੀ ਕੀ ਹੈ? ਇਹ ਸਿੱਧਨਾਥ ਨਿੰਦੇ ਤੁਮ ਭਇਓ ਕੌਣ ਬਿੰਦੇ। ਕਹਿੰਦੇ ਫਿਰ ਤੁਸੀਂ ਸਿੱਧਾ ਨੂੰ ਨਿੰਦਿਆ ਕਰੀ ਜਾਂਦੇ ਆ, ਜਿਹੜਾ ਸਿੱਧਾ ਦੀ ਨਿੰਦਿਆ ਕਰੀ ਜਾਂਦੇ ਹੋ, ਤੇ ਤੁਮ ਭਇਓ ਕੌਣ ਬਿੰਦੇ, ਤੂੰ ਕਿੱਡਾ ਕੁ ਵੱਡਾ ਹੈ? ਤੂੰ ਕਾਹਦਾ ਬਣਿਆ ਹੋਇਆ ਹੈ? ਤੂੰ ਕਿਹੜੀ ਬਿੰਦ ਦਾ ਬਣਿਆ? ਬਿੰਦ ਹੁੰਦਾ ਸਪਰਮ, ਕਹਿੰਦੇ ਕਿ ਤੂੰ ਫਿਰ ਕਾਹਦਾ ਬਣਿਆ ਹੋਇਆ ਹੈ? ਕੈਸੇ ਬੋਲੇ ਮਾਟੀ ਗੰਦੇ ਨਿਜ ਮਾਨ ਮੈਂ ਛਕਤ ਹੈ। ਦੇਖੋ ਮਹਾਰਾਜ ਨੂੰ ਕਿਸ ਤਰ੍ਹਾਂ ਦੇ ਬਚਨ ਕਰਦਾ ਸੰਭੂਨਾਥ, ਕਹਿੰਦੇ ਕੈਸੇ ਬੋਲੇ ਮਾਟੀ ਗੰਦੇ, ਕਹਿੰਦੇ ਇਸ ਗੰਦੇ ਸਰੀਰ ਵਿੱਚੋਂ ਤੂੰ ਕੀ ਬੋਲ ਰਿਹਾ? ਮਾਟੀ ਮੀਨਸ ਮਿੱਟੀ ਦਾ ਬਣਿਆ ਹੋਇਆ ਜੋ ਸਰੀਰ ਹੈ, ਇਹਦੇ ਗੰਦੇ ਜਿਹੜਾ ਹੈ, ਇਹਦੇ ਗੰਦੇ ਸਰੀਰ ਵਿੱਚੋਂ ਤੂੰ ਕੀ ਬੋਲ ਰਿਹਾ ਹੈ? ਕੌਣ ਤੂੰ ਵਡਾਈ ਪਾਏ ਜਗ ਜੂਨ ਆਏ ਜਾਏ। ਨਿਜ ਮਾਨ ਮੈਂ ਜਾਂ ਚੱਕਤ ਹੈ, ਚੱਕਤ ਹੁੰਦਾ ਭਰਿਆ ਹੋਇਆ, ਕਹਿੰਦੇ ਤੂੰ ਮਾਨ ਹੰਕਾਰ ਨਾਲ ਭਰਿਆ ਹੋਇਆ ਹੈ। ਕੌਣ ਤੂੰ ਵਡਾਏ ਪਾਏ ਜਗ ਜੂਨ ਆਏ ਜਾਏ। ਕਹਿੰਦੇ ਕਿ ਤੇਰੀ ਕਿਹੜੀ ਵਡਿਆਈ ਪਾਈ ਹੈ ਤੂੰ? ਗੁਰੂ ਨਾਨਕ ਨੂੰ ਕਹਿੰਦਾ ਸੰਭੂਨਾਥ, ਕਿਹੜੀ ਵਡਿਆਈ ਪਾਈ ਹੈ ਤੂੰ ਹੁਣ ਤੱਕ? ਹਾਂਜੀ, ਤੈਨੂੰ ਜਿਹੜਾ ਹੈ ਪੰਥ ਰਤਨ ਵੀ ਨਹੀਂ ਮਿਲਿਆ, ਹਾਂਜੀ, ਜਾਂ ਕੋਈ ਹੋਰ ਜਿਹੜਾ ਟਾਈਟਲ ਤੈਨੂੰ ਨਹੀਂ ਮਿਲਿਆ। ਕਹਿੰਦਾ ਵੀ ਕਿਹੜੀ ਵਡਿਆਈ ਤੂੰ ਪਾਈ ਆ ਸੰਸਾਰ ਵਿੱਚ ਆ ਕੇ, ਜਗ ਜੂਨ ਆਏ ਜਾਏ। ਤੂੰ ਤਾਂ ਆਉਂਦਾ ਜਾਂਦਾ ਇਸ ਸਰੀਰ ਵਿੱਚ ਤੂੰ ਆਇਆ ਹੋਇਆ ਹੈ, ਤੇਰੀਆਂ ਜਿਹੜੀਆਂ 84 ਲੱਖ ਜੂਨਾਂ ਅੱਗੇ ਹੋਣੀਆਂ ਹਨ। ਇਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਨਾਲ ਕੀਤੇ। ਗੁਰੂ ਬਿਨਾ ਸਥਿਰ ਕੋ ਨਾ ਟਿਕਤ ਹੈ। ਕਹਿਣਗੇ ਗੁਰੂ ਬਿਨਾ ਕੋਈ ਵੀ ਸਥਿਤ ਨਹੀਂ ਹੋ ਸਕਦਾ, ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀ। ਸੰਭੂਨਾਥ ਕਹਿੰਦਾ ਗੁਰੂ ਨਾਨਕ ਨੂੰ, ਜਗਤ ਗੁਰੂ ਨੂੰ। ਕਬਿਤ ਜਾਨੋ ਤੇਰੇ ਗੋਰਖ ਕੀ ਆਦ ਸਿਵ ਬਿੰਦ ਹੂੰ ਤੇ। ਕਹਿਣ ਲੱਗੇ, ਮਹਾਰਾਜ ਨੇ ਜਵਾਬ ਦਿੱਤਾ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਅਸੀਂ ਜਾਣਦੇ ਹਾਂ ਗੋਰਖਨਾਥ ਜਿਹੜਾ ਜੰਮਿਆ ਹੈ ਸ਼ਿਵ ਜੀ, ਸ਼ਿਵ ਦੇ ਬਿੰਦ ਨਾਲ ਉਹ ਜੰਮਿਆ ਹੈ। ਨਦਰ ਹਮਾਰੀ ਏਕੰਕਾਰ ਪੈ ਲਗਤ ਹੈ। ਸਾਡੀ ਜਿਹੜੀ ਨਿਗਾਹ ਤੂੰ ਕਹਿੰਦਾ ਉੱਚੀ ਹੈ, ਹਾਂ ਉੱਚੀ ਹੈ, ਕਿਉਂਕਿ ਸਾਡੀ ਨਿਗਾਹ ਪਰਮੇਸ਼ਰ ਵਿੱਚ ਲੱਗੀ ਹੋਈ ਹੈ। ਸੰਤ ਸਾਧ ਸੋਦਰ ਬਿਲੋਕੇ ਮੋਦ ਹੋਤ। ਕਹਿਣ ਲੱਗੇ ਸਾਨੂੰ ਤਾਂ ਜਿਹੜੇ ਸਾਧ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਜੋ ਪਰਮੇਸ਼ਰ ਦੇ ਰਸਤੇ ਤੇ ਚੱਲਣ ਵਾਲੇ ਹਨ, ਉਹਨਾਂ ਦੇ ਦਰਸ਼ਨ ਕਰਕੇ ਹੀ ਅਸੀਂ ਆਨੰਦ ਵਿੱਚ ਆਉਂਦੇ ਹਾਂ। ਕਹੋ ਗੰਦੇ ਕੈ ਅਮਲ ਪੰਜ ਤਤ ਕੋ ਜਗਤ ਹੈ। ਕਹਿਣ ਲੱਗੇ ਸ਼ੰਭੂਨਾਥ ਤੂੰ ਕਹਿੰਦਾ ਮੇਰਾ ਸਰੀਰ ਗੰਦਾ ਹੈ, ਕਹਿੰਦੇ ਇਹ ਸਰੀਰ ਨੂੰ ਤੂੰ ਗੰਦਾ ਕਹਿ ਰਿਹਾ, ਇਹ ਵੀ ਤਾਂ ਪੰਜ ਤੱਤਾਂ ਦਾ ਹੀ ਬਣਿਆ, ਤੂੰ ਕਾਹਦਾ ਬਣਿਆ? ਜੇ ਮੈਂ ਗੰਦਾ ਤਾਂ ਤੂੰ ਕਿੱਥੋਂ ਸਾਫ਼ ਹੋ ਗਿਆ? ਏਕ ਹੂੰ ਸੀ ਦੇਹ ਸਭ ਏਕ ਹੀ ਕੋ ਕੀਏ ਨਰ। ਹਾਂ ਦੇਖੋ, ਏਕ ਹੀ ਹੂੰ ਸੀ ਦੇ, ਤੇਰੀ ਬੋਡੀ ਤੇ ਮੇਰੀ ਬੋਡੀ ਸੇਮ ਹੀ ਹੈ, ਇਹ ਪੰਜ ਤੱਤਾਂ ਤੋਂ ਬਣੀ ਹੋਈ ਹੈ, ਤੇ ਫਿਰ ਇੱਕ ਚੰਗੀ ਇੱਕ ਮਾੜੀ ਕਿਵੇਂ ਹੋਗੀ? ਇੱਕ ਹੀ ਸੀ ਕੀਏ ਨਰ, ਨਰ ਆਪਾਂ ਨੂੰ ਬਣਾਉਣ ਵਾਲਾ ਵੀ ਇੱਕ ਪਰਮੇਸ਼ਰ ਹੀ ਹੈ, ਫਿਰ ਤੂੰ ਕਿਵੇਂ ਚੰਗਾ ਹੋ ਗਿਆ, ਅਸੀਂ ਕਿਵੇਂ ਮਾੜੇ ਹੋ ਗਏ? ਮਾਨ ਕੀਨੇ ਹਾਨ ਪੁਰਸ਼ ਉਤਮ ਭਗਤ ਹੈ। ਕਹਿਣਗੇ ਮਾਨ ਕੀਨੇ ਹਾਨ, ਕਹਿਣਗੇ ਮਾਨ ਜਿਹੜਾ ਹੰਕਾਰ ਹੈ, ਉਹਨੇ ਵੱਡੇ ਵੱਡੇ ਭਗਤਾਂ ਨੂੰ ਡੁਬੋ ਦਿੱਤਾ, ਵੱਡੇ ਵੱਡੇ ਆਪਣੇ ਆਪ ਨੂੰ ਸੰਤ ਖਾਉਣ ਵਾਲੇ ਵੀ ਡੁੱਬ ਗਏ ਹਨ, ਜਿਨ੍ਹਾਂ ਨੇ ਹੰਕਾਰ ਕੀਤਾ। ਸਿੱਧ ਔਰੇ ਬੌਰੇ ਮਾਨ ਕੀਨੇ ਸਭ ਹੌਰੇ ਗੌਰੇ। ਕਹਿਣ ਲੱਗੇ ਜੇ ਸਿੱਧ ਔਰੇ ਬੌਰੇ, ਕਹਿੰਦੇ ਸਿੱਧ ਤੁਸੀਂ ਪਾਗਲਪਣਾ ਵਿੱਚ ਆ ਗਏ ਹੋ, ਤੁਹਾਡੇ ਵਿੱਚ ਮਾਨ ਹੋਣ ਕਰਕੇ ਤੁਸੀਂ ਹੰਕਾਰੀ ਹੋ ਕੇ ਤੁਸੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹੋ। ਮਾਨ ਕੀਨੇ ਸਭ ਹੋਰੇ, ਕਹਿਣ ਲੱਗੇ ਅਸੀਂ ਆਏ ਹਾਂ ਤੁਹਾਡਾ ਮਾਨ ਹੌਲਾ ਕਰਨ ਵਾਸਤੇ, ਤੁਹਾਡੇ ਵਿੱਚੋਂ ਮਾਨ ਖਤਮ ਕਰਨ ਵਾਸਤੇ ਅਸੀਂ ਆਏ ਹਾਂ। ਗੁਰੂ ਬਿਨਾ ਕਹੋ ਪ੍ਰੇਮ ਕੈਸੇ ਕਹਿ ਭਗਤ ਹੈ। ਕਹਿਣ ਲੱਗੇ ਗੁਰੂ ਬਿਨਾ, ਗੁਰੂ ਤੋਂ ਬਿਨਾ ਜਿਹੜਾ ਹੈ ਦੱਸੋ ਪ੍ਰੇਮ ਤੁਹਾਨੂੰ ਕਿੱਥੇ ਮਿਲੇਗਾ? ਕਹਿਣਗੇ ਇਸ ਕਰਕੇ ਤੁਸੀਂ ਡੁੱਬ ਰਹੇ ਹੋ, ਜਿਹੜੇ ਗਿਆਨ ਨੂੰ ਲੈ ਕੇ ਤੁਸੀਂ ਉਹ ਗਿਆਨ ਲੈ ਕੇ ਤਰਨਾ ਸੀ, ਉਹੀ ਗਿਆਨ ਕਰਕੇ ਤੁਸੀਂ ਡੁੱਬ ਰਹੇ ਹੋ। ਕਬਿਤ ਜੋਗ ਕੀ ਜੁਗਤ ਕਰ ਪਾਈਏ ਮੁਕਤ ਕੈਸੇ। ਹੁਣ ਸੰਭੂਨਾਥ ਕਹਿੰਦਾ ਮਹਾਰਾਜ ਜੋਗ ਕੀ ਜੁਗਤ ਲੈ ਲੋ,
ਯੋਗ ਕਰਨ ਦੀ ਜੁਗਤੀ ਮੈਥਡ ਜਿਹੜਾ ਇਹ ਸਿੱਖ ਲਓ, ਜਿਹਦੇ ਕਰਕੇ ਮੁਕਤੀ ਹੋਣੀ ਆ। ਜੇ ਤੁਸੀਂ ਨਹੀਂ ਲਿਆ ਤੁਹਾਡੀ ਮੁਕਤੀ ਕਿਵੇਂ ਹੋਵੇਗੀ? ਜੋਗੀ ਜਤੀ ਹੂੰ ਕੋ ਨਿਜ ਜਦਰ ਨਾ ਲਿਆਵਈ। ਤੁਸੀਂ ਤਾਂ ਜੋਗੀ ਜਤੀ ਨੂੰ ਲਾ ਕੇ ਛੱਡ ਦਿੱਤਾ, ਉਹਨਾਂ ਨੂੰ ਕੋਈ ਜਾਣਦੇ ਹੀ ਨਹੀਂ ਜਿਨ੍ਹਾਂ ਤੋਂ ਤੁਹਾਨੂੰ ਸਭ ਕੁਝ ਮਿਲਣਾ ਸੀ। ਜਾਂ ਤੇ ਕੋ ਵਿਸਾਲ ਸਭ ਹੀ ਤੇ ਅਤ ਉੱਤਮ ਹੈ। ਕਹਿ ਲਗੇ ਜਾਂ ਤੇ ਕੋ ਵਿਸਾਲ ਮਹਾਰਾਜ ਨੂੰ ਪੁੱਛਦਾ ਹੈ ਸ਼ੰਭੂਨਾਥ, ਫਿਰ ਦੱਸ ਕੌਣ ਸਭ ਤੋਂ ਵੱਡਾ ਹੈ? ਜੇ ਯੋਗੀ ਨਹੀਂ ਵੱਡਾ ਹੋਇਆ, ਗੋਰਖਨਾਥ ਨਹੀਂ ਵੱਡਾ ਹੋਇਆ, ਫਿਰ ਸਭ ਹੀ ਤੇ ਅਤ ਉੱਤਮ ਹੈ। ਦੱਸੋ ਫਿਰ ਕੌਣ ਉੱਚਾ ਹੈ, ਕੌਣ ਵੱਡਾ ਹੈ? ਯਾਹੂ ਕੋ ਨਿਖੇਦ ਵੱਡੋ ਕਾਹੇ ਠਹਿਰਾਵਈ। ਕਹਿ ਲਗੇ ਯਾਹੂ ਕੋ ਨਿਖੇਦ, ਕਿਸ ਨੂੰ ਤੁਸੀਂ ਠਹਿਰਾਓਗੇ, ਕਿਸ ਨੂੰ ਤੁਸੀਂ ਆਪਣਾ ਵੱਡਾ ਮੰਨੋਗੇ, ਕਿਸ ਨੂੰ ਆਪਣਾ ਗੁਰੂ ਬਣਾਵਾਂਗੇ ਜੇ ਤੁਸੀਂ ਗੋਰਖ ਨੂੰ ਨਾ ਬਣਾਇਆ? ਨੀਕੋ ਉਪਦੇਸ਼ ਮਤ ਧਾਰੋ ਜੋਗ ਬੇਸ। ਹਾਂ ਕਹਿੰਦੇ ਫਿਰ ਨੀਕੋ ਉਪਦੇਸ਼, ਚੰਗਾ ਉਪਦੇਸ਼ ਕਿਹਦੇ ਤੋਂ ਲਓਗੇ ਜਿਹਦੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ, ਤੇ ਕਿਹਦਾ ਯੋਗ ਤੁਸੀਂ ਧਾਰੋਗੇ, ਕਿਹਦਾ ਭੇਸ, ਕਿਹਦੇ ਫੇਤ ਵਿੱਚ ਤੁਸੀਂ ਆਉਂਗੇ। ਚਲੋ ਗੋਰਖ ਕੇ ਢਿੱਗ ਤੇ ਅਮਰ ਪਦ ਪਾਵਈ। ਚਲੋ ਹੁਣ ਗੋਰਖਨਾਥ ਕੋਲ ਚੱਲ ਮੇਰੇ ਨਾਲ, ਤੈਨੂੰ ਮੁਕਤੀ ਕਰਾਉਂਦੇ, ਤੈਨੂੰ ਅਮਰ ਕਰਾਉਂਦੇ ਹਾਂ, ਤੈਨੂੰ ਮਰਨ ਤੋਂ ਬਗੈਰ ਦੀ ਅਵਸਥਾ ਵਿੱਚ ਲੈ ਕੇ ਜਾਂਦੇ ਹਾਂ। ਪ੍ਰਗਟੋਗੇ ਜਗ ਜਰਾ ਜਾਏਗੋ ਅਲੱਗ। ਦੇਖੋ ਪ੍ਰਗਟਿਓ ਜਗ, ਤੁਹਾਨੂੰ ਤੁਸੀਂ ਪ੍ਰਗਟ ਹੋ ਜਾਓਗੇ, ਫੇਮਸ ਹੋ ਜਾਓਗੇ ਜਗ ਦੇ ਵਿੱਚ। ਜਰਾ ਥੋੜਾ ਬੁੱਢੀਪਾ ਚਲਿਆ ਜਾਏਗਾ, ਤੁਸੀਂ ਬੁੱਢੇ ਨਹੀਂ ਹੋਵੋਗੇ। ਦੇਖੋ ਬੈਠੇ ਜੰਗਲਾਂ ਵਿੱਚ ਫਿਕਰ ਕਰਦੇ ਆ ਬੁੱਢੀਪੇ ਦਾ, ਵੀ ਤੁਹਾਨੂੰ ਇੱਥੇ ਕਿਹਨੇ ਦੇਖਣਾ ਹੈ, ਇਹਨੇ ਕਿਹਨੇ ਤੁਹਾਡੇ ਫੋਟੋ ਲਾਉਣੇ ਆ ਕੇ ਸੈਲਫੀਆਂ ਲੈਣੀਆਂ ਤੁਹਾਡੇ ਨਾਲ। ਜੈਸੇ ਸੂਰ ਦੇਖ ਸੰਗਰ ਮੈਂ ਕਾਇਰ ਭਲਾਵਈ। ਹਾਂ ਜੈਸੇ ਸੂਰ ਦੇਖ, ਕਹਿੰਦੇ ਜਿਵੇਂ ਸੂਰਮਾ ਜਿਹੜਾ ਹੈ ਦੇਖ ਸੰਗਰ, ਸੰਗਰਾਮ ਦੇ ਵਿੱਚ, ਕਹਿੰਦਾ ਜਿਵੇਂ ਕੋਈ ਸੂਰਮਾ ਆਉਂਦਾ ਹੈ ਜਿਹੜਾ ਉਹਦੇ ਵਿੱਚ ਆਪਣੇ ਜੰਗ ਵਿੱਚ, ਫਿਰ ਉਹਨੂੰ ਦੇਖ ਕੇ ਕੋਈ ਕਾਇਰ ਦੇਖ ਕੇ ਪਿੱਛੇ ਨੂੰ ਭੱਜ ਜਾਂਦਾ ਹੈ। ਕਹਿੰਦਾ ਤੁਸੀਂ ਤਾਂ ਉਹੋ ਜਿਹੀਆਂ ਗੱਲਾਂ ਕਰਦੇ ਹੋ ਵੀ ਹੁਣ ਜਿਹੜਾ ਉਹਦੇ ਵਾਸਤੇ ਜਿਹੜਾ ਹੈ ਗੋਰਖਨਾਥ ਇੱਕ ਵੱਡਾ ਸੂਰਮਾ ਹੈ, ਕਹਿੰਦਾ ਪਿੱਛੇ ਨੂੰ ਤੁਸੀਂ ਕਿਉਂ ਭੱਜਦੇ ਹੋ? ਕਬਿਤ ਨਾਮ ਬਿਨਾ ਜੋਗ ਪੂਰੋ ਕਬ ਹੂ ਨਾ ਹੋਤ। ਕਹਿਣਗੇ ਨਾਮ ਬਿਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਤਰ ਦਿੱਤਾ ਸ਼ੰਭੂਨਾਥ ਨੂੰ, ਕਹਿੰਦੇ ਨਾਮ ਤੋਂ ਬਗੈਰ, ਪਰਮੇਸ਼ਰ ਦੇ ਨਾਮ ਤੋਂ ਬਗੈਰ ਯੋਗ ਜਿਹੜਾ ਕਿਵੇਂ ਪੂਰਾ ਹੋ ਸਕਦਾ ਹੈ? ਕਿਤੇ ਨਹੀਂ ਹੋ ਸਕਦਾ। ਜਾਂ ਤੇ ਨਾਮ ਲਿਵ ਲਾਈ ਜਾਂ ਤੇ ਵੱਡੋ ਨਾ ਹੈ ਆਨ ਕੋ। ਕਹਿਣਗੇ ਇਸ ਕਰਕੇ ਨਾਮ ਦੇ ਵਿੱਚ ਹੀ ਲਿਵ ਜੋੜਨੀ ਚਾਹੀਦੀ ਹੈ, ਕਿਉਂਕਿ ਨਾਮ ਤੋਂ ਬਗੈਰ ਕੋਈ ਵੱਡਾ ਨਹੀਂ ਹੋ ਸਕਦਾ। ਪਤਿਤ ਉਧਾਰੇ ਜਨ ਹੇਤ ਦੈਤ ਮਾਰੇ ਜਿਨ। ਪਤਤ ਉਧਾਰੇ, ਜਿਹਨਾਂ ਨੇ ਪਤਤਾਂ ਨੂੰ, ਪਾਪੀਆਂ ਨੂੰ, ਜਿਹੜੇ ਵੱਡੇ ਤੋਂ ਵੱਡੇ ਪਾਪੀ ਜਿਨ੍ਹਾਂ ਦਾ ਕੋਈ ਇਲਾਜ ਨਹੀਂ, ਉਹਨਾਂ ਨੂੰ ਵੀ ਉਧਾਰਨ ਵਾਲਾ ਉਹ ਨਾਮ ਹੈ। ਜਨ ਹੇਤ ਦੇਤ ਮਾਰੇ ਜਿਨ, ਜਿਨ੍ਹਾਂ ਨੇ ਜਿਹੜਾ ਹੈ ਜਨ ਹੇਤ ਇਹ ਦਿੱਤਾ ਹੈ ਨਾਮ, ਜਿਹੜਾ ਪਰਮਾਤਮਾ ਨੇ ਆਪਣਾ ਰੂਪ ਜਾਣ ਕੇ ਆਪਣੀ ਐਗਜ਼ਿਸਟੈਂਸ ਦਿੱਤੀ ਹੈ ਸੰਸਾਰ ਨੂੰ, ਆਪਣੀ ਪਹਿਚਾਣ ਵਾਸਤੇ ਪਰਮਾਤਮਾ ਨੇ ਐਸਾ ਦੇ ਕੇ ਪਤਤ ਉਧਾਰੇ ਨੇ। ਜਨਹੇਤ, ਜਨਾ ਜੀਆਂ ਦੇ ਉਧਾਰ ਵਾਸਤੇ ਦਿੱਤਾ ਹੈ। ਦੈਂਤ ਮਾਰੇ ਜਿਨ, ਕਹਿਣਗੇ ਉਹੀ ਪਰਮੇਸ਼ਰ ਜਿਹਨੇ ਵੱਡੇ ਵੱਡੇ ਦੈਂਤ ਵੀ ਮਾਰੇ ਨੇ, ਉਹ ਤੁਹਾਡੇ ਵਿਕਾਰ ਨਹੀਂ ਮਾਰੇਗਾ ਨਾਮ ਜਪਣ ਕਰਕੇ। ਨਾਮ ਔਰ ਧਾਰੇ ਮੋਹ ਨਾਸ ਦੇਤ ਗਿਆਨ ਕੋ। ਨਾਮ ਔਰ ਧਾਰੇ, ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜਿਹੜਾ ਹੈ ਮੋਹ ਦਾ ਨਾਸ਼ ਕਰਦੇ ਨੇ, ਅਟੈਚਮੈਂਟਸ ਤੋੜਦੇ ਨੇ, ਤੇ ਫਿਰ ਗਿਆਨ ਦੀ ਬਖਸ਼ਿਸ਼ ਕਰਦੇ ਹਨ। ਜਨਮੇ ਨਾ ਮਰੈ ਕਾਲ ਸੀਸ ਹੂੰ ਤੇ ਟਰੈ। ਦੇਖੋ ਜਨਮ ਤੇ ਮਰਨ ਦੇ ਗੇੜ ਵਿੱਚੋਂ ਫਿਰ ਇਹ ਨਾਮ ਕੱਢ ਦਿੰਦਾ ਹੈ, ਕਿਉਂਕਿ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਕੱਲ ਸੀਸ ਹੂੰ ਤੇ ਟਰੇ, ਜਿਹੜਾ ਕਾਲ ਹਮੇਸ਼ਾ ਜਿਹੜਾ ਤੁਸੀਂ ਕਹਿੰਦੇ ਹੋ ਆਪਣੇ ਸੀਸ ਤੇ ਉਹ ਵੀ ਟਲ ਜਾਂਦਾ ਹੈ। ਦੇਤ ਸਹਿਜ ਸਰੂਪ ਜਾ ਕੇ ਨਹੀਂ ਹੈ ਸਮਾਨ ਕੋ। ਦੇਖੋ ਦੇਤ ਸਹਿਜ ਸਰੂਪ ਪਰਮਾਤਮਾ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ। ਆਪਣੇ ਸਰੂਪ ਵਿੱਚ ਮਿਲਾਉਣ ਕਰਕੇ ਕੀ ਹੁੰਦਾ ਹੈ ਕਿ ਉਹਦੇ ਬਰਾਬਰ ਕੀ ਅਵਸਥਾ ਦੀ ਪ੍ਰਾਪਤੀ ਹੋਵੇਗੀ। ਜੇ ਪਰਮਾਤਮਾ ਦੇ ਰੂਪ ਵਿੱਚ ਇੱਕ ਹੋ ਜਾਵਾਂਗੇ, ਜੋਤੀ ਸੰਗ ਜੋਤ ਜਿਹੜੀ ਹੈ ਮਿਲ ਜਾਵੇ। ਨਾਮ ਬਿਨਾ ਸਾਧਨ ਜੇ ਤੇਯੂ ਪਦ ਬੰਧਨ ਹੈ। ਕਿਉਂਕਿ ਨਾਮ ਬਿਨਾ, ਨਾਮ ਤੋਂ ਬਿਨਾ ਜਿਹੜੇ ਸਾਧਨ ਹਨ ਉਹ ਸਾਰੇ ਹੀ ਪੈਰਾਂ ਦੇ ਵਿੱਚ ਜਿਵੇਂ ਬੇੜੀਆਂ ਪਈਆਂ ਹੁੰਦੀਆਂ ਨਾ, ਜਿਵੇਂ ਪੈਰਾਂ ਨੂੰ ਬੰਨਣਾ ਹੁੰਦਾ, ਜਿੰਨੇ ਵੀ ਸਾਧਨ ਬੰਦਾ ਕਰਦਾ ਆਪਣੇ ਆਪ ਨੂੰ ਬੰਨ ਰਿਹਾ ਹੈ, ਕਿਉਂਕਿ ਛੁੱਟਣਾ ਤਾਂ ਨਾਮ ਕਰਕੇ ਛੁੱਟਣਾ ਹੈ। ਜਿੰਨੇ ਕਰਮ ਕਰੋਗੇ ਹੰਕਾਰ ਕਰਕੇ ਆਪਣੇ ਆਪ ਨੂੰ ਹੀ ਆਪਾਂ ਫਸਾ ਰਹੇ ਹਾਂ। ਨਾਮ ਹੀ ਮੁਕੰਦ ਔਰ ਆਨ ਨਹਿ ਜਾਣ ਕੋ। ਨਾਮ ਹੀ ਮੁਕਤੀ ਦਾ ਦਾਤਾ ਹੈ, ਨਾਮ ਹੀ ਮੁਕਤੀ ਦੇਣ ਵਾਲਾ ਹੈ। ਔਰ ਆਨ ਨਹਿ ਜਾਣ ਕੋ, ਹੋਰ ਕੋਈ ਚੀਜ਼ ਨੂੰ ਉੱਡੀ ਵੱਡੀ ਨਾ ਜਾਣੋ, ਨਾਮ ਜਿੱਡੀ, ਨਾਮ ਹੀ ਸਭ ਤੋਂ ਉੱਤਮ ਹੈ। ਕਬਿਤ ਸਮਝੈ ਨਾ ਸਮਝਾਇਓ ਕੌਣ ਤੈਸੋ ਬਾਦ ਕਰੈ। ਉਹ ਸ਼ੰਭੂਨਾਥ ਹੁਣ ਅੱਕ ਗਿਆ, ਅੱਕ ਕੇ ਕਹਿਣ ਲੱਗਾ, ਉਹਦੇ ਸਮਝ ਤਾਂ ਨਹੀਂ ਪਈ ਮਹਾਰਾਜ ਦਾ ਗਿਆਨ। ਕਹਿੰਦਾ ਮੈਂ ਸਮਝਾਈ ਜਾਂਦਾ, ਤੁਸੀਂ ਸਮਝਦੇ ਨਹੀਂ। ਹਾਂਜੀ, ਤੇ ਕਹਿੰਦਾ ਤੇਰੇ ਨਾਲ ਕੌਣ ਹੁਣ ਜਾ ਕੇ ਇੱਥੇ ਡਿਬੇਟ ਕਰੀ ਜਾਵੇ, ਤੇਰੇ ਨਾਲ ਕੌਣ ਆਰਗੂਮੈਂਟ ਕਰਿਆ ਜੇ ਬਾਤ, ਤੇਰੇ ਨਾਲ ਕੌਣ ਕਰੀ ਜਾਵੇ ਹੁਣ। ਐਸੇ ਕਹੇ ਸ਼ੰਭੂਨਾਥ ਮੇਰ ਪੈ ਸਿਧਾਇਓ ਹੈ। ਭੱਜ ਗਿਆ ਜੀ ਸ਼ੰਭੂਨਾਥ ਇਹ ਕਹਿ ਕੇ, ਕਹਿੰਦਾ ਹੁਣ ਤੇਰੇ ਨਾਲ ਕਿਹੜਾ ਆਰਗੂਮੈਂਟ ਕਰੀ ਜਾਵੇ ਵਿਚਾਰਾ। ਹਾਂਜੀ ਕਹਿ ਕੇ ਭੱਜ ਗਿਆ ਜੀ ਸ਼ੰਭੂਨਾਥ, ਆਪਣਾ ਠੂਠਾ ਵੀ ਲੈ ਗਿਆ, ਆਪਣੀ ਬਰਾਗਨ ਵੀ ਲੈ ਗਿਆ। ਗੋਰਖ ਨੇ ਬੂਝਿਓ ਕੈਸੇ ਬੈਨ ਤਿੰਨ ਕਹੇ ਸੁਨੇ। ਗੋਰਖਨਾਥ ਤੇ ਤਮਾਸ਼ਾ ਦੇਖਦਾ ਬੈਠਾ ਉੱਤੇ ਪੁੱਛਦਾ ਹੈ। ਗੋਰਖਨਾਥ ਨੇ ਸ਼ੰਭੂਨਾਥ ਨੂੰ ਆਉਂਦਿਆਂ ਦੇਖਿਆ, ਕਹਿੰਦੇ ਭਾਈ ਦੱਸ ਕੀ ਡਾਇਲੌਗ ਹੋਇਆ, ਕੀ ਗੱਲਬਾਤ ਹੋਈ ਤੁਹਾਡੀ। ਮਾਨੇ ਉਪਦੇਸ਼ ਕਿਦੋਂ ਮਨ ਮੈਂ ਨਾ ਲਗਾਇਓ ਹੈ। ਕਹਿਣ ਲੱਗੇ ਮਾਨੇ ਉਪਦੇਸ਼। ਗੋਰਖਨਾਥ ਕਿਹਾ ਮੰਨ ਲਿਆ ਉਪਦੇਸ਼ ਤੇਰਾ ਦਿੱਤਾ ਹੋਇਆ, ਕਿਦੋਂ ਮਨ ਮੈਂ ਨਾ ਲਿਆ ਜਾਂ ਨਹੀਂ ਮੰਨਿਆ ਉਹਨਾਂ ਨੇ, ਦੱਸ ਕੀ ਹੋਇਆ। ਨਾਥ ਸੁਨੋ ਔਰੀ ਬੌਰੀ ਬਾतें ਹੈ ਬਖਤ ਸੋ। ਕਹਿਣ ਲੱਗੇ ਨਾਥ ਜੀ
ਉਹ ਤਾਂ ਔਰੀ ਬੋਰੀ ਗੱਲਾਂ ਕਰਦਾ ਹੈ। ਹਾਂਜੀ, ਟੇਡੀਆਂ ਮੇਡੀਆਂ ਜਾਂ ਗੱਲਾਂ ਕਰੀ ਜਾਂਦਾ, ਪਤਾ ਨਹੀਂ ਕੀ ਬੋਲੀ ਜਾਂਦਾ, ਕਿਉਂਕਿ ਉਹ ਵਿਚਾਰੇ ਸ਼ੰਭੂਨਾਥ ਕੋ ਗਿਆਨ ਹੀ ਨਹੀਂ, ਕੋਈ ਨਹੀਂ ਸੀ ਵਿਚਾਰੇ ਨੂੰ। ਉਹ ਤਾਂ ਇੱਕ ਰਿਕਾਰਡਰ ਸੀਗਾ ਜੋ ਰਿਕਾਰਡ ਕਰਕੇ ਲੈ ਗਿਆ, 2-4 ਗੱਲਾਂ ਉਹੀ ਜਾ ਕੇ ਸੁਣਾਤੀਆਂ ਗੁਰੂ ਨਾਨਕ ਸਾਹਿਬ ਨੂੰ, ਤੇ ਇਹਦੇ ਕੋਲ ਗਿਆਨ ਕੋਈ ਨਹੀਂ ਸੀਗਾ। ਤੇ ਉਹ ਕਹਿੰਦਾ ਮਹਾਰਾਜ ਉਹ ਤਾਂ ਔਰੀਆਂ ਬੋਰੀਆਂ ਜਾਂ ਗੱਲਾਂ ਕਰੀ ਜਾਂਦਾ ਹੈ ਵਾਧੂ ਦੀਆਂ। ਕਾਕੋ ਉਪਦੇਸ਼ ਨਹੀਂ ਮਾਨਤ ਮਨਾਇਓ ਹੈ। ਮਹਾਰਾਜ ਮੈਂ ਤਾਂ ਮਨਾ ਲਿਆ, ਉਪਦੇਸ਼ ਲੈਣ ਨੂੰ ਤਿਆਰ ਨਹੀਂ ਕੋਈ ਹੈਗਾ, ਉਹ ਮੰਨਦਾ ਨਹੀਂ ਜੀ ਉਪਦੇਸ਼ ਲੈਣ ਨੂੰ। ਗੋਰਖ ਹਸਤ ਤਬ ਮੰਗਲ ਕੀ ਦਿਸ ਦੇਖ। ਗੋਰਖਨਾਥ ਹੱਸ ਪਿਆ ਜੀ ਦੇਖ ਕੇ, ਸ਼ੰਭੂਨਾਥ ਦੀ ਗੱਲ ਸੁਣ ਕੇ ਨਾ ਗੋਰਖਨਾਥ ਹੱਸਦਾ ਹੋਇਆ ਜਿਹੜਾ ਹੈ, ਇਹਨੇ ਜਾ ਕੇ ਜਿਹੜਾ ਹੈ ਦੇਖਿਆ ਆਪਣਾ ਜਿਹੜਾ ਹੈ ਮੰਗਲਨਾਥ ਦੇ ਵੱਲ ਦੇਖ ਕੇ ਹੱਸਣ ਲੱਗਿਆ ਗੋਰਖ, ਵੀ ਆ ਗਿਆ ਜੀ ਇੱਕ ਹੋਰ ਹਾਰ ਕੇ। ਹਾਂਜੀ, ਇਹਨੂੰ ਵੀ ਕਰਤਾ ਗੁਰੂ ਨਾਨਕ ਨੇ ਠੀਕ। ਸਭੇ ਕੋ ਸੁਨਾਏ ਮੁਖ ਬਚਨ ਅਲਾਓ ਹੈ। ਉਸ ਵੇਲੇ ਸਾਰਿਆਂ ਨੂੰ ਸੁਣਾਏ, ਗੋਰਖਨਾਥ ਨੇ ਸਾਰੇ ਸਿੱਧ ਬੈਠਿਆਂ ਨੂੰ ਕਿਹਾ, ਸਵਈਆ ਮੰਗਲਨਾਥ ਸੁਨੋ ਇਸ ਬੈਨ ਕੋ। ਕਹਿਣ ਲੱਗਾ ਗੋਰਖਨਾਥ ਕਹਿੰਦਾ ਮੰਗਲਨਾਥ ਸੁਣਿਆ ਕੀ ਕਹਿੰਦਾ ਹੈ? ਕੂਰ ਕਹੈ ਕਿਦੋਂ ਸਾਚ ਅਲਾਈ। ਕਹਿਣਗੇ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ? ਮੰਗਲਨਾਥ ਤੂੰ ਦੱਸ ਦੇ। ਭਖਤ ਹੋ ਤੁਮ ਔਰ ਵਿਧੀ। ਕਿਉਂਕਿ ਮੰਗਲਨਾਥ ਤੂੰ ਤਾਂ ਹੋਰ ਰਿਪੋਰਟ ਦਿੱਤੀ ਸੀ, ਇਹ ਹੋਰ ਕੁਝ ਕਹਿ ਰਿਹਾ ਹੈ। ਹਮਕੋ ਬਿਦ ਜਾਣ ਹੈ ਦੇਹੋ ਬਤਾਈ। ਕਹਿਣਗੇ ਹਮਕੋ ਬਿਦ ਜਾਣਾ ਹੈ, ਤੂੰ ਕਿਹੜੇ ਤਰੀਕੇ ਨਾਲ ਗੁਰੂ ਨਾਨਕ ਨੂੰ ਸਮਝਿਆ ਇਹ ਸਾਨੂੰ ਹੁਣ ਦੱਸ ਦੇ। ਮੰਗਲ ਭਖਤ ਆਪਣੇ ਪੰਥ ਕੀ ਹੀਨਤਾ। ਕਿ ਮੰਗਲ ਭਾਖਤ, ਮੰਗਲ ਕਹਿੰਦਾ, ਮੰਗਲਨਾਥ ਕਹਿੰਦਾ ਸਾਰੀ ਜੋਗੀਆਂ ਨੂੰ, ਦੇਖੋ ਭਾਈ ਤੁਸੀਂ ਆਪਣੇ ਹੀ ਪੰਥ ਯੋਗ ਦੀ ਬੇਇੱਜ਼ਤੀ ਕਰਾ ਰਹੇ ਆ ਬਾਰ-ਬਾਰ ਜਾ ਕੇ। ਹਾਂਜੀ, ਬੇਇੱਜ਼ਤੀ ਤਾਂ ਯੋਗ ਮਤ ਦੀ ਹੋ ਰਹੀ ਆ ਹੁਣ ਬਹੁਤ ਟੈਰੀਬਲੀ। ਕੈਸੇ ਕਹੀ ਨਹਿ ਜਾਈ। ਕਹਿਣ ਲੱਗੇ ਮੇਰੇ ਤੋਂ ਮੈਂ ਕੀ ਕਵਾਂ ਹੈ, ਤੁਸੀਂ ਤਾਂ ਯੋਗ ਮਤ ਦੀਆਂ ਧੱਜੀਆਂ ਉਡਾ ਦਿੱਤੀਆਂ। ਹਾਂਜੀ, ਕੋਈ ਛੱਡਿਆ ਹੀ ਨਹੀਂ, ਕੋਈ ਇੱਜ਼ਤ ਰਹਿਣੀ ਨਹੀਂ ਦਿੱਤੀ। ਸੱਚ ਕੋ ਕੂਰ ਕਹੈ ਜਗ ਜੇ ਨਰ। ਦੇਖੋ ਕਹਿੰਦੇ ਜਿਹੜਾ ਬੰਦਾ ਸੱਚ ਕੋ ਕੂਰ ਕਹੇ, ਸੱਚ ਨੂੰ ਝੂਠਾ ਕਹੇ, ਬੰਦਾ ਸੱਚ ਨੂੰ ਹੀ ਝੂਠਾ ਪਾਉਣ ਵਿੱਚ ਉਹ ਸਾਰੀ ਆਪਣੀ ਐਫਰਟ ਲਾਵੇ ਵੀ ਮੈਂ ਸੱਚ ਨੂੰ ਝੂਠ ਕਰਕੇ ਦਿਖਾਉਣਾ ਹੈ, ਤਾਂ ਕਹਿੰਦਾ ਜਗ ਜੇ ਨਰ ਪੁੰਜ ਲੱਗੈ ਅਗ ਪੁੰਨ ਪਲਾਈ। ਹਾਂ, ਕਹਿਣ ਲੱਗੇ ਉਹ ਜਗਤ ਦੇ ਜੀਵਾਂ ਨੂੰ ਸਭ ਤੋਂ ਵੱਡਾ ਪਾਪ ਲੱਗਦਾ ਹੈ। ਸਭ ਤੋਂ ਵੱਡਾ ਪਾਪ ਕੀ ਆ? ਸੱਚ ਨੂੰ ਝੂਠ ਬਣਾਉਣਾ, ਸੱਚ ਨੂੰ ਝੂਠ ਕਰਕੇ ਪ੍ਰੂਫ ਕਰਨਾ। ਕਹਿੰਦੇ ਇਹ ਜਿਹੜਾ ਹੈ ਸਭ ਤੋਂ ਵੱਡਾ ਪਾਪ ਹੈ। ਕਹਿੰਦੇ ਇਹਦੇ ਕਰਕੇ ਕੀ ਹੁੰਦਾ ਹੈ, ਬੰਦੇ ਦੇ ਪੁੰਨ ਕੀਤੇ ਹੋਏ ਚੰਗੇ ਕਰਮ ਕੀਤੇ ਉਹ ਵੀ ਨਾਸ਼ ਹੋ ਜਾਂਦੇ ਨੇ, ਉਹਨਾਂ ਦਾ ਫਲ ਨਹੀਂ ਫੇ ਮਿਲਦਾ। ਜਿਵੇਂ ਬੀਜ ਭਾਵੇਂ ਤੁਸੀਂ ਬੀਜਦੇ ਹੋ, ਚੰਗਾ ਬੀਜ ਹੋਵੇ, ਜੇ ਉੱਗੇ ਨਾ ਤਾਂ ਕੀ ਕਰੋਗੇ? ਪੁੰਨ ਕਰਮ ਆਪਾਂ ਕਰਦੇ ਆਪਾਂ ਬੀਜਦੇ ਹਾਂ, ਪਰ ਪਰਮਾਤਮਾ ਦੀ ਕਿਰਪਾ ਨਾਲ ਉਸ ਬੀਜ ਤੋਂ ਫੇਰ ਇੱਕ ਜਿਹੜਾ ਹੈ ਉਹ ਫਲਦਾ ਹੈ। ਜੇ ਨਾ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਉਹ ਫਲਦਾ ਨਹੀਂ। ਜਿਵੇਂ ਬੀਜ ਨੂੰ ਚੰਗਾ ਮੌਸਮ ਵੀ ਚਾਹੀਦਾ ਹੈ, ਉਹਨੂੰ ਪਾਣੀ ਵੀ ਚਾਹੀਦਾ ਹੈ। ਚੰਗਾ ਕਰਮ ਆਪਾਂ ਇੱਕ ਬੀਜ ਸੇ ਬੋਨੇ ਹੀ ਹਾਂ, ਉਹਨੂੰ ਪਾਲਣ ਵਾਲਾ ਪਰਮੇਸ਼ਰ ਹੈ। ਕਹਿਣਗੇ ਜੇ ਐਸਾ ਕੋਈ ਜਿਹੜਾ ਹੈ ਸੱਚ ਨੂੰ ਝੂਠ ਬਣਾਉਂਦਾ ਹੋਵੇ ਨਾ, ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਲੋਕ ਲੱਗੇ ਹੋਏ ਹਨ, ਹਾਂਜੀ ਬੜੀ ਕੋਸ਼ਿਸ਼ ਕਰ ਰਹੇ ਵੀ ਸੱਚ ਨੂੰ ਅਸੀਂ ਝੂਠ ਬਣਾ ਕੇ ਲੋਕਾਂ ਨੂੰ ਦੱਸ ਦਈਏ, ਪਰ ਕਹਿੰਦੇ ਕੀ ਹੋਵੇਗਾ ਨਾ, ਉਹਨਾਂ ਦਾ ਬੀਜ ਨਾਸ਼ ਹੁੰਦਾ ਹੈ, ਉਹਨਾਂ ਦੇ ਪੁੰਨ ਨਾਸ਼ ਹੋ ਜਾਂਦੇ ਨੇ। ਜਿਨ੍ਹਾਂ ਦੀ ਐਫਰਟ ਲੱਗੀ ਹੋਈ ਹੈ ਗੁਰਬਾਣੀ ਨੂੰ ਕਹਿਣ ਵਾਸਤੇ, ਗੁਰਬਾਣੀ ਦੀ ਨਿੰਦਿਆ ਕਰਨ ਵਾਸਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦਸਮ ਗ੍ਰੰਥ ਦੀ ਉਹਨੂੰ ਪੁੱਠਾ ਸਿੱਧਾ ਬੋਲਣ ਵਿੱਚ ਐਫਰਟ ਸਾਰੀ ਲਾਈ ਹੋਈ ਹੈ। ਇਹ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਸੱਚ ਨੂੰ ਝੂਠ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਕੀ ਹੋਵੇਗਾ, ਸੱਚ ਨੇ ਸੱਚ ਹੀ ਰਹਿਣਾ ਹੈ, ਝੂਠ ਝੂਠੇ ਰਹੇਗਾ। ਪਰ ਉਹਦੇ ਵਿੱਚ ਘਾਟਾ ਕਿਹਨੂੰ ਹੁੰਦਾ? ਜਿਹੜਾ ਬੰਦਾ ਕਰ ਰਿਹਾ ਹੈ ਉਹਦੇ ਪੁੰਨ ਨਾਸ਼ ਹੋ ਜਾਂਦੇ ਆ, ਬੁਰਾ ਉਸਦਾ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦਾ ਬੁਰਾ ਨਹੀਂ ਕੋਈ ਕਰ ਸਕਦਾ। ਗੁਰੂ ਅਰਜਨ ਦੇਵ ਜੀ ਦਾ ਬੁਰਾ ਕਿਹਨੇ ਕਰ ਦੇਣਾ? ਜਿਨ੍ਹਾਂ ਨੇ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ, ਭਗਤਾਂ ਦੀ ਬਾਣੀ ਵੀ ਲਿਖੀ, ਭੱਟਾਂ ਦੇ ਸਵਈਏ ਲਿਖੇ, ਰਾਗਮਾਲਾ ਲਿਖੀ, ਜਿਹੜੇ ਕੋਈ ਨਹੀਂ ਮੰਨਦੇ ਉਹ ਕੀ ਕਰ ਰਹੇ ਨੇ? ਆਪਣੇ ਪੁੰਨ ਨਾਸ਼ ਕਰ ਰਹੇ ਆ ਨਾ। ਗੁਰੂ ਅਰਜਨ ਦੇਵ ਜੀ ਦਾ ਨਹੀਂ ਕੁਝ ਵਿਗਾੜ ਸਕਦੇ ਉਹ ਪਰਮਾਤਮਾ ਦਾ ਕੀ ਵਿਗਾੜ ਲੈਣਗੇ? ਉਹ ਆਪਣਾ ਵਿਗਾੜ ਰਹੇ ਨੇ, ਤੇ ਉਹਨਾਂ ਤੇ ਪਰਮਾਤਮਾ ਦੀ ਕਰੋਪੀ ਹੁੰਦੀ ਹੈ। ਇਸ ਕਰਕੇ ਮਹਾਰਾਜ ਇਹ ਪਾਪ ਉਹਨਾਂ ਤੋਂ ਕਰਾਉਂਦੇ ਹਨ। ਦੋਹਰਾ ਸਭ ਆਗਮ ਸਭ ਮਤ ਜਿਤੇ, ਭਾਖਤ ਸਭ ਹੈ ਪੁਰਾਨ। ਸੋ ਸਭ ਆਗਮ ਕਹਿੰਦੇ ਸਾਰੇ ਸ਼ਾਸਤਰ ਜਿਹੜੇ ਹਨ ਜਿੰਨੇ ਦੁਨੀਆ ਦੇ, ਸਾਰੀ ਮਤ ਫੇਥ ਜਿੰਨੇ ਰਿਲੀਜੀਅਸ ਬਿਲੀਫਸ ਹਨ ਦੁਨੀਆ ਦੀਆਂ, ਸਭ ਸਾਚ ਸਮਾਨ ਨਾ ਪੁੰਨ ਕੋ, ਪਾਪ ਨਾ ਝੂਠ ਸਮਾਨ। ਦੇਖੋ ਇੱਕ ਧਰਮ ਆ ਸਾਰਿਆਂ ਦਾ, ਭਾਵੇਂ ਡਿਫਰੈਂਟ ਧਰਮ ਹੋਵੇ, ਡਿਫਰੈਂਟ ਜਿਹੜਾ ਹਨ ਬਿਲੀਫ ਹੋਵੇ, ਪਰ ਇੱਕ ਗੱਲ ਜਿਹੜੀ ਹੈ ਕਾਮਨ ਹੈ। ਉਹ ਕੀ ਹੈ? ਸਾਚ ਸਮਾਨ ਨਾ ਪੁੰਨ ਕੋਈ। ਸੱਚ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ, ਤੇ ਪਾਪ ਤੋਂ ਵੱਡਾ ਕੋਈ ਜਿਹੜਾ ਝੂਠ ਤੋਂ ਵੱਡਾ ਕੋਈ ਪਾਪ ਨਹੀਂ ਹੁੰਦਾ। ਦੇਖੋ ਸੱਚ ਸਮਾਨ ਨਾ ਪੁੰਨ ਕੋ, ਸੱਚ ਤੋਂ ਵੱਡਾ ਜਿਹੜਾ ਹੈ, ਸੱਚ ਜਿਹੜਾ ਹੈ ਉਹ ਤੋਂ ਵੱਡਾ ਕੋਈ ਪੁੰਨ ਨਹੀਂ, ਝੂਠ ਤੋਂ ਵੱਡਾ ਕੋਈ ਪਾਪ ਨਹੀਂ। ਐਸਾ ਹੈ ਕਬਿਤ ਕਹੋ ਨਹਿ ਕੈਸਾ, ਉਹ ਹੈ ਸੋ ਜੈਸਾ ਤੈਸਾ। ਕਹਿਣਗੇ ਦੇਖੋ ਕਹੋ ਨਹਿ ਕੈਸਾ, ਮੈਂ ਉਹਨੂੰ ਕੀ ਕਵਾਂ? ਮੰਗਲਨਾਥ ਕਹਿੰਦਾ ਮੈਂ ਉਹ ਗੁਰੂ ਨਾਨਕ ਬਾਰੇ ਕੀ ਦੱਸਾਂ? ਉਹ ਹੈ ਜੈਸਾ ਤੇ ਤੈਸਾ। ਜੈਸਾ ਉਹ ਸੰਸਾਰ ਰੂਪੀ, ਸੰਸਾਰ ਦਾ ਮਾਲਿਕ, ਸੰਸਾਰ ਦਾ ਕ੍ਰੀਏਟਰ ਹੈ, ਤੈਸਾ ਉਹ ਨਿਰਗੁਣ ਸਰੂਪ ਹੋ ਕੇ ਹਮੇਸ਼ਾ ਵਰਤਦਾ ਹੈ।
ਸੋ ਉਹ ਜੈਸਾ ਤੇ ਤੈਸਾ ਗੁਰੂ ਨਾਨਕ ਹੈ। जब आवे गो निकट तब देख लीजिए ताहि को। ਕਹਿੰਦੇ ਕਿ ਬਾਕੀ ਦੇ ਸਿੱਧਾਂ ਨੂੰ ਤੁਸੀਂ ਦੇਖ ਲਿਓ, ਜਦੋਂ ਗੁਰੂ ਨਾਨਕ ਇੱਥੇ ਆਏਗਾ ਆਪੇ ਹੀ ਦੇਖ ਲਿਓ। शंभुनाथ क्रोध कर गोरख सो कहे। ਸ਼ੰਭੂਨਾਥ ਹਜੇ ਵੀ ਗੁੱਸੇ ਵਿੱਚ ਹੈ ਵਿਚਾਰਾ, ਠੂਠਾ ਜਿਹਾ ਚੱਕੀ ਫਿਰਦਾ, ਆਪਣਾ ਵਿਰਾਗਨ ਜੀ ਚੱਕੀ ਫਿਰਦਾ। ਉਹ ਇਹ ਗੱਲ ਸੁਣ ਕੇ ਨਾ ਮੰਗਲਨਾਥ ਦੇ ਉਹਨੂੰ ਗੁੱਸਾ ਚੜ ਗਿਆ ਜੀ। ਉਹ ਵਿਚਾਰਾ ਬੜੇ ਗੁੱਸੇ 'ਚ ਰਹਿੰਦਾ ਸੀ, ਇਹ ਪਤਾ ਨਹੀਂ ਕੀ ਗੱਲ ਹੈ, ਇਹਦਾ ਕੋਈ ਕੈਰੈਕਟਰ ਪ੍ਰੋਬਲਮ ਹੋਣਾ। ਹਾਂਜੀ, ਸੋ ਕਹਿੰਦਾ ਉਹਨੂੰ ਗੁੱਸਾ ਚੜਿਆ, ਉਹਨੇ ਕਿਹਾ ਇਹ ਗੋਪ ਪੱਖ ਰਾਖਤ ਸੋ ਨਾਨਕ ਕੇ ਰਾਹੇ ਕੋ। ਕਹਿਣ ਲੱਗਾ ਦੇਖੋ, ਕਹਿੰਦਾ ਇਹ ਮੰਗਲਨਾਥ ਜਿਹੜਾ ਹੈ ਨਾ, ਇਹ ਆਪਣਾ ਪੱਖ ਲੁਕੋ ਕੇ ਰੱਖਦਾ, ਗੁਰੂ ਨਾਨਕ ਨੂੰ ਜ਼ਿਆਦਾ ਵਡਿਆਈ ਦਿੰਦਾ। ਕਹਿੰਦਾ ਇਹ ਆਪਣੇ ਵਿੱਚ ਟ੍ਰੇਟਰ ਹੈ। ਹਾਂਜੀ, ਇਹ ਜਿਹੜੀਆਂ ਗੱਲਾਂ ਗੁਰੂ ਨਾਨਕ ਦੀਆਂ ਹਿੱਤ ਦੀਆਂ ਕਰਦਾ, ਇਹਨੂੰ ਯੋਗ ਮਤ ਦੀਆਂ ਕਰਨੀਆਂ ਚਾਹੀਦੀਆਂ, ਤੇ ਗੁਰੂ ਨਾਨਕ ਦੀਆਂ ਕਿਉਂ ਕਰ ਰਿਹਾ ਹੈ। ਜਾਣਿਓ ਜੇ ਵਡੇਰੇ ਅਬ ਚੇਲੋ ਹੋ ਜਾਏ ਹੋਵੇਂ ਤਾਕੋ। ਕਹਿਣ ਲੱਗੇ ਜੇ ਕਿਤੇ, ਕਹਿੰਦਾ ਗੋਰਖਨਾਥ ਨੂੰ ਕਹਿੰਦਾ ਜੇ ਤੇਰੇ ਨਾਲੋਂ ਵੱਡਾ ਗੁਰੂ ਨਾਨਕ ਨੂੰ ਜਾਣਦਾ, ਚੱਕ ਉਹਦਾ ਚੇਲਾ ਬਣੇ, ਇੱਥੇ ਕੀ ਕਰਦਾ ਮੰਗਲਨਾਥ। ਹਾਂਜੀ, ਸੋ ਸ਼ੰਭੂਨਾਥ ਇਸੀਆਂ ਗੱਲਾਂ ਕਰ ਰਿਹਾ ਹੈ। ਸਿੱਧ ਬੇਖ ਤਜਾ ਇਹਾਂ ਬਰਜਤ ਨਾਹੇ ਕੋ। ਹਾਂ, ਕਹਿੰਦਾ ਇਹਨੂੰ ਕਹਿ ਹੁਣੇ ਪੇਖ ਲਾ ਕੇ ਸਭ ਕੁਝ ਜਿਹੜਾ ਕਾਂਟੇ ਕੁੰਟੇ ਪਾਇਆ ਲਾ ਕੇ ਇੱਥੇ ਰੱਖ ਜਾਵੇ, ਤੇ ਜਾ ਕੇ ਗੁਰੂ ਨਾਨਕ ਦਾ ਸਿੱਖ ਬਣ ਜਾਵੇ। ਹੋ ਤੋ ਦੇਖ ਲੀਨੋ ਜਾਏ ਭਲੀ ਬਿਦ ਬਾਦ ਕੀਨੋ। ਹਾਂ, ਕਹਿਣ ਲੱਗੇ ਹੋਂ ਤੇ ਦੇਖ ਲੀਨੋ, ਕਹਿੰਦੇ ਤੂੰ ਵੀ ਦੇਖ ਲਈ ਮੰਗਲਨਾਥ, ਆਉਣ ਦੇ ਗੁਰੂ ਨਾਨਕ ਨੂੰ, ਅਸੀਂ ਕਰਾਂਗੇ ਉਹਦੇ ਨਾਲ ਬਾਅਦ, ਉਹਦੇ ਨਾਲ ਆਰਗੂਮੈਂਟ ਕਰਾਂਗੇ। ਚੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ। ਹਾਂ, ਕਹਿਣ ਲੱਗੇ ਜਿਹਨੂੰ ਹਮ ਜੈਸੇ, ਮੈਂ ਤਾਂ ਦੇਖ ਲਿਆ ਜਿਹੋ ਜਿਹਾ ਉਹ ਹੈਗਾ ਹੈ, ਕਹਿਓ ਤੈਸੇ ਭੇਦ ਵਾਹੇ ਕੋ, ਮੈਂ ਉਸਦਾ ਭੇਦ ਮੈਂ ਉਸੇ ਤਰ੍ਹਾਂ ਹੀ ਦੱਸੂਗਾ, ਮੈਂ ਕੋਈ ਝੂਠ ਨਹੀਂ ਬੋਲ ਰਿਹਾ, ਮੈਂ ਪ੍ਰੂਫ ਕਰਾਂਗਾ ਵੀ ਗੁਰੂ ਨਾਨਕ ਕੀ ਆ। ਆਉਣ ਦੋ ਜੀ ਉਹਨਾਂ ਨੂੰ। ਮੰਗਲ ਕਹਿਤ ਸੁਨ ਸ਼ੰਭੂਨਾਥ ਤੇਰੇ ਕਹੇ ਹੋਤ ਨ ਹੈ। ਮੰਗਲਨਾਥ ਕਹਿੰਦਾ ਸ਼ੰਭੂਨਾਥ ਸੁਣ ਮੇਰੀ ਗੱਲ ਇੱਕ, ਤੇਰੇ ਕਹੇ ਤੋਂ ਕੁਝ ਨਹੀਂ ਹੋਣ ਵਾਲਾ। ਕਿਉਂ? ਕਾਠ ਪਾਨ ਉੱਲੂ ਜਬ ਜਾਨੀਏ। ਕਹਿਣ ਲੱਗੇ ਜਿਵੇਂ ਸੂਰਜ ਹੈ, ਸੂਰਜ ਤੋਂ ਮੁਨਕਰ ਉੱਲੂ ਹੁੰਦੇ ਆ, ਔਲ ਜਿਹੜੇ ਹੁੰਦੇ ਨੇ ਉਹ ਸੂਰਜ ਤੋਂ ਮੁਨਕਰ ਹੁੰਦੇ ਨੇ, ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਨੇ। ਇਹਦਾ ਮਤਲਬ ਇਹ ਤਾਂ ਨਹੀਂ ਸੂਰਜ ਹੈ ਨਹੀਂ, ਸੂਰਜ ਤਾਂ ਸੂਰਜ ਆ, ਉਹ ਮੁਨਕਰ ਹੈ, ਉਹ ਡਿਨਾਈ ਕਰ ਰਿਹਾ ਹੈ ਅੱਖਾਂ ਬੰਦ ਕਰਕੇ ਆਪਣੀਆਂ। ਜੋਗੀ ਜੋਗ ਨਾਹੀ ਹੋਏ ਭਲੋ ਤਾਕੋ ਬੁਰੇ ਭਖ ਹੈ। ਕਹਿਣ ਲੱਗੇ ਦੇਖੋ ਜੋਗੀ ਦਾ ਜੋਗ ਪੂਰਾ ਨਹੀਂ ਹੁੰਦਾ ਜੇ ਕਿਤੇ ਉਹ ਜਿਹੜੇ ਹਨ ਕਿਸੇ ਨੂੰ ਬੁਰਾ ਆਖੇ, ਕਿਸੇ ਦਾ ਦਿਲ ਦਿਖਾਉਣ, ਉਹ ਕਿਹਦੇ ਜੋਗੀ ਹੋ ਗਏ। ਜੋਗੀ ਦਾ ਮਤਲਬ ਇਹ ਤਾਂ ਨਹੀਂ ਸਾਰਿਆਂ ਦਾ ਦਿਲ ਦਿਖਾਉਂਦੇ ਫਿਰੋ, ਸਾਰਿਆਂ ਨੂੰ ਤੰਗ ਕਰਦੇ ਫਿਰੋ। ਬੂਝੇ ਦੇਖ ਸਿੱਧਨ ਕੋ ਕੈਸੇ ਕਹਿ ਬਖਾਨੀਏ। ਹਾਂ, ਬੁੱਝੇ ਦੇਖੇ ਸਿੱਧਨ ਕੋ, ਕਹਿਣ ਲੱਗੇ ਜਾ ਕੇ ਪੁੱਛ ਲਾ ਆਪਣੇ ਸਿੱਧਾਂ ਨੂੰ, ਜਿੰਨੇ ਵੀ ਸਿੱਧ ਲੋਕ ਨੇ, ਕੈਸੇ ਬਖਾਨੀਆਂ ਉਹ ਕਿਵੇਂ ਦੱਸਦੇ ਹਨ। ਯੋਗ ਤਾਂ ਨਿਮਰਤਾ ਵਿੱਚ ਆਉਣ ਦੀ ਗੱਲ ਹੈ, ਪਰਮੇਸ਼ਰ ਦੀ ਪ੍ਰਾਪਤੀ ਹੈ, ਪਰਮੇਸ਼ਰ ਨੂੰ ਸਾਰੇ ਪਾਸੇ ਦੇਖਣ ਦੀ, ਤੇ ਤੂੰ ਹੰਕਾਰ ਕਰ ਰਿਹਾ, ਇਹ ਤਾਂ ਉਲਟੀ ਗੱਲ ਹੈ। ਚੇਲੇ ਹੋਏ ਵਾਰ-ਵਾਰ ਗਹੀਏ ਰੇ ਨਾਰ ਤਾਂ ਕੀ। ਹਾਂ, ਕਹਿਣਗੇ ਚੇਰੇ ਹੋਏ ਵਾਰ-ਵਾਰ ਗਹੀਏ ਰੇ ਨਾਰਗੇ। ਕਹਿਣ ਲੱਗਾ ਮੈਂ ਇੱਕ ਵਾਰ, ਮੈਂ 100 ਵਾਰੀ ਗੁਰੂ ਨਾਨਕ ਦਾ ਚੇਲਾ ਬਣਾਂਗਾ, ਮੈਂ ਉਹਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਤੇ ਲਾਵਾਂਗਾ, ਇੱਕ ਵਾਰੀ ਨਹੀਂ 100 ਵਾਰੀ ਮੈਂ ਕਰਾਂਗਾ। ਸੰਤ ਅਗੇ ਸੰਤ ਨੀਵੇ ਚੋਰ ਚੋਰ ਮਾਨੀਏ। ਕਹਿੰਦੇ ਸੰਤ ਅੱਗੇ ਸੰਤ ਹੀ ਨਿਉਂਦਾ ਹੈ, ਸੰਤ ਦੀ ਪਹਿਚਾਣ ਇੱਕ ਸੰਤ ਹੀ ਕਰਦਾ ਹੈ, ਸੰਤ ਦੀ ਅਵਸਥਾ ਨੂੰ ਸੰਤ ਹੀ ਜਾਣਦਾ ਹੈ। ਚੋਰ ਦੇ ਅੱਗੇ ਚੋਰੇ ਝੁਕਦਾ ਹੈ, ਚੋਰ ਦੇ ਭਾਣੇ ਸਾਰੇ ਚੋਰ, ਸੰਤ ਦੇ ਭਾਣੇ ਸਾਰੇ ਸੰਤ। ਬੰਦੇ ਦੀ ਬਿਰਤੀ ਹੈ ਨਾ, ਜਿਹੜਾ ਬੰਦੇ ਦੀ ਬਿਰਤੀ ਅੰਦਰੋਂ ਸਾਫ਼ ਹੋਵੇ, ਬੰਦਾ ਜਿਹੜਾ ਅੰਦਰੋਂ ਚੰਗਾ ਹੋਵੇ, ਉਹ ਬਾਕੀ ਸਾਰੀ ਦੁਨੀਆ ਨੂੰ ਚੰਗਾ ਹੀ ਦੇਖਦਾ ਹੈ। ਜਿਹੜਾ ਆਪ ਮਾੜਾ ਹੋਵੇ ਉਹਦੇ ਵਾਸਤੇ ਸਾਰੇ ਮਾੜੇ ਨੇ। ਕਹਿੰਦੇ ਚੋਰ ਦੇ ਭਾਣੇ ਸਾਰੇ ਚੋਰ, ਸਾਧ ਦੇ ਭਾਣੇ ਸਾਰੇ ਸਾਧ। ਹੋਏ ਜੋ ਹੰਕਾਰੀ ਮਨ ਨਿਵੇ ਨਾ ਬੇਕਾਰੀ ਕਬ। ਕਹਿੰਦੇ ਹੋਏ ਹੰਕਾਰੀ, ਜਿਹੜੇ ਹੰਕਾਰੀ ਹੁੰਦੇ ਨੇ, ਕਿਸੇ ਅੱਗੇ ਨਿਵਦੇ ਨਹੀਂ, ਨਿਮਰਤਾ 'ਚ ਨਹੀਂ ਆਉਂਦੇ, ਜਿਹੜੇ ਵਿਕਾਰਾਂ ਨਾਲ ਭਰੇ ਹੁੰਦੇ ਨੇ, ਉਹੀ ਐਸੇ ਹੁੰਦੇ ਹਨ। ਐਸੀ ਬਾਤ ਕੀ ਹੈ ਜੋਗ ਪੂਰੋ ਨਾ ਪਛਾਨੀਏ। ਐਸੀ ਬਾਤ ਕੀਤੀਆਂ ਸ਼ੰਭੂ ਨਾ, ਤੇਰਾ ਯੋਗ ਪੂਰਾ ਨਹੀਂ ਹੋਣਾ, ਤੂੰ ਸਿਰਫ ਆਪਣੇ ਹੰਕਾਰ ਨੂੰ ਪੱਠੇ ਪਾ ਰਿਹਾ ਹੈ। ਕਬਿਤ ਸ਼ੰਭੂਨਾਥ ਲੱਜਤ ਹੋਏ ਸਿੱਧਨ ਸੋ ਬੂਝਤ ਤਬ। ਸ਼ੰਭੂਨਾਥ ਜਿਹੜਾ ਹੈ ਸ਼ਰਮਸਾਰ ਹੋ ਗਿਆ ਹੁਣ, ਜੋ ਸਿੱਧੀਆਂ ਗੱਲਾਂ ਜਿਹੜੀਆਂ ਹਨ, ਸਿੱਧੇ ਜਿਹੜੇ ਹਨ, ਇਹ ਜਿਹੜੀਆਂ ਗੱਲਾਂ ਮੰਗਲਨਾਥ ਨੇ ਕੀਤੀਆਂ, ਸ਼ੰਭੂਨਾਥ ਆਪਣੀਆਂ ਅੱਖਾਂ ਜਾਂ ਨੀਵਾਂ ਕਰਕੇ ਹੁਣ ਸਿੱਧਾਂ ਦੇ ਕੋਲ, ਸਿੱਧਾਂ ਵੱਲ ਦੇਖ ਕੇ ਕਹਿੰਦਾ ਭਾਈ ਹੁਣ ਤੁਸੀਂ ਦੱਸੋ ਕੀ ਕਹਿੰਦਾ। ਕੈਸੀ ਬਿਦ ਦੇਖਾ ਤੁਮ ਸਭ ਹੀ ਬਤਾਈਏ। ਕਹਿਣਗੇ ਸਿੱਧ ਲੋਕ ਦੇਖੋ ਹੁਣ ਆਪਣੀ ਸਪੋਰਟ ਲੱਭਦਾ ਹੈ, ਇਹ ਪੋਲੀਟੀਸ਼ੀਅਨ ਆ ਨਾ ਵਿੱਚ ਬੈਠਾ ਵਿਚਾਰਾ, ਹੁਣ ਸਪੋਰਟ ਲੱਭਦਾ ਹੈ। ਸਿੱਧਾਂ ਨੂੰ ਕਹਿੰਦਾ ਤੁਸੀਂ ਦੇਖੋ, ਤੁਸੀਂ ਦੱਸੋ ਜੀ ਗੱਲ ਕੀ ਹੋ ਰਹੀ ਹੈ, ਮੰਗਲਨਾਥ ਠੀਕ ਆ ਜਾਂ ਮੈਂ ਠੀਕ ਹਾਂ। ਫਿਰ ਗੋਰਖ ਕਹਿਤ ਤੁਮ ਰਾਰ ਪਾਈ ਘਰ ਮਾਹੇ। ਗੋਰਖਨਾਥ ਬੋਲ ਪਿਆ। ਗੋਰਖਨਾਥ ਸ਼ੰਭੂ ਨੂੰ ਕਹਿੰਦਾ ਤੂੰ ਇੱਥੇ ਝਗੜਾ ਕਰ ਰਿਹਾ ਹੈ, ਘਰ ਵਿੱਚ ਪੌੜਾ ਪਾ ਰਿਹਾ ਹੈ, ਘਰ 'ਚ ਲੜਾਈ ਪਵਾਤੀ ਤੂੰ ਇੱਥੇ ਆ ਕੇ, ਕੀ ਕਰ ਰਿਹਾ ਸ਼ੰਭੂਨਾਥ। ਹਾਰ ਆਏ ਤਾਂ ਤੇ ਨਹਿ ਬਾਦ ਕੋ ਅਲਾਈਏ। ਹਾਂ, ਉੱਥੇ ਹਾਰ ਕੇ ਆਇਆ ਤੇ ਇੱਥੇ ਬੋਲਦਾ ਤੂੰ, ਜੇ ਬੋਲਣਾ ਸੀ ਉੱਥੇ ਬੋਲਦਾ ਗੁਰੂ ਨਾਨਕ ਕੋਲ, ਇੱਥੇ ਆ ਕੇ ਕੀ ਝਗੜਾ ਪਾ ਰਿਹਾ, ਲੜਾਈ ਪਵਾ ਰਿਹਾ ਘਰ ਦੇ ਵਿੱਚ। ਕਹੂੰ ਕੀ ਸ਼ਰੀਕਤ ਨਾ ਕੀਜੈ ਮਨ ਮਾਨ ਧਰ। ਹਾਂ, ਕਹੂੰ ਕੀ ਸ਼ਰੀਕਤ ਨਾ ਕੀਜੈ, ਤੂੰ ਸ਼ਰੀਕ ਕਿਉਂ ਮੰਨਦਾ ਗੁਰੂ ਨਾਨਕ ਨੂੰ। ਗੁਰੂ ਨਾਨਕ ਨਾਲ ਕੰਪੀਟੀਸ਼ਨ ਲਾਇਆ ਤੂੰ ਆਪਣੇ ਥਾਂ ਤੇ ਆ, ਤੂੰ ਆਪਣੇ ਥਾਂ ਤੇ ਨੇ। ਤੇ ਕਹਿੰਦੇ ਮਾਨ, ਤੂੰ ਆਪਣਾ ਮਾਨ ਨੂੰ ਤੱਜ, ਆਪਣੇ ਮਾਨ, ਆਪਣੇ ਹੰਕਾਰ ਨੂੰ ਤੂੰ ਮੈਨੇਜ ਕਰ,
ਤੂੰ ਗੁਰੂ ਨਾਨਕ ਨਾਲ ਕੰਪੀਟੀਸ਼ਨ ਨਾ ਲਾ। ਤੋਤੇ ਲੱਗ ਹੋਏ ਜਾਏ ਤਾਹੇ ਕੋ ਹਟਾਈਏ। ਹਾਂ, ਕਹਿਣਗੇ ਜੇ ਤੇਤੋਂ ਗੁਰੂ ਨਾਨਕ ਛੋਟਾ ਹੁੰਦਾ ਤਾਂ ਤੂੰ ਮੋੜ ਦੇਣਾ ਸੀ ਗੁਰੂ ਨਾਨਕ ਨੂੰ, ਤੂੰ ਹਰਾ ਦੇਣਾ ਸੀਗਾ, ਤੂੰ ਆਪਣਾ ਉਪਦੇਸ਼ ਦੇ ਦੇਣਾ ਸੀਗਾ। ਇੰਨੀ ਗੱਲ ਤਾਂ ਮੰਨਣੀ ਪਊਗੀ ਨਾ, ਸ਼ੰਭੂਨਾਥ ਤੇ ਤੋਂ ਛੋਟਾ ਨਹੀਂ ਉਹ ਹੈਗਾ, ਇੰਨੀ ਤਾਂ ਗੱਲ ਮੰਨ ਲਾ। ਤੁਮ ਤੇ ਵਿਸਾਲ ਚੀਤ ਲੀਨੇ ਤਾਤਕਾਲ ਤੇ। ਹਾਂ, ਕਹਿਣਗੇ ਤੇਤੋਂ ਵੱਡਾ ਹੈ ਗੁਰੂ ਨਾਨਕ, ਇਸ ਕਰਕੇ ਤੈਨੂੰ ਜਿੱਤ ਲਿਆ ਉਹਨਾਂ ਨੇ। 2 ਮਿੰਟ ਨਹੀਂ ਲਾਏ ਉਹਨਾਂ ਨੇ ਜਿੱਤਣ ਨੂੰ। ਹਾਂਜੀ, 2 ਬਚਨਾਂ ਕਰਕੇ ਤੈਨੂੰ ਜਿੱਤ ਕੇ ਬਿਠਾਤਾ, ਚੁੱਪ ਕਰਾਤਾ। ਅਬ ਲੋਨਾ ਜਾਣਿਓ ਔਰ ਕੈਸੇ ਕਹਿ ਜਨਾਈਏ। ਹਾਂ, ਅਬ ਲੋਨਾ ਜਾਣਿਓ, ਕਹਿਣਗੇ ਹੁਣ ਤੱਕ ਸ਼ੰਭੂਨਾਥ ਤੈਨੂੰ ਪਤਾ ਨਹੀਂ ਲੱਗਿਆ ਵੀ ਉਹ ਤੇਤੋਂ ਵੱਡਾ ਹੈ, ਤੇਰੇ ਨਾਲੋਂ ਜ਼ਿਆਦਾ ਜਾਣਦਾ ਹੈ, ਫਿਰ ਤੂੰ ਕਿਵੇਂ ਜਾਣੇਗਾ? ਹੁਣ ਤੈਨੂੰ ਕਿਵੇਂ ਦੱਸਾਂਗੇ ਵੀ ਉਹ ਗੁਰੂ ਨਾਨਕ ਕੀ ਹੈ? ਕਿਉਂਕਿ ਪਰਮਾਤਮਾ ਉਹ ਆਪ ਤੇਰੇ ਸਾਹਮਣੇ ਆਇਆ, ਤੂੰ ਉਹਦੀ ਪਹਿਚਾਨ ਨਹੀਂ ਕਰ ਸਕਿਆ, ਤੇ ਤੂੰ ਕੌਣ ਹੈ, ਕਿਦੋਂ ਸਮਝੇਗਾ? ਵੇਤ ਸਿੱਧ ਸਾਧੂ ਕੋ ਬਾਤ ਐਸੀ ਕਰੀ ਚਾਹੀਏ। ਹਾਂ, ਕਹਿਣਗੇ ਸਿੱਧ, ਜਿਹੜੇ ਸਿੱਧ ਲੋਕ ਨੇ, ਸਾਧ ਲੋਕ ਨੇ, ਉਹਨਾਂ ਨੂੰ ਐਸੇ ਬਚਨ ਕਰਨੇ ਚਾਹੀਦੇ ਹਨ ਜੋ ਉੱਚੇ ਸਭ ਜਾਣੇ ਨੀਚੋ ਆਪ ਮਨ ਕੀਜੀਏ। ਹਾਂ, ਜੋ ਦੂਜਿਆਂ ਨੂੰ ਉੱਚਾ ਰੱਖਣ ਤੇ ਆਪਣੇ ਆਪ ਨੂੰ ਨੀਵਾਂ ਰੱਖਣ, ਇਹ ਜਿਹੇ ਬਚਨ ਕਰਨੇ ਚਾਹੀਦੇ। ਇਹ ਤਾਂ ਨਹੀਂ ਕਹਿਣਾ ਚਾਹੀਦਾ ਨਾ ਆਪਣੇ ਆਪ ਨੂੰ ਉੱਚਾ ਰੱਖੋ, ਦੂਜਿਆਂ ਨੂੰ ਨੀਵਾਂ ਕਰਕੇ ਦਿਖਾਓ। ਸਾਧ ਤੇ ਸਿੱਧਾਂ ਦੀ ਗੱਲ ਇਹ ਆ ਕਿ ਉਹਨਾਂ ਦਾ ਕੈਰੈਕਟਰ ਹੁੰਦਾ ਹੈ, ਜਦੋਂ ਗੱਲ ਕਰਦੇ ਨੇ ਦੂਜਿਆਂ ਨੂੰ ਉੱਚਾ ਦਿਖਾਉਂਦੇ ਨੇ, ਦੂਜਿਆਂ ਨੂੰ ਵਡਿਆਈ ਦਿੰਦੇ ਹਨ। ਹੋ ਹੀ ਗਿਆਨੀ ਧਿਆਨੀ ਵੱਡ ਗੁਣੀ ਹੋ ਸੁਜਾਨੀ। ਹਾਂ, ਇਹ ਨਹੀਂ ਨਾ ਗੱਲ ਚਾਹੀਦੀ। ਕਹਿੰਦੇ ਹੰਕਾਰੀ ਬੰਦਾ ਕੀ ਕਰਦਾ? ਉਹ ਕਹਿੰਦਾ ਮੈਂ ਹੀ ਗਿਆਨੀ ਆ, ਮੈਂ ਹੀ ਧਿਆਨੀ ਆ, ਮੈਂ ਵੱਡੇ ਗੁਣਾਂ ਵਾਲਾ ਹਾਂ, ਮੈਂ ਹੀ ਸਭ ਕੁਝ ਜਾਣਦਾ ਹਾਂ। ਜੋ ਐਸੇ ਮਨ ਮਾਨੀ ਸੋ ਤਿਆਗ ਮਤ ਦੀਜੀਏ। ਕਹਿਣ ਲੱਗੇ ਜਿਹਦੇ ਮਨ ਵਿੱਚ ਐਸੀ ਗੱਲ ਹੈ, ਗੋਰਖਨਾਥ ਕਹਿੰਦਾ ਹੁਣੇ ਚੱਲ ਜਾਓ ਜੋਗ ਮਤ ਤੋਂ, ਮੈਨੂੰ ਨਹੀਂ ਚਾਹੀਦੀ ਤੁਹਾਡੇ ਵਰਗੇ ਚੇਲੇ, ਚਲੇ ਜਾਓ ਇੱਥੋਂ, ਮੈਨੂੰ ਤੁਹਾਡੇ ਵਰਗੇ ਚੇਲਿਆਂ ਦੀ ਕੋਈ ਲੋੜ ਨਹੀਂ, ਹੰਕਾਰੀਆਂ ਦੀ। ਸੰਤ ਸਾਧ ਦੀਰਘ ਹੈ, ਦੀਰਘ ਤੇ ਦੀਰਘ ਹੈ। ਦੇਖੋ, ਸੰਤ ਤੇ ਸਾਧ ਜਿਹੜੇ ਹੁੰਦੇ ਨੇ ਉਹ ਪਰਮਾਤਮਾ ਨਾਲ ਇੱਕ ਹੋਣ ਕਰਕੇ ਉਹ ਵੱਡੇ ਤੋਂ ਵੱਡੇ ਹੁੰਦੇ ਨੇ, ਉਹਨਾਂ ਨੂੰ ਕੋਈ ਮੈਸ਼ਰ ਨਹੀਂ ਕਰ ਸਕਦਾ। ਮਾਨ ਕੋ ਬਿਦਾਰੀ ਸੋ ਨਿਰੰਜਨ ਲਹੀਜੀਏ। ਹਾਂ, ਕਹਿਣਗੇ ਆਪਣੇ ਮਾਨ ਹੰਕਾਰ ਨੂੰ ਗਵਾ ਕੇ ਉਹ ਪਰਮਾਤਮਾ ਨੂੰ ਪਹਿਚਾਨੋ। ਨਿਰੰਜਨ ਜੋ ਮਾਇਆ ਤੋਂ ਪਰੇ ਹੈ, ਮਾਇਆ ਤੋਂ ਇੱਕੋ ਇੱਕ ਪਰਮਾਤਮਾ ਹੀ ਤਾਂ ਬਚਿਆ ਹੈ ਨਾ, ਪਰਮਾਤਮਾ ਦੇ ਉੱਤੇ ਨਹੀਂ ਨਾ ਅਸਰ ਹੁੰਦਾ, ਬਾਕੀ ਤਾਂ ਸਾਰੇ ਮਾਇਆ ਦੇ ਜਿਹੜੇ ਸਬਜੈਕਟ ਟੂ ਮਾਇਆ ਹੁੰਦੇ ਹਨ। ਜਿਹੜੇ ਸਾਧ ਨੇ ਉਹ ਪਰਮੇਸ਼ਰ ਨਾਲ ਇੱਕ ਹੋ ਕੇ ਉਹ ਵੀ ਮਾਇਆ ਤੋਂ ਉੱਤੇ ਹੋ ਜਾਂਦੇ ਹਨ। ਸੁਨੇ ਪਰ ਗੁਣ ਨਹੀਂ ਕੀਜੈ ਮਤ ਸਰ ਮਨ। ਸੁਣੇ ਪੱਗ ਗੁਣ, ਕਹਿਣ ਲੱਗੇ ਪਰਾਏ ਗੁਣ ਲੈ ਕੇ, ਜੇ ਆਪਣੇ ਵਿੱਚ ਗੁਣ ਨਾ ਹੋਣ ਨਾ, ਕਹਿੰਦੇ ਪਰਾਏ ਗੁਣ ਦੇਖ ਕੇ ਲੈ ਲਈਦੇ ਹੁੰਦੇ ਹਨ। ਜੇ ਆਪਣੇ ਆਪ ਨੂੰ ਨਹੀਂ ਪਤਾ ਤਾਂ ਦੂਜੇ ਨੂੰ ਦੇਖ ਕੇ ਸਿੱਖ ਲਈਦਾ ਹੁੰਦਾ ਹੈ। ਕਹਿੰਦੇ ਐਤਾ ਉਹਨਾਂ ਨਾਲ ਈਰਖਾ ਨਹੀਂ ਕਰੀਦੀ ਵੀ ਇਹਨਾਂ 'ਚ ਜ਼ਿਆਦਾ ਗੁਣ ਆ, ਉਹ ਗੁਣ ਲੈਣ ਦੀ ਬਜਾਏ ਉਹਨਾਂ ਨਾਲ ਜਾ ਕੇ ਐਨਵੀ ਕਰੋ, ਜੈਲਸ ਹੋ, ਹਾਂਜੀ, ਉਹਨਾਂ ਨਾਲ ਜਿਹੜਾ ਵੈਰ ਕਮਾਓ, ਇਹ ਤਾਂ ਨਹੀਂ ਨਾ ਚਾਹੀਦਾ। ਤਾਂ ਕੋ ਜਸ ਅਗਨ ਮੈਂ ਤਨ ਤੇ ਫੁਕੀਜੀਏ। ਹਾਂ, ਕਹਿੰਦੇ ਤਾਂ ਕੋ ਜਸ ਅਗਨ ਮੈਂ, ਕਹਿੰਦੇ ਆਪਣਾ ਜਸ, ਆਪਣੀ ਵਡਿਆਈ ਨੂੰ ਕਹਿੰਦੇ ਇਹਨੂੰ ਚਾਹੇ ਚੁੱਕ ਕਰਕੇ ਅੱਗ ਵਿੱਚ ਸਾੜ ਦਿਓ, ਉਹ ਨਿਮਰਤਾ ਦੀ ਅੱਗ ਵਿੱਚ ਸਾੜ ਕੇ ਮੈਂ ਤਨ ਨਾ ਜਿਹੜਾ ਫੂਕੀਏ, ਕਹਿਣਗੇ ਇਹ ਜਿਹੜਾ ਹੈ ਤਨ ਦੀ ਹੰਗਤਾ, ਇਹਨੂੰ ਸਾੜ ਦੋ ਪਰੇ, ਇਹ ਨਹੀਂ ਹੋਣੀ ਚਾਹੀਦੀ। ਸਵਈਆ ਹੋਏ ਗਇਓ ਤਬ ਗੋਰਖ ਤੂਸਨ। ਇਹ ਗੱਲ ਕਹਿ ਕੇ ਗੋਰਖਨਾਥ ਚੁੱਪ ਕਰ ਗਿਆ ਜੀ। ਹੁਣ ਬੈਨ ਸੁਨੇ ਸੁੰਭਨਾਥ ਲਜਾਵਾ। ਇਹ ਗੱਲ ਗੋਰਖਨਾਥ ਦੇ ਸਿੱਧੀ ਗੱਲ ਸੁਣ ਕੇ ਨਾ ਸ਼ੰਭੂਨਾਥ ਨੂੰ ਸ਼ਰਮ ਆ ਗਈ। ਹੁਣ ਜੋ ਇਸ ਪਾਇਵ ਕਬੀਚ ਹਿਰਦੈ। ਜੋ ਇਹਦੇ ਅੰਦਰ ਗੁੱਸੇ ਦੀ ਅੱਗ ਬਲ ਰਹੀ ਸੀ, ਮਨ ਜਾਗਤ ਪਾਨ ਹੈ ਬੈਨ ਅਲਾਵਾ। ਮਨ ਨੂੰ ਜਿਹੜਾ ਉਹ ਸਾੜਨ ਲੱਗੀ, ਹੁਣ ਅੰਦਰੋਂ ਹੀ ਅੰਦਰੋਂ ਅੱਗ ਇਹਨੂੰ ਹੀ ਸਾੜਨ ਲੱਗੀ, ਪਰ ਮੂੰਹ ਤੋਂ ਕੁਝ ਬੋਲਿਆ ਨਹੀਂ ਇਹਨੇ ਸ਼ੰਭੂਨਾਥ ਨੇ। ਹੁਣ ਮੰਗਲਨਾਥ ਵੱਡੋ ਬਿਗਸਾ ਤਬ। ਦੇਖੋ, ਮੰਗਲਨਾਥ ਨੂੰ ਬੜੀ ਖੁਸ਼ੀ ਹੋਈ, ਬੜਾ ਆਨੰਦ ਆਇਆ। ਭਾਨ ਉਗੇ ਜਿਵ ਕੁੰਜ ਸਹਾਵਾ। ਕਹਿਣ ਲੱਗੇ ਭਾਨ ਜਿਵੇਂ ਸੂਰਜ ਚੜਿਆ ਕਵਲ ਖਿੜਦਾ ਹੈ, ਮੰਗਲਨਾਥ ਦੇ ਮਨ ਵਿੱਚ ਬੜੀ ਖੁਸ਼ੀ ਆਈ, ਗੁਰੂ ਨਾਨਕ ਦਾ ਪਿਆਰ ਜਾਗਿਆ। ਸ੍ਰੀ ਗੁਰੂ ਨਾਨਕ ਭੇਦ ਜੇ ਜਾਣਤ। ਦੇਖੋ, ਜਿਹੜੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਭੇਦ ਨੂੰ ਜਾਣਨ ਵਾਲੇ ਹਨ, ਦੇਖ ਹੱਸੀ ਕਰਕੇ ਮੁਸਕਾਵਾ। ਮਹਾਰਾਜ ਜੀ ਆਪਣੇ ਥਾਂ ਤੇ ਬੈਠੇ ਮੁਸਕਰਾ ਰਹੇ ਨੇ, ਕਿਉਂਕਿ ਗੁਰੂ ਨਾਨਕ ਸਭ ਕੁਝ ਦੇਖਦੇ ਸਿੱਧਾਂ ਵਿੱਚ ਕੀ ਹੋ ਰਿਹਾ ਹੈ। ਮਹਾਰਾਜ ਦੇਖ ਕੇ ਆਪਣੇ ਆਪ ਮੁਹਾਰੇ ਬੈਠੇ ਹੀ ਮੁਸਕਰਾਈ ਜਾਂਦੇ ਹਨ। ਕਬਿਤ ਗੋਪੀ ਚੰਦ ਭਾਖਿਆ ਸੁਨੋ ਮੰਗਲ ਮਹਾਨ ਜੋਗੀ। ਉਸ ਵੇਲੇ ਗੋਪੀ ਚੰਦ ਬੋਲ ਪਿਆ। ਗੋਪੀ ਚੰਦ ਕਹਿੰਦਾ, ਸੁਣੋ ਮੰਗਲ ਮਹਾਨ ਜੋਗੀ, हे ਮਹਾਨ ਜੋਗੀ ਮੰਗਲਨਾਥ, ਮੇਰੀ ਇੱਕ ਗੱਲ ਸੁਣਾ। ਸਿੱਧ ਸਾਧੂ ਕੋ ਐਸੀ ਰੀਤ ਨਹੀਂ ਚਾਹੀਏ। ਮਹਾਰਾਜ, ਸਿੱਧ ਤੇ ਸਾਧਾਂ ਨੂੰ ਐਸੀ ਰੀਤ ਨਹੀਂ ਧਾਰਨ ਕਰਨੀ ਚਾਹੀਦੀ, ਐਸਾ ਜਿਹੜਾ ਉਹਨਾਂ ਦਾ ਪ੍ਰੈਕਟਿਸ ਨਹੀਂ ਹੋਣੀ ਚਾਹੀਦੀ। ਕਿਹੜੀ? ਸੰਤ ਜੋ ਅਤੀਤ ਦਾ ਕੀ ਨਿੰਦਾ ਕੋ ਬਖਾਨ ਕਰ। ਹਾਂ, ਕੋਈ ਵੀ ਸੰਤ ਜਾਂ ਕੋਈ ਵੀ ਅਤੀਤ ਹੋਵੇ ਜੋ ਘਰ ਚੋਂ ਨਿਕਲ ਕਰਕੇ ਪ੍ਰਮਾਤਮਾ ਦੀ ਭਗਤੀ ਵੱਲ ਤੁਰਿਆ ਹੋਵੇ, ਉਹਦੀ ਨਿੰਦਿਆ ਕਿਤੇ ਵੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਲੈ ਕੇ ਅਨਮੋਲੇ ਪਾਪ ਸੀਸ ਨਾ ਚੜਾਈਏ। ਕਹਿੰਦੇ ਲੈ ਕੇ ਅਨਮੋਲੇ, ਕਹਿੰਦੇ ਇਹ ਤਾਂ ਅਨਮੋਲੇ ਹੈ, ਬਿਨਾ ਮੁੱਲ ਲਿਆ ਪਾਪ ਆਪਣੇ ਸਿਰ ਤੇ ਚੜਾ ਲੈਣਾ, ਬਿਨਾ ਮੁੱਲ ਲਿਆ, ਕੋਈ ਗੱਲ ਨਾ ਬਾਤ, ਉਹਨੇ ਤੈਨੂੰ ਕੁਝ ਕਿਹਾ ਨਹੀਂ, ਉਹਨੂੰ ਦੇਖ ਕੇ ਜੈਲਸ ਹੋਈ ਜਾਣਾ, ਉਹਦੇ ਚੱਕੇ ਪਾਪ ਆਪਣੇ ਸਿਰ ਤੇ, ਅਨਮੋਲੇ ਪਾਪ ਸਿਰ ਤੇ ਚੜਾ ਲੈਣੇ। ਕਹਿੰਦੇ ਇਹ ਕਿਹੜੀ ਗੱਲ ਹੋਈ? ਇਹ ਤਾਂ ਮੂਰਖਤਾ ਹੈ ਨਾ। ਜਿਵੇਂ ਕੋਈ ਕੂੜਾ ਚੱਕੀ ਜਾਂਦਾ ਹੋਵੇ, ਕਹੇ ਭਾਈ ਉਹ ਕੂੜਾ ਮੈਨੂੰ ਫੜਾ,
ਉਹ ਕੂੜਾ ਚੱਕ ਕੇ ਆਪਣੇ ਸਿਰ ਤੇ ਰੱਖ ਲੈਣਾ, ਇਹਦੇ ਵਿੱਚ ਕਿਹੜੀ ਗੱਲ ਹੋਈ? ਕਹਿੰਦੇ ਅਨਮੋਲੇ ਪਾਪ ਨੇ, ਕਿਉਂਕਿ ਸੰਤਾਂ ਦੀ ਨਿੰਦਿਆ ਤੋਂ ਪਾਪ ਹੀ ਮਿਲਦੇ ਹਨ। ਚਰਚਾ ਜੇ ਕੀਜੈ ਕ੍ਰੋਧ ਹਿਰਦੈ ਤੇ ਨਿਵਾਰ ਦੀਜੈ। ਹਾਂ, ਚਰਚਾ ਜੇ ਕੀਜੈ, ਜੇ ਚਰਚਾ ਕਰਨੀ ਹੈ ਤਾਂ ਆਪਣੇ ਅੰਦਰੋਂ ਕ੍ਰੋਧ ਦੇ ਨਿਵਾਰਨ ਕਰੋ, ਆਪਣੇ ਅੰਦਰੋਂ ਇਹ ਇਲਾਜ ਕਰੋ ਕਿ ਮੈਨੂੰ ਗੁੱਸਾ ਨਾ ਚੜੇ, ਮੇਰਾ ਗੁੱਸਾ ਅੰਦਰੋਂ ਖਤਮ ਹੋਵੇ। ਸ਼ੁਭ ਵਾਕ ਸੁਨੇ ਸਭ ਤਾਹੇ ਕੋ ਸੁਣਾਈਏ। ਹਾਂ, ਸ਼ੁਭ ਵਾਕ, ਚੰਗੇ ਵਾਕ ਸਾਧਾਂ ਸੰਤਾਂ ਤੋਂ ਸੁਣਨੇ ਚਾਹੀਦੇ ਨੇ ਤੇ ਉਹਨਾਂ ਨੂੰ ਆਪਣੇ ਬਚਨ ਸੁਣਾਉਣੇ ਚਾਹੀਦੇ, ਤਾਂ ਕਰਕੇ ਜੇ ਉਹਦੇ ਵਿੱਚ ਕੋਈ ਗੱਲਬਾਤ ਆ ਤਾਂ ਉਹ ਠੀਕ ਕਰ ਦਿੰਦੇ ਹਨ। ਆਵੇ ਹਾਰ ਹਾਰ ਕਰੈ ਨਿੰਦਕਾ ਉਚਾਰ। ਹਾਂ, ਆਉਂਦੇ ਆ ਸਾਰੇ ਹਾਰ ਹਾਰ ਕੇ ਤੇ ਇੱਥੇ ਆ ਕੇ ਨਿੰਦਿਆ ਕਰਦੇ ਨੇ। ਹਾਂਜੀ, ਇਹ ਕੀ ਗੱਲ ਹੋਈ? ਪਤਾ ਹਾਰ ਕੇ ਆਏ ਆ ਤੇ ਹਾਰ ਮੰਨ ਲਓ ਫਿਰ। ਹਾਂਜੀ, ਫਿਰ ਕਿਉਂ ਨਿੰਦਿਆ ਕਰਦੇ ਹੋ? ਪੁਨ ਲਾਜ ਬਿਨ ਜੀਵੈ ਨਹਿ ਜੋਗ ਕੋ ਲਜਾਈਏ। ਕਹਿੰਗੇ ਪੁਨ ਲਾਜ ਬਿਨ ਜੀਵੈ, ਲਾਜ ਜਿਹੜਾ ਹੈ ਲਾਜ ਤੋਂ ਬਿਨਾ ਨਹੀਂ ਜਿਉਣਾ ਚਾਹੀਦਾ। ਨਿਜ ਜੋਗ ਕੋ ਲਜਾਈਏ, ਨਾ ਹੀ ਆਪਣੇ ਯੋਗ ਆਪਣੇ ਧਰਮ ਨੂੰ ਬੇਸ਼ਰਮ ਕਰਨਾ ਚਾਹੀਦਾ। ਬੰਦੇ ਨੂੰ ਨਾ ਆਪਣੇ ਆਪ ਨੂੰ ਬੇਸ਼ਰਮ ਕਰਨਾ ਚਾਹੀਦਾ ਹੈ, ਨਾ ਆਪਣੇ ਧਰਮ ਨੂੰ ਆਪਣੇ ਫੇਤ ਨੂੰ ਬੇਸ਼ਰਮ ਕਰਨਾ ਚਾਹੀਦਾ ਹੈ। ਆਪਣੇ ਧਰਮ ਦੀ ਨਿੰਦਿਆ ਕਿਤੇ ਨਹੀਂ ਕਰਨੀ ਚਾਹੀਦੀ। ਹਰ ਇੱਕ ਨੂੰ ਚਾਹੀਦਾ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਕਰਨਾ। ਪ੍ਰਚਾਰ ਹੁੰਦਾ ਚੰਗੇ ਚੰਗੇ ਗੁਣ ਦੱਸਣੇ, ਆਪਣੇ ਗੁਰੂ ਨੂੰ ਵੱਡਾ ਕਰਕੇ ਦਿਖਾਉਣਾ ਜੇ ਉਹ ਹੈਗੇ, ਕਿਉਂਕਿ ਗੁਰੂ ਨਾਨਕ ਤਾਂ ਬਹੁਤ ਵੱਡਾ ਹੈ ਨਾ, ਆਪਾਂ ਤਾਂ ਉਹਨਾਂ ਨੂੰ ਵੱਡਾ ਕਰਕੇ ਦੱਸ ਸਕਦੇ ਹਾਂ ਜਿੰਨੀ ਕੁ ਆਪਣੀ ਮੱਤ ਹੈ। ਇਸ ਕਰਕੇ ਗੁਰੂ ਜਿਹੜਾ ਪ੍ਰਚਾਰ ਇਹੀ ਹੁੰਦਾ ਹੈ ਵੀ ਗੁਰੂ ਨੂੰ ਵੱਡਾ ਕਰਕੇ ਜਾਣਨਾ। ਇਹ ਨਹੀਂ ਕਹਿਣਾ ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਨੇ ਵੀ ਹਾਂਜੀ ਉਹ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਨਹੀਂ ਬੈਠੇ ਜੀ, ਉਹਨਾਂ ਦੇ ਤੱਤੇ ਉਤਰਿਤਾ ਨਹੀਂ ਪਿਆ ਜੀ, ਉਹ ਤਾਂ ਜਿਹੜੇ ਹਨ ਜੇ ਪਿਆ ਵੀ ਸੀ ਉਹ ਬਹੁਤ ਤੜਫਦੇ ਸੀ, ਦੁੱਖ ਲੱਗਦਾ। ਦੇਖੋ ਇਹ ਜਿਹੀਆਂ ਗੱਲਾਂ ਕਰਦੇ, ਉਹ ਗੁਰੂ ਨੂੰ ਵੱਡਾ ਕਰ ਰਹੇ ਨੇ ਕਿ ਛੋਟਾ ਕਰ ਰਹੇ ਨੇ? ਦੇਖੋ ਉਹ ਅਸਲੀਅਤ ਨੂੰ ਜਿਹੜਾ ਹੈ ਝੂਠਾ ਬਣਾ ਕੇ ਪੇਸ਼ ਕਰ ਰਹੇ ਨੇ ਅੱਜ। ਦੇਖੋ ਗੁਰੂ ਨੂੰ ਛੋਟਾ ਕਰਨ ਵਾਸਤੇ ਉਹ ਕੀ ਪ੍ਰਚਾਰ? ਇਹਨੂੰ ਪ੍ਰਚਾਰ ਨਹੀਂ ਆਪਾਂ ਕਹਿੰਦੇ, ਇਹ ਤਾਂ ਨਿੰਦਿਆ ਹੈ, ਸਿੱਧੀ ਨਿੰਦਿਆ ਹੈ ਗੁਰੂ ਦੀ, ਜਿਹੜੇ ਲੋਕ ਮੰਨੀ ਬੈਠੇ ਹਨ। ਸਵਈਆ ਮੰਗਲਨਾਥ ਕਹੈ ਸਤ ਭਾਖਤ। ਮੰਗਲਨਾਥ ਇਹ ਜਿਹੜਾ ਗੋਪੀ ਚੰਦ ਦੀ ਗੱਲ ਸੁਣ ਕੇ ਕਹਿੰਦਾ ਤੂੰ ਸੱਚ ਦੱਸਿਆ, ਤੂੰ ਸੱਚ ਦੱਸਿਆ ਹੈ। ਐਸੇ ਕਰੇ ਸਿੱਧ ਸਾਧਕ ਜੋਈ। ਕਹਿੰਦੇ ਐਸਾ ਜਿਹੜਾ ਸਿੱਧ ਤੇ ਸਾਧਕ ਹੁੰਦਾ, ਜਿਹੜਾ ਪਰਮਾਤਮਾ ਦੇ ਰਸਤੇ ਤੇ ਚੱਲਣ ਵਾਲਾ ਜਗਿਆਸੂ, ਕਹਿੰਦੇ ਜਿਹੜਾ ਵੀ ਸਿੱਧ ਤੇ ਸਾਧਕ ਇਹ ਕਰਦਾ ਹੈ। ਹੋਏ ਨਿਰੰਜਨ ਕੀ ਕਰੁਣਾ ਤਬ। ਕਹਿੰਦੇ ਉਹ ਨਿਰੰਜਨ, ਉਹ ਪਰਮਾਤਮਾ ਦੀ ਕਿਰਪਾ ਉਹਦੇ ਤੇ ਹੁੰਦੀ ਹੈ। ਪਾਵਤ ਜਾਂ ਗਤ ਔਰ ਨਾ ਕੋਈ। ਕਹਿਣਗੇ ਗੱਤ ਹੋਰ ਨਹੀਂ ਕੋਈ ਪਾਉਂਦਾ, ਉਹੀ ਪਾਉਂਦਾ ਜਿਹਨੇ ਪਰਮੇਸ਼ਰ ਨੂੰ ਜਾਣਿਆ ਤੇ ਪਰਮੇਸ਼ਰ ਨੂੰ ਮੰਨਿਆ ਤੇ ਪਰਮੇਸ਼ਰ ਦੀ ਜਿਹੜੀ ਹਨ ਮਿਹਰ ਦਾ ਪਾਤਰ ਬਣਿਆ ਹੈ। ਮਾਨ ਰਹੇ ਮਨ ਮਾਨ ਘਨੋ। ਕਹਿਣਗੇ ਮਾਨ ਰਹੇ, ਮਾਨ ਉਹਨਾਂ ਦਾ ਰਹਿੰਦਾ ਹੈ ਜਿਹੜਾ ਮਨ ਮਾਨ ਘਨੋ। ਕਹਿਣਗੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਵੱਡਾ ਮਾਣ ਵਸਦਾ ਹੈ, ਜਿਹੜਾ ਪਰਮੇਸ਼ਰ ਦਾ ਮਾਣ ਰੱਖਦੇ ਨੇ ਉਹਨਾਂ ਦਾ ਹੀ ਮਾਣ ਦੁਨੀਆ ਵਿੱਚ ਰਹਿੰਦਾ ਹੈ। ਜਾਣਤ ਅਨ ਸਮਾਨ ਜੇ ਹੋਈ। ਤੇ ਉਹਨਾਂ ਵਰਗਾ ਕੋਈ ਵੱਡਾ ਜਿਹੜਾ ਪਰਮਾਤਮਾ ਤੋਂ ਵੱਡਾ ਨੂੰ ਕਿਸੇ ਨੂੰ ਜਾਣਦੇ ਨਹੀਂ। ਕਹਿੰਦੇ ਦੇਖੋ ਨਾ, ਮਾਣ, ਸੱਚਾ ਮਾਣ ਕੀ ਹੈ? ਜਦੋਂ ਪਰਮੇਸ਼ਰ ਦਾ ਮਾਣ ਆਪਾਂ ਰੱਖੀਏ, ਜੋ ਪਰਮੇਸ਼ਰ ਨੂੰ ਜੋ ਵੱਡਾ ਮੰਨਦਾ ਹੈ ਉਹੀ ਅਸਲੀ ਮਾਣ ਹੈ। ਜੋ ਆਪਾਂ ਆਪਣੇ ਹੰਕਾਰ ਕਰਕੇ ਮਾਣ ਕਰਦੇ ਇਹ ਬੇਅਰਥ ਹੈ, ਇਹ ਨਰਕਾਂ ਨੂੰ ਲਿਜਾਣ ਵਾਲਾ ਹੈ। ਪਰ ਉਹ ਮਾਣ ਜਿਹੜਾ ਕਿ ਪਰਮਾਤਮਾ ਨੂੰ ਵੱਡਾ ਕਰਨਾ, ਗੁਰੂ ਨਾਨਕ ਦੀ ਉਸਤਤ ਕਰਨੀ, ਗੁਰੂ ਨਾਨਕ ਨੂੰ ਵਡਿਆਉਣਾ, ਗੁਰੂ ਨਾਨਕ ਦੀ ਖੁਸ਼ੀ ਪ੍ਰਾਪਤ ਕਰਨੀ, ਗੁਰੂ ਨਾਨਕ ਦਾ ਮਾਣ ਹੀ ਜਿਹੜਾ ਹੈ ਆਪਾਂ ਨੂੰ ਮਾਣ ਹੋਣਾ ਚਾਹੀਦਾ ਵੀ ਮੇਰੇ ਗੁਰੂ ਦਾ ਮਾਣ ਮੇਰਾ ਮਾਣ ਹੈ। ਐਸੇ ਮਾਣ ਨੂੰ ਮਾਣ ਤਾਰਨ ਵਾਲਾ ਹੈ। ਉਹੀ ਮਾਣ ਜੇ ਸਰੀਰ ਨਾਲ ਜੁੜ ਗਿਆ ਫਿਰ ਆਪਾਂ ਡੁੱਬ ਗਏ। ਦੇਖੋ ਛੋਟੀ ਜੀ ਗੱਲ ਆ, ਚੀਜ਼ ਉਹੀ ਹੈ ਜਿਵੇਂ ਦਵਾਈ ਹੁੰਦੀ ਹੈ, ਓਵਰਡੋਜ਼ ਕਰਕੇ ਬੰਦਾ ਮਰ ਵੀ ਸਕਦਾ ਹੈ। ਡੋਜ਼ ਜਿੰਨਾ ਕੁ ਖਾਣਾ ਚਾਹੀਦਾ ਉਹਨਾਂ ਖਾ ਕੇ ਉਹਦਾ ਇਲਾਜ ਵੀ ਹੋ ਜਾਂਦਾ ਹੈ। ਜੋਗ ਤੇ ਹੀਨ ਰਹਿ ਨਰ ਤੇ। ਕਹਿਣਗੇ ਜੋਗ ਤੋਂ ਹੀਣਾ ਰਹਿ ਜਾਂਦਾ ਹੈ, ਉਹ ਪਰਮਾਤਮਾ ਦਾ ਮਿਲਾਪ ਨੂੰ ਨਹੀਂ ਹੁੰਦਾ, ਉਹ ਨਰ ਉਹ ਇਨਸਾਨ ਨੂੰ। ਮਹਿਮਾਨ ਹੈ ਸੰਤਨ ਸੋਈ। ਜੋ ਆਪਣੇ ਜੀਵਨ ਵਿੱਚ ਸੰਤਾਂ ਦੀ ਮਹਿਮਾ ਨੂੰ ਨਹੀਂ ਜਾਣਦਾ, ਨਹੀਂ ਐਕਨੋਲੇਜ ਕਰਦਾ, ਉਹ ਜਿਹੜਾ ਖਾਲੀ ਦਾ ਖਾਲੀ ਰਹਿ ਕੇ ਸਮਾਂ ਪਾਪ ਚੜਾ ਕੇ ਜਾਂਦਾ ਹੈ। ਦੋਹਰਾ ਇਸ ਬਿਦ ਕਰਤ ਸੁਮੇਰ ਪਰ ਸਰਬ ਸਿੱਧ ਮਿਲ ਬਾਦ। ਇਸ ਕਰਕੇ ਜਿਹੜੇ ਸਾਰੇ ਸਿੱਧ ਜਿਹੜੇ ਹਨ ਸੁਮੇਰ ਤੇ ਬੈਠੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਹਨ, ਡਿਸਕਸ਼ਨ ਚੱਲ ਰਿਹਾ ਹੈ। ਭਇਓ ਧਿਆਏ ਪੂਰਨ ਅਬੈ ਸ੍ਰੀ ਸਤਿਗੁਰੂ ਪ੍ਰਸਾਦ। ਹੁਣ ਇਹ ਧਿਆਏ ਕਵੀ ਸੰਤੋਖ ਸਿੰਘ ਜੀ ਕਹਿੰਦੇ ਸੰਪੂਰਨ ਹੋ ਗਿਆ ਗੁਰੂ ਨਾਨਕ ਦੀ ਕਿਰਪਾ ਸਦਕਾ। ਇਹ ਜਿਹੜਾ ਸਾਰਾ ਹੀ ਜਿਹੜਾ ਹੈ ਅਧਿਆਏ, ਇਹ ਚੈਪਟਰ ਹੁਣ ਸੰਪੂਰਨ ਹੁੰਦਾ ਹੈ। ਇਸ ਬਿਦ ਕਰਤ ਸੁਮੇਰ ਪਰ ਸਰਬ ਸਿੱਧ ਮਿਲ ਬਾਦ। ਭਇਓ ਧਿਆਏ ਪੂਰਨ ਅਬੈ ਸ੍ਰੀ ਸਤਿਗੁਰ ਪ੍ਰਸਾਦ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸਿੱਧਨ ਚਰਚਾ ਪ੍ਰਸੰਗ ਵਰਣਨ ਨਾਮ 62 ਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।